ਸਤਿ ਸ਼੍ਰੀ ਅਕਾਲ ਜੀ। ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸ਼ੇਖਰ ਰਾਏ। ਪ੍ਰਭ ਆਸਰਾ ਇੱਕ ਅਜਿਹੀ ਸੰਸਥਾ ਹੈ ਜਿਸ ਦੇ ਬਾਰੇ ਹਰ ਕੋਈ ਜਾਣਦਾ ਹੈ। ਹਰ ਕੋਈ ਜਾਣਦਾ ਹੈ ਕਿ ਕਿਸ ਤਰੀਕੇ ਦੇ ਨਾਲ ਮਜਬੂਰ ਤੇ ਬੇਸਹਾਰਾ ਲੋਕਾਂ ਦੇ ਲਈ ਸਹਾਰਾ ਬਣਦੀ ਹੈ ਇਹ ਸੰਸਥਾ। ਤੇ ਹੁਣ ਅਗਰ ਜੇ ਗੱਲ ਕਰੀਏ, ਕੁਝ ਇੱਦਾਂ ਦੇ ਲੋਕੀ ਵੀ ਨੇ ਜਿਨ੍ਹਾਂ ਨੂੰ ਮੈਡੀਕਲ ਜ਼ਰੂਰਤ ਹੁੰਦੀ ਹੈ। ਉਹਨਾਂ ਦੀ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਵੀ ਪ੍ਰਭ ਆਸਰਾ ਨੇ ਹੁਣ ਇੱਕ ਇਨੀਸ਼ੀਏਟਿਵ ਲਿਆ ਤੇ ਉਹ ਇਨੀਸ਼ੀਏਟਿਵ ਇਹ ਹੈ ਕਿ ਪ੍ਰਭ ਆਸਰਾ ਨੇ ਇੱਕ ਚੈਰੀਟੇਬਲ ਮੈਡੀਕਲ ਸੇਵਾ ਸ਼ੁਰੂ ਕੀਤੀ ਹੈ। ਸੋ ਇਸ ਸੇਵਾ ਦੇ ਵਿੱਚ ਕੀ ਕੁਝ ਕੀਤਾ ਜਾ ਰਿਹਾ ਹੈ। ਚੈਰੀਟੇਬਲ ਸੰਸਥਾਵਾਂ ਅਸੀਂ ਬਹੁਤ ਸਾਰੀਆਂ ਸ਼ੁਰੂ ਹੁੰਦੀਆਂ ਦੇਖੀਆਂ ਨੇ। ਇਹ ਵੀ ਇੱਕ ਵੱਡਾ ਅਹਿਮ ਸਵਾਲ ਰਹੇਗਾ ਕਿ ਚੈਰੀਟੇਬਲ ਸੰਸਥਾਵਾਂ ਸ਼ੁਰੂ ਹੁੰਦੀਆਂ ਨੇ, ਸੇਵਾਵਾਂ ਵੀ ਕਰਦੀਆਂ ਨੇ, ਪਰ ਉਸ ਤੋਂ ਬਾਅਦ ਹੌਲੀ ਹੌਲੀ ਜਿਹੜਾ ਹੈਗਾ ਉਹਨਾਂ ਦਾ ਵੀ ਨੇਚਰ ਅਸੀਂ ਬਦਲਦਾ ਦੇਖਿਆ। ਸੋ ਕਿਸ ਹੱਦ ਤੱਕ ਜਿਹੜਾ ਪ੍ਰਭ ਆਸਰਾ ਇਸ ਸੇਵਾ ਨੂੰ ਸੇਵਾ ਭਾਵ ਦੇ ਨਾਲ ਹੀ ਲੈ ਕੇ ਚੱਲੂਗਾ ਤੇ ਕੀ ਕਮਿਟਮੈਂਟ ਹੈਗੀ ਹੈ ਉਹਨਾਂ ਦੀ ਆਉਣ ਵਾਲੇ ਸਮੇਂ ਦੇ ਵਿੱਚ ਕਿ ਇਸੇ ਤਰੀਕੇ ਨਾਲ ਚੈਰਿਟੀ ਦੇ ਨਾਲ ਚੱਲਦੇ ਰਹਿਣਗੇ। ਇਹ ਸਾਰੀਆਂ ਗੱਲਾਂ ਬਾਤਾਂ ਕਰਨ ਦੇ ਲਈ ਸਾਡੇ ਨਾਲ ਪ੍ਰਭ ਆਸਰਾ ਸੰਸਥਾ ਦੇ ਸੰਸਥਾਪਕ ਸ਼ਮਸ਼ੇਰ ਸਿੰਘ ਜੀ ਇੱਥੇ ਮੌਜੂਦ ਨੇ। ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਬਹੁਤ ਬਹੁਤ ਧੰਨਵਾਦ ਜੀ। ਹਮਦਰਦ ਟੀਵੀ ਦੀ ਸਮੁੱਚੀ ਮੈਨੇਜਮੈਂਟ ਨੂੰ ਤੇ ਸਰੋਤਿਆਂ ਨੂੰ ਪ੍ਰੇਮ ਭਰੀ ਸਤਿ ਸ੍ਰੀ ਅਕਾਲ। ਸ਼ਮਸ਼ੇਰ ਸਿੰਘ ਜੀ, ਇੱਕ ਇਨੀਸ਼ੀਏਟਿਵ ਲਿਆ ਤੁਸੀਂ, ਬਹੁਤ ਅੱਛਾ ਇਨੀਸ਼ੀਏਟਿਵ ਹੈਗਾ। ਬਹੁਤ ਸਾਰੇ ਲੋਕਾਂ ਨੂੰ, ਬੇਸਹਾਰਾ ਲੋਕਾਂ ਨੂੰ ਪ੍ਰਭ ਆਸਰਾ ਆਲਰੇਡੀ ਪਹਿਲਾਂ ਤੋਂ ਹੀ ਸਹਾਰਾ ਦੇ ਰਿਹਾ ਸੀ। ਅਤੇ ਹੁਣ ਜਦੋਂ ਗੱਲ ਕਰਦੇ ਹਾਂ ਅਸੀਂ ਮੈਡੀਕਲ ਪ੍ਰੋਬਲਮਸ ਦੀ, ਤਾਂ ਲੋਕਾਂ ਕੋਲ ਕਈ ਵਾਰ ਪੈਸਾ ਨਹੀਂ ਹੁੰਦਾ ਵੱਡੀਆਂ ਵੱਡੀਆਂ ਥਾਵਾਂ 'ਤੇ ਜਾ ਕੇ ਇਲਾਜ ਕਰਾਉਣ ਦਾ। ਸੋ ਜੋ ਇਹ ਚੈਰੀਟੇਬਲ ਮੈਡੀਕਲ ਸੇਵਾ ਸ਼ੁਰੂ ਕੀਤੀ ਗਈ ਹੈ, ਇੱਕ ਚੰਗਾ ਕਦਮ ਹੈ। ਪਰ ਤੁਹਾਨੂੰ ਕਿਸ ਤਰੀਕੇ ਦੇ ਨਾਲ ਇਹ ਮਹਿਸੂਸ ਹੋਇਆ ਕਿ ਇਹ ਕਦਮ ਚੁੱਕਣਾ ਚਾਹੀਦਾ, ਇਸ ਦੀ ਜ਼ਰੂਰਤ ਹੈ? ਹਾਂਜੀ, ਜਿੰਨਾ ਕੁ ਮੈਂ ਤੁਹਾਡੇ ਸਵਾਲ 'ਚੋਂ ਜਿੰਨੇ ਕੁ % ਸਮਝ ਪਾਇਆ, ਉਸ ਦੇ ਵਿੱਚ ਪਹਿਲਾਂ ਤਾਂ ਮੈਂ ਇਹਦੀ ਕਲੈਰੀਫਿਕੇਸ਼ਨ ਚਾਹੁੰਦਾ। ਮੈਨੂੰ ਲੱਗ ਰਿਹਾ ਵੀ ਥੋੜ੍ਹੀ ਜਿਹੀ ਕਲੈਰਿਟੀ ਜਿਹੜੀ ਹੈਗੀ ਹੈ ਇਸ ਚੈਰੀਟੇਬਲ ਮੈਡੀਕਲ ਸੇਵਾ ਸੈਂਟਰ ਦੀ ਘੱਟ ਹੈ। ਹੋ ਸਕਦਾ ਸਾਡੇ ਸਰੋਤਿਆਂ ਨੂੰ ਵੀ ਬਹੁਤ ਸਾਰਿਆਂ ਨੂੰ ਇਹਦੀ ਕਲੈਰਿਟੀ ਘੱਟ ਹੋਵੇ। ਚੈਰੀਟੇਬਲ ਦਾ ਮਤਲਬ ਜਿੱਥੇ ਕੋਈ ਨਾ ਕੋਈ ਸ਼ਰਤ ਅਪਲਾਈ ਹੁੰਦੀ ਹੋਵੇ ਨਾ। ਇਹ ਜਿਹੜਾ ਹੌਸਪੀਟਲ ਸ਼ੁਰੂ ਹੋਇਆ ਜਦੋਂ ਕੋਵਿਡ ਦੇ ਵਿੱਚ ਸਾਨੂੰ ਇਹ ਮਹਿਸੂਸ ਹੋ ਗਿਆ, ਮਹਿਸੂਸ ਹੋਣ ਦੇ ਵਿੱਚ ਵੀ ਨਾ ਕਈ ਵਾਰ ਸ਼ੰਕਾ ਹੋ ਜਾਂਦੀ, ਕਹਿੰਦਾ ਮਹਿਸੂਸ ਹੋ ਰਿਹਾ ਟਰੱਕ ਆ ਰਿਹਾ, ਪਰ ਹੁੰਦੀ ਉਹ ਬੱਸ ਹੈ। ਜਦੋਂ ਪ੍ਰਤੱਖ ਹੋ ਗਿਆ ਕਿ ਮਤਲਬ ਇੰਨੇ ਸਾਡੇ ਸਮਾਜ ਦੇ ਵਿੱਚ ਬੇਬਸ ਤੇ ਲਾਚਾਰ ਨਾਗਰਿਕ, ਜਿਨ੍ਹਾਂ ਦੇ ਵਿੱਚ ਸਾਰੀ ਤਰ੍ਹਾਂ ਦੇ ਕੈਟਾਗਰੀਜ਼ ਹੈਗੀ ਹੈ, ਕੋਈ ਕਿਸੇ ਕਾਰਨ ਵੀ ਪਰੇਸ਼ਾਨੀ, ਤੁਹਾਨੂੰ ਪਤਾ ਹੀ ਅੱਜ ਕੱਲ੍ਹ ਦੇ ਹਾਲਾਤ, ਉਹ ਮਾਨਸਿਕ ਰੋਗਾਂ ਦੇ ਪੀੜਤ ਹੋ ਗਏ, ਕੋਈ ਡਿਮੈਂਸ਼ੀਆ ਕਰਕੇ ਘਰ ਦੇ ਰਸਤੇ ਭੁੱਲ ਗਿਆ, ਕੋਈ ਆਪਣੀ ਕੋਠੀ ਦੇ ਵਿੱਚ ਬੇਬਸ ਤੇ ਲਾਚਾਰ ਤੜਫ ਰਿਹਾ ਇਲਾਜ ਦੇ ਲਈ, ਕੋਈ ਉਹਨੂੰ ਸਟੇਟ ਦੀ ਅਤੇ ਕੋਈ ਹੌਸਪੀਟਲ ਦੀ ਐਂਬੂਲੈਂਸ ਨਹੀਂ ਚੱਕ ਰਹੀ, ਕੋਈ ਹੈਲਪਲਾਈਨ ਜਿਹੜੀ ਐਮਰਜੈਂਸੀ ਹੈਗੀ ਹੈ, ਭਾਵੇਂ 112 ਹੈ ਅਤੇ 108 ਹੈ, ਉਹਨੂੰ ਬਿਨਾਂ ਸ਼ਰਤ ਕੋਠੀ ਦੇ ਵਿੱਚੋਂ ਨਹੀਂ ਕੱਢ ਰਹੀ। ਜੇ ਕਿਸੇ ਨੂੰ ਵੀ ਸ਼ੰਕਾ ਹੋਵੇ ਮੇਰੇ ਨਾਲ ਫੋਨ 'ਤੇ ਗੱਲ ਕਰ ਸਕਦੇ। ਮੈਂ ਆਪਣੀਆਂ ਹੱਡ ਬੀਤੀਆਂ ਦੱਸ ਰਿਹਾ ਹੈ ਨਾ। ਹੱਡ ਬੀਤੀਆਂ ਵੀ ਕਿੰਨੀਆਂ ਕੁ ਹੈ, ਸੈਂਕੜਿਆਂ ਵਿੱਚ ਹੈ ਨਾ। ਅਤੇ ਇਸ ਕਰਕੇ ਇਹ ਉਹਨਾਂ ਨਾਗਰਿਕਾਂ ਦੇ ਲਈ ਖੋਲ੍ਹਿਆ ਗਿਆ ਹੈਗਾ ਜਿਨ੍ਹਾਂ ਨੂੰ ਇਲਾਜ ਦਾ, ਸੰਭਾਲ ਦਾ, ਰੀਹੈਬਲੀਟੇਸ਼ਨ ਦਾ ਮੌਕਾ ਨਹੀਂ ਮਿਲ ਰਿਹਾ। ਉਹਨਾਂ ਨੂੰ ਜਦੋਂ ਅਸੀਂ ਇਲਾਜ ਦੇ ਲਈ ਹੌਸਪੀਟਲਾਂ 'ਚ ਲੈ ਕੇ ਗਏ ਅਤੇ ਕੋਵਿਡ ਦੌਰਾਨ ਸ਼ਰੇਆਮ ਕਹਿ ਦਿੱਤਾ ਗਿਆ ਕਿ ਨਹੀਂ, ਇਹਨਾਂ ਨੂੰ ਇਸ ਵੇਲੇ ਦਾਖਲ ਨਹੀਂ ਕੀਤਾ ਜਾ ਸਕਦਾ, ਇਹਨਾਂ ਦਾ ਇਲਾਜ ਨਹੀਂ ਕੀਤਾ ਜਾ ਸਕਦਾ, ਕੇਵਲ ਅਤੇ ਕੇਵਲ ਕੋਵਿਡ ਦੇ ਵਾਸਤੇ ਹੀ ਅਸੀਂ ਇਹ ਹੌਸਪੀਟਲ 'ਤੇ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਇੱਕ ਤੁਹਾਡਾ ਸਟੇਟ ਦਾ ਇੱਕ ਹੋਏਗਾ, ਗਿਆਨ ਸਾਗਰ ਹੋਏਗਾ। ਅਤੇ ਗੱਲ ਕੀ ਜੀ, ਜਿਨ੍ਹਾਂ ਨੂੰ ਇੰਨਾ ਤਾਂ ਸ਼ੂਗਰ ਦਾ ਲੈਵਲ ਉਹਨਾਂ ਦਾ ਵਿਚਾਰਿਆਂ ਦਾ ਕੰਟਰੋਲ ਹੋ ਰਿਹਾ, ਹਾਰਟ ਦੀਆਂ ਇੰਨੀਆਂ ਪ੍ਰੋਬਲਮਸ ਹੈ, ਕਿਡਨੀ ਦੀ ਇੰਨੀ ਪ੍ਰੋਬਲਮਸ ਹੈਗੀਆਂ, ਇੰਨੇ ਕੇਸ ਮਿਲੇ ਜਿਹਦੇ 'ਚ ਮੋਹਾਲੀ ਤੋਂ ਵੀ ਨਵੇਂ ਵੀ ਕੇਸ ਮਿਲਦੇ ਸੀ। ਜਦੋਂ ਪੰਜਾਬ ਦੇ ਹੌਸਪੀਟਲਾਂ ਨੇ ਹੱਥ ਖੜੇ ਕਰ ਦਿੱਤੇ ਕਿ ਅਸੀਂ ਨਹੀਂ ਦਾਖਲ ਕਰਨੇ, ਅਸੀਂ ਚੰਡੀਗੜ੍ਹ ਲੈ ਗਏ, ਚੰਡੀਗੜ੍ਹ ਨੇ ਦਰਵਾਜ਼ੇ ਬੰਦ ਕਰ ਦਿੱਤੇ। ਮੇਰੀ ਲਾਈਕ ਜਿਵੇਂ ਇੰਚਾਰਜ ਡਾਇਰੈਕਟਰ ਹੁੰਦੇ ਆ ਨਾ, ਪ੍ਰਿੰਸੀਪਲ ਡਾਇਰੈਕਟਰ, ਉਹਨਾਂ ਦੇ ਨਾਲ ਗੱਲ ਹੋਈ। ਉਹ ਕਹਿੰਦੇ ਜੀ ਅਸੀਂ ਪੰਜਾਬ ਦੇ ਹੀ ਨਹੀਂ ਜੀ, ਅਸੀਂ ਹਰਿਆਣੇ ਅਤੇ ਹਿਮਾਚਲ ਦੇ। ਧਿਆਨ ਨਾਲ ਸਮਝਣ ਵਾਲੀ ਗੱਲ ਹੈ ਜੀ ਇਹ, ਮੈਂ ਹੱਡ ਬੀਤੀਆਂ ਦੱਸ ਰਿਹਾ ਆਪਣੀਆਂ। ਜਦੋਂ ਇਹ ਗੱਲ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸੁਣਨ ਨੂੰ ਮਿਲੀ ਕਿ ਅਸੀਂ ਇਕੱਲੇ ਪੰਜਾਬ ਦੇ ਹੀ ਨਹੀਂ, ਅਸੀਂ ਹਿਮਾਚਲ ਅਤੇ ਹਰਿਆਣੇ ਦੇ, ਮੈਂ ਸੁਣੀ, ਠੀਕ ਹੈ, ਅਤੇ ਅਸੀਂ ਕਿਸੇ ਦੇ ਵੀ ਸਟੇਟ ਦੇ ਨਾਗਰਿਕਾਂ ਨੂੰ ਦਾਖਲ ਨਹੀਂ। ਮੈਂ ਕਿਹਾ ਜੀ ਇਹ ਤਾਂ ਸਾਡੀ ਸਟੇਟ ਨੇ ਤਾਂ ਹੱਥ ਖੜੇ ਕਰ ਦਿੱਤੇ ਹੈ ਵੀ ਅਸੀਂ ਨਹੀਂ ਰੱਖ ਸਕਦੇ। ਕੋਵਿਡ ਕੋਵਿਡ ਕੋਵਿਡ, ਮੈਂ ਕਿਹਾ ਕੋਵਿਡ ਨਾਲ ਤਾਂ ਇਹਨਾਂ ਨੇ ਪਤਾ ਨਹੀਂ ਮਰਨਾ ਕਿ ਨਹੀਂ ਮਰਨਾ ਸਾਡੇ ਨਾਗਰਿਕ ਨੇ। ਅਤੇ ਮੈਂ ਕਿਹਾ ਇਹਨਾਂ ਤਾਂ ਹੋਰ ਬਿਮਾਰੀਆਂ ਜਿਹੜੀਆਂ ਇੰਨੀਆਂ ਨਾਲ ਪਹਿਲਾਂ ਹੀ ਇੰਨੇ ਪੀੜਤ ਹੈਗੇ, ਨੁਕਸਾਨ ਹੋ ਜਾਣਾ, ਅਸੀਂ ਕੁਛ ਨਹੀਂ ਕਰ ਸਕਦੇ। ਉਸ ਵੇਲੇ ਜਦੋਂ ਮੈਂ ਇੰਨਾ ਸਟਰੋਂਗਲੀ ਉਹਨਾਂ ਨੇ ਕਹਿ ਦਿੱਤਾ ਅਤੇ ਫਿਰ ਮੇਰੇ ਮਨ ਨੂੰ ਮਹਿਸੂਸ ਹੋਇਆ, ਮੈਂ ਕਿਹਾ ਵੀ ਇੰਨੇ ਲਵਾਰਸ ਹੋ ਗਏ, ਅਸੀਂ ਤੜਫ ਕੇ ਮਰ ਜਾਵਾਂਗੇ ਸਾਡੇ ਸਾਥੀ। ਅਤੇ ਉਸ ਵੇਲੇ ਅਸੀਂ ਕਿਹਾ ਵੀ ਇਹਨਾਂ ਨੂੰ ਮੈਡੀਕਲ ਸਹੂਲਤ ਜੇ ਕ੍ਰੀਏਟ ਨਹੀਂ ਕਰਾਂਗੇ ਅਸੀਂ ਕੁਛ ਹੱਦ ਤੱਕ, ਅਤੇ ਫਿਰ ਤਾਂ ਇਹ ਮਿਸ਼ਨ ਚਲਾਉਣਾ ਬਹੁਤ ਮੁਸ਼ਕਿਲ ਹੈ। ਉੱਧਰ ਤੜਫ ਰਿਹਾ ਨਾਗਰਿਕ, ਉੱਧਰ ਨੂੰ ਅਟੈਕ ਆ ਰਿਹਾ, ਉੱਧਰ ਦੇ ਫਿੱਟ ਪੈ ਰਹੇ ਆ, ਉਹਨੂੰ ਉਹ ਖੁੱਲ੍ਹ ਨਹੀਂ ਰਹੇ ਹੈਗੇ ਇੰਨਾ ਲੰਮਾ। ਅਤੇ ਉੱਧਰ ਜਿਹੜੇ ਹੈਗੇ ਆ ਉਹ ਕਹਿੰਦੇ ਵੀ ਨਹੀਂ, ਇਹਨੂੰ ਲਾਈਕ ਨਿਊਰੋ ਸਰਜਨ ਦੇ ਓਪੀਨੀਅਨ ਦੀ ਲੋੜ ਹੈ, ਉਹ ਕਹਿੰਦੇ ਇਹਨੂੰ ਫਲਾਣੇ ਡਾਕਟਰ ਦੀ ਓਪੀਨੀਅਨ ਦੀ ਲੋੜ ਹੈਗੀ ਹੈ, ਕਾਰਡੀਓਲੋਜਿਸਟ ਦੀ ਓਪੀਨੀਅਨ ਦੀ ਲੋੜ ਹੈ, ਅਤੇ ਉਹ ਉੱਥੇ ਸਾਨੂੰ ਅਵੇਲੇਬਲ ਨਹੀਂ ਮਿਲ ਰਹੇ। ਇਹ ਵੱਡਾ ਕਾਰਨ ਜਿਹੜਾ ਨਾ, ਮੈਂ ਤੁਹਾਨੂੰ ਫਿਰ ਰਿਪੀਟ ਕਰ ਰਿਹਾ ਤੁਹਾਡੀ ਗੱਲ ਨੂੰ, ਇਹ ਹੈਗਾ ਜਿਹੜੇ ਬੇਬਸ ਤੇ ਲਾਚਾਰ ਹੋ ਗਏ। ਉਹਨਾਂ 'ਚ IAS ਆਫਿਸਰ ਵੀ ਹੈਗੇ ਆ, ਉਹਨਾਂ 'ਚ ਪ੍ਰੋਫੈਸਰ ਵੀ ਹੈਗੇ ਆ, ਉਹਨਾਂ 'ਚ ਅਲੱਗ-ਅਲੱਗ ਜਗ੍ਹਾ ਤੋਂ ਜਿੱਥੇ ਐਡਮਿਸ਼ਨ ਲੈਣੀ ਵੀ ਮੁਸ਼ਕਿਲ ਹੈ ਅਤੇ ਉੱਥੋਂ ਪੜ੍ਹੇ ਹੋਏ, ਪਰ ਅਖੀਰਲਾ ਸਮਾਂ ਜਿਹੜਾ ਸੀ ਉਹਨਾਂ ਦਾ ਇੱਦਾਂ ਦਾ ਆ ਗਿਆ
ਕਿ ਜਿਸ ਵੇਲੇ ਉਹ ਇਕੱਲੇ ਰਹਿ ਗਏ, ਬੇਬਸ ਤੇ ਲਾਚਾਰ ਹੋ ਗਏ ਤੇ ਆਪਣੀ ਸੰਭਾਲ ਤੋਂ ਮਥਾਜ ਹੋ ਗਏ। ਹੁਣ ਭਾਵੇਂ ਸਿਰ ਤੇ ਛੱਤ ਹੈਗੀ ਵੀ ਹੈ, ਕਈਆਂ ਦੇ ਨਹੀਂ ਹੈਗੀ ਸੀ, ਸੜਕ ਤੋਂ ਵੀ ਚੱਕੇ ਆ। ਸੀਨੀਅਰ ਅਧਿਕਾਰੀ ਸਾਡੇ ਸੀਨੀਅਰ ਆਈਐਸ, ਸਿਰ ਤੇ ਛੱਤ ਹੈਗੀ ਵੀ ਹੈ, ਨਹੀਂ ਵੀ ਹੈਗੀ, ਪਰ ਅੱਜ ਉਹ ਬੇਬਸ ਤੇ ਲਾਚਾਰ ਹੋ ਕੇ ਰੋਲ ਕੇ ਮਰ ਰਹੇ ਦੇਖੇ ਗਏ। ਭੁੱਖੇ ਪਿਆਸੇ ਹਾਲਾਤਾਂ ਦੀ ਭਿਆਨਕ ਪੀੜਾ ਜ਼ਰ ਰਹੇ ਦੇਖੇ ਗਏ। ਕਿਸੇ ਨੂੰ ਦੁਖੜੇ ਸੁਣਾਉਣ, ਕਿਸੇ ਨੂੰ ਦੁਖੜੇ ਸੁਣਾਉਣ, ਉਹ ਇਸ ਤਰ੍ਹਾਂ ਦੇ ਵਿਚਾਰੇ ਹਾਲਾਤਾਂ ਦੀ ਬਹੁਤ ਜਦੋਂ ਇਹ ਪੀੜਾ ਜਰ ਰਹੇ ਸੀ ਤੇ ਲੋਕਤੰਤਰ ਦੇਸ਼ ਦੇ ਵਿੱਚ, ਧਾਰਮਿਕ ਮੁਲਕ ਦੇ ਵਿੱਚ ਰੋਲ ਕੇ ਮਰ ਰਹੇ ਸੀ। ਫਿਰ ਇਹ ਮੈਡੀਕਲ ਸਹੂਲਤ ਸ਼ੁਰੂ ਹੋਈ ਹੈ। ਇਸ ਦੇ ਵਿੱਚ ਇਹਨਾਂ ਨਾਗਰਿਕਾਂ ਲਈ ਕੋਈ ਸ਼ਰਤ ਨਹੀਂ ਹੈ। ਤੁਸੀਂ ਹੋਰ ਚੈਰੀਟੇਬਲ ਦੀ ਗੱਲ ਕੀਤੀ ਸੀ ਨਾ, ਪਹਿਲੀ ਗੱਲ ਤਾਂ ਮੈਂ ਤੁਹਾਨੂੰ ਡਿਫਰੈਂਸ ਦੇ ਦੇਵਾਂ ਜੀ। ਕੀ ਡਿਫਰੈਂਸ ਹੈ ਕਿ ਬਿਨਾਂ ਸ਼ਰਤ ਬੇਬਸ ਤੇ ਲਾਚਾਰ ਨਾਗਰਿਕ ਸਾਡੇ ਕੋਲ ਇੱਥੇ ਆ ਗਿਆ, ਤੁਰੰਤ ਉਹਨੂੰ ਕੋਈ ਸ਼ਰਤ ਹੀ ਨਹੀਂ ਹੈ ਇਹਦਾ ਆਧਾਰ ਕਾਰਡ ਚਾਹੀਦਾ, ਕੋਈ ਸ਼ਰਤ ਹੀ ਨਹੀਂ ਹੈ ਪਹਿਲਾਂ ਪੁਲਿਸ ਨੂੰ ਇਨਫੋਰਮ ਕਰਨਾ, ਨਹੀਂ, ਪੁਲਿਸ ਬਾਅਦ 'ਚ ਇਨਫੋਰਮ ਹੋਊਗੀ, ਪਹਿਲਾਂ ਅਸੀਂ ਟ੍ਰੀਟਮੈਂਟ ਕਰਨਾ। ਨਾਗਰਿਕ ਦੀ ਜਾਨ ਬਚਾਈਏ ਅਸੀਂ ਕਿ ਸੰਵਿਧਾਨ ਨੂੰ ਬਚਾਈਏ ਜੀ। ਅਸੀਂ ਸੰਵਿਧਾਨ ਦੀ ਪਾਲਣਾ ਕਰਦੇ ਹਾਂ, ਕੋਸ਼ਿਸ਼ ਕਰਦੇ ਹਾਂ, ਪਰ ਨਾਗਰਿਕ ਨੂੰ ਨਹੀਂ ਕੁਰਬਾਨ ਕਰ ਸਕਦੇ, ਠੀਕ ਹੈ। ਤੇ ਅਸੀਂ ਤੁਰੰਤ ਹਸਪੀਟਲ ਦੇ ਵਿੱਚ ਉਹਦਾ ਟ੍ਰੀਟਮੈਂਟ ਸ਼ੁਰੂ ਕਰਦੇ ਹਾਂ ਤੇ ਇਹ ਕੋਈ ਸ਼ਰਤ ਨਹੀਂ ਹੈ। ਇਹ ਹੁਣ ਦੇਖ ਲਓ ਹੁਣ ਚੈਰੀਟੇਬਲ ਦਾ ਕੀ ਫਰਕ ਹੈ ਦੂਜੇ ਦਾ। ਪਹਿਲੀ ਗੱਡੀ ਤੁਹਾਡਾ ਸਵਾਲ ਸੀ ਬਿਨਾਂ ਸ਼ਰਤ ਟ੍ਰੀਟਮੈਂਟ। ਜਦੋਂ ਮੈਂ ਇੱਕ ਵਾਰ ਕਿਹਾ, ਮੈਂ ਕਿਹਾ ਹਸਪੀਟਲ ਦੇ ਵਿੱਚ, ਉੱਥੇ ਵੱਡੇ ਹਸਪੀਟਲ ਚੰਡੀਗੜ੍ਹ ਦੇ, ਕਹਿੰਦੇ ਟ੍ਰੀਟਮੈਂਟ ਜੇਕਰ ਕਰਵਾਉਣਾ ਨਾ, ਇਹ ਤਾਂ ਕੁਝ ਵੀ ਹੋ ਸਕਦਾ, ਹੁਣ ਦੀ ਵੀ ਗੱਲ ਹੈ, ਕੱਲ੍ਹ ਦੀ ਵੀ ਗੱਲ ਹੈ ਤੇ ਇਸ ਦੀ ਜ਼ਿੰਮੇਵਾਰੀ ਕੌਣ ਲਏਗਾ? ਤੁਸੀਂ ਨੈਚੁਰਲ ਗਾਰਡੀਅਨ ਹੈ ਕਿ ਤੁਸੀਂ ਲੀਗਲ ਗਾਰਡੀਅਨ ਹੈ? ਮੈਂ ਕਿਹਾ ਨਾ ਅਸੀਂ ਨੈਚੁਰਲ ਗਾਰਡੀਅਨ ਹਾਂ, ਅਸੀਂ ਲੀਗਲ ਗਾਰਡੀਅਨ ਨੇ, ਪਰ ਸਾਡੇ ਸਮਾਜਿਕ ਪਰਿਵਾਰ ਦਾ ਮੈਂਬਰ ਹੈ। ਕਹਿੰਦੇ ਨਹੀਂ ਜੀ, ਨਹੀਂ, ਕੁਝ ਵੀ ਹੋ ਸਕਦਾ, ਇੱਦਾਂ ਤਾਂ ਇਹਨਾਂ ਦਾ ਨਹੀਂ ਆਪਰੇਸ਼ਨ ਕੀਤਾ ਜਾ ਸਕਦਾ। ਮੈਂ ਕਿਹਾ ਜੇ ਸੀਰੀਅਸ ਹੋ ਗਿਆ, ਜਿਹਦਾ ਨੁਕਸਾਨ ਹੋ ਗਿਆ, ਕੇਸ ਕਿਤੇ ਪੈਣਾ ਚਾਹੀਦਾ। ਮੈਂ ਕਿਹਾ ਤੁਸੀਂ ਟੀਮ ਨਹੀਂ ਬਣਾ ਸਕਦੇ ਡਾਕਟਰਾਂ ਦੀ, ਕੋਈ ਪਾਲਿਸੀ ਨਹੀਂ ਤੁਹਾਡੇ ਕੋਲ ਐਗਜ਼ਿਸਟ ਕਰਦੀ। ਫਿਰ ਅਖੀਰ ਤੇ ਜਦੋਂ ਮੈਂ ਸਵਾਲ ਕੀਤੇ ਵੀ ਫਿਰ ਅਸੀਂ ਲਾਈਕ ਕਿਹਦੇ ਨਾਮ ਤੇ ਪਾਈਏ ਕੇਸ, ਜਿਹਦੀ ਡੈਥ ਹੋ ਗਈ ਕੌਣ ਜ਼ਿੰਮੇਵਾਰ ਹੋਊਗਾ? ਤੇ ਫਿਰ ਉਹਨਾਂ ਨੇ ਕਿਹਾ ਵੀ ਅਸੀਂ ਪੈਨਲ ਡਾਕਟਰਾਂ ਦਾ ਬਿਠਾਇਆ, ਫਿਰ ਉਹਦੇ 'ਚ ਡਿਸੀਜਨ ਲਿਆ ਵੀ ਇਹ ਹਾਲਾਤ ਹੈਗੇ ਆ ਕਿ ਇਮੀਡੀਏਟਲੀ ਜਾਨ ਬਚਾਉਣ ਲਈ ਤਾਂ ਆਪਰੇਟ ਕਰਨਾ ਪਊਗਾ ਇਹਨੂੰ। ਮਤਲਬ ਇਹ ਹਾਲਾਤ ਮੈਂ ਦੱਸ ਰਿਹਾ ਤੁਹਾਨੂੰ। ਫਿਰ ਵੀ ਕਿੰਨਾ ਸਮਾਂ ਲੱਗਿਆ ਇਸ ਸਾਰੀ ਕੋਸ਼ਿਸ਼ ਨੂੰ? ਇਸ ਦੇ ਵਿੱਚ ਘੰਟੇ ਨਹੀਂ, ਦਿਨਾਂ ਦੇ ਹਿਸਾਬ ਨਾਲ ਲੱਗ ਗਏ। ਪਰ ਜਿਹੜੀ ਉਹਨੇ ਪੀੜਾ ਝੱਲੀ ਹੈਗੀ ਹੈ ਨਾ, ਉਹਦੇ ਲਈ ਕੌਣ ਜ਼ਿੰਮੇਵਾਰ ਹੈ, ਇਹ ਮੈਂ ਸਵਾਲ ਛੱਡ ਰਿਹਾ। ਹੁਣ ਮੈਨੂੰ ਸਰਕਾਰ ਤੋਂ ਪੁੱਛਣ ਦਾ ਮੈਂ ਕੋਸ਼ਿਸ਼ ਕਰ ਰਿਹਾ, ਮੈਨੂੰ ਦੱਸਿਆ ਜਾਵੇ ਉਹਦੀ ਜਿਹੜੀ ਬਿਮਾਰੀ ਸੀ ਉਹ ਅੱਗੇ ਵਧੀ ਹੈ, ਉਹਨੇ ਇੰਨੀ ਪੀੜਾ ਝੱਲੀ ਹੈ, ਇਹਦੇ ਲਈ ਕੌਣ ਜ਼ਿੰਮੇਵਾਰ ਹੈ? ਇੱਥੇ ਨਾ ਮੇਰੇ ਕੋਲ ਇੱਕ ਸਵਾਲ ਬਣਦਾ, ਹਾਲਾਂਕਿ ਬਹੁਤ ਸਾਰੇ ਸਾਡੇ ਦਰਸ਼ਕ ਜਿਹੜੇ ਦੇਖ ਰਹੇ ਹੋਣਗੇ ਇਸ ਪ੍ਰੋਗਰਾਮ ਨੂੰ, ਤੇ ਉਹ ਇਹ ਸੋਚਣਗੇ ਕਿ ਮੈਂ ਕਿਤੇ ਸ਼ਮਸ਼ੇਰ ਜੀ ਦੀ ਸਾਈਡ ਲੈਣਾ ਹੈ ਜਾਂ ਪ੍ਰਭ ਆਸਰਾ ਦੀ ਸਾਈਡ ਲੈਣਾ ਹੈ। ਮੈਂ ਕਿਸੇ ਸਾਈਡ ਤੇ ਨਹੀਂ ਖਲੋ ਕੇ ਕਹਿੰਦਾ, ਮੈਂ ਸਿਰਫ ਮੇਰੇ ਵੀ ਦਿਲ 'ਚ ਕਈ ਵਾਰ ਸਵਾਲ ਉੱਠਦਾ ਕਿ ਸਾਡੀ ਆਜ਼ਾਦੀ ਨੂੰ ਕਿੰਨੇ ਹੀ ਵਰੇ ਹੋ ਚੁੱਕੇ, ਅਸੀਂ 1947 ਤੋਂ ਬਾਅਦ ਆਜ਼ਾਦ ਹੋਏ, ਤੇ ਅੱਜ ਅਸੀਂ ਜੇਕਰ ਹਸਪਤਾਲਾਂ ਦੇ ਲਈ ਇਹ ਹਾਲਾਤ ਦੇਖਦੇ ਹਾਂ ਜੋ ਅਸੀਂ ਦੇਖੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ। ਜੋ ਸੱਚਾਈ ਤੁਸੀਂ ਬਿਆਨ ਕਰ ਰਹੇ ਹੋ ਇਹੀ ਸੱਚਾਈ ਅਸੀਂ ਦੇਖੀ ਹੈ ਕਿ ਕੋਵਿਡ ਦੇ ਦੌਰਾਨ ਹਸਪਤਾਲਾਂ ਦੇ ਵਿੱਚ ਬੈੱਡ ਨਹੀਂ ਸੀਗੇ। ਸਭ ਤੋਂ ਵੱਡਾ ਚੈਲੰਜ ਜਿਹੜਾ ਖੜਾ ਹੋ ਗਿਆ ਸੀ ਉਹ ਇਹ ਹੋ ਗਿਆ ਸੀਗਾ ਕਿ ਅੱਜ ਤੱਕ ਸਾਡੇ ਪੂਰੇ ਦੇਸ਼ ਦੇ ਵਿੱਚ, ਸਿਰਫ ਪੰਜਾਬ ਦੀ ਗੱਲ ਨਹੀਂ, ਚੰਡੀਗੜ੍ਹ ਦੀ ਗੱਲ ਨਹੀਂ, ਹਰਿਆਣੇ ਦੀ ਗੱਲ ਨਹੀਂ, ਪੂਰੇ ਦੇਸ਼ ਦੇ ਵਿੱਚ ਮੈਡੀਕਲ ਸੁਵਿਧਾਵਾਂ ਪੂਰੀਆਂ ਨਹੀਂ ਹੈਗੀਆਂ। ਸੋ ਅਗਰ ਇੰਨੇ ਸਾਲਾਂ ਬਾਅਦ ਅਸੀਂ ਅਗਰ ਗੱਲ ਕਰਦੇ, ਬੁਨਿਆਦੀ ਸਹੂਲਤਾਂ ਨੇ, ਇਹ ਵਿਕਾਸ ਨਹੀਂ ਹੈ। ਜਦੋਂ ਤੱਕ ਬੁਨਿਆਦੀ ਸਹੂਲਤਾਂ ਪੂਰੀਆਂ ਨਹੀਂ ਹੁੰਦੀਆਂ ਉਸ ਤੋਂ ਬਾਅਦ ਅੱਗੇ ਵਿਕਾਸ ਹੁੰਦਾ। ਸੋ ਇਹ ਬੁਨਿਆਦੀ ਸਹੂਲਤਾਂ ਦੇ ਵਿੱਚ ਆਉਂਦਾ। ਤਾਂ ਤੁਸੀਂ ਸਾਫ਼ ਤੌਰ ਦੇ ਉੱਤੇ ਇਹ ਕਹਿਣਾ ਚਾਹੁੰਦੇ ਹੋ, ਤੁਹਾਡੇ ਵੱਲੋਂ ਵੀ ਕਿਹਾ ਜਾ ਰਿਹਾ ਤੇ ਆਪਾਂ ਵੀ ਜ਼ਰੂਰਤ ਦੇ ਹਿਸਾਬ ਨਾਲ ਦੇਖਦੇ ਹਾਂ ਕਿ ਇਸ ਦੇ ਵੱਲ ਕੋਈ ਵੀ ਸਰਕਾਰਾਂ ਧਿਆਨ ਨਹੀਂ ਦੇ ਰਹੀਆਂ। ਤੇ ਹੁਣ ਜਿਹੜੀ ਤੁਸੀਂ ਗੱਲ ਕੀਤੀ ਕਿ ਹਸਪੀਟਲ ਦੇ ਵਿੱਚ ਉਹਨਾਂ ਨੇ ਪੈਨਲ ਬਿਠਾਇਆ, ਫਿਰ ਤੋਂ ਡਿਸਕਸ਼ਨ ਕੀਤੀ, ਤੁਹਾਡੇ ਨਾਲ ਡਿਸਕਸ਼ਨ ਕੀਤੀ, ਫਿਰ ਕਿਤੇ ਉਹ ਡਿਸੀਜਨ ਦੇ ਉੱਤੇ ਪਹੁੰਚੇ, ਤਾਂ ਇੰਨਾ ਜ਼ਿਆਦਾ ਵੀਕ ਸਿਸਟਮ ਕਿਉਂ ਹੈ? ਬਿਲਕੁਲ ਇਹ ਵੀਕ ਸਿਸਟਮ ਇਸ ਕਰਕੇ ਹੈ ਕਿਉਂਕਿ ਅਸੀਂ ਇਹਨੂੰ ਪ੍ਰਾਇੋਰਟੀ ਲਿਸਟ ਵਿੱਚ ਨਹੀਂ ਪਾਇਆ। ਨਾਗਰਿਕ ਦੀਆਂ ਜਾਨਾਂ ਨੂੰ ਪ੍ਰਾਇੋਰਟੀ ਲਿਸਟ ਵਿੱਚ ਹੈਗਾ ਵੀ ਸਾਨੂੰ ਪੈਨਸ਼ਨ ਮਿਲੂਗੀ, ਸਾਨੂੰ ਸੈਲਰੀ ਮਿਲੂਗੀ। ਸਾਨੂੰ ਜਿਹੜੇ ਫੀਲਡ 'ਚ ਕੰਮ ਕਰ ਰਹੇ ਹੈ, ਜਿਨ੍ਹਾਂ ਕਰਕੇ ਸਟੇਟਾਂ ਚੱਲ ਰਹੀਆਂ, ਉਹਨਾਂ ਦਾ ਨਹੀਂ ਮੈਨੂੰ ਪਤਾ ਹੈਗਾ, ਪਰ ਉਹਨਾਂ ਨੂੰ ਜਿਹੜੇ ਕਹਿੰਦੇ ਸੇਵਾ ਦਾ ਮੌਕਾ ਦਿਓ, ਉਹਨਾਂ ਦੀ ਪੈਨਸ਼ਨ, ਉਹਨਾਂ ਦੀ ਸੈਲਰੀ ਹਜ਼ਾਰਾਂ 'ਚ ਹੋਊਗੀ ਕਿ ਲੱਖਾਂ 'ਚ ਹੋਊਗੀ? ਠੀਕ ਹੈ। ਇਹ ਸਵਾਲ ਮੈਂ ਤਾਂ ਰੱਖ ਰਿਹਾ, ਸਾਡਾ ਦੇਸ਼ ਹੈ, ਅਸੀਂ ਦੇਸ਼ ਦੇ ਨਾਗਰਿਕ ਹਾਂ, ਅਸੀਂ ਦੇਸ਼ ਵਿਰੋਧੀ ਨਹੀਂ ਹੈਗੇ। ਅਸੀਂ ਦੇਸ਼ ਦੇ ਨਾਗਰਿਕ ਨੂੰ ਮਤਲਬ ਜੋ ਹੁਣ ਇਸ ਵੇਲੇ ਮਤਲਬ ਚੜ੍ਹਾਤਾ ਵੀ ਅਧੂਰੀ ਪਾਲਿਸੀ ਹੈਗੀ ਹੈ, ਸੰਵਿਧਾਨ 'ਚ ਪ੍ਰੋਵੀਜ਼ਨ ਨਹੀਂ ਹੈਗੀ, ਸਾਡੇ ਕੋਲ ਇਨਫਰਾਸਟਰਕਚਰ ਨਹੀਂ ਹੈਗਾ, ਸਾਡੇ ਕੋਲ ਬਜਟ ਨਹੀਂ ਹੈਗਾ। ਉਹ ਭਾਈ ਜਹਾਜ਼ਾਂ ਦੇ ਤੁਸੀਂ ਘੁੰਮ ਲਓ, ਸਾਡੇ ਸਤਿਕਾਰਯੋਗ ਹੋ, ਘੁੰਮੋ ਜਹਾਜ਼ਾਂ ਦੇ ਉੱਤੇ, ਪਰ ਤੁਹਾਡੀ ਐਂਬੂਲੈਂਸ ਜਿਹੜੀ ਹੈਗੀ ਹੈ, ਸਾਡਾ ਦੇਸ਼ ਹੈ, ਸਾਡੇ ਦੇਸ਼ ਨੇ, ਦੇਸ਼ ਦੇ ਨਾਗਰਿਕ ਨੇ, ਸਾਰਾ ਕੁਛ ਮਤਲਬ ਜਿਹੜਾ ਪੈਸਾ ਖੂਨ ਪਸੀਨੇ ਦੀ ਕਮਾਈਆਂ ਦਾ GST ਜੋ ਵੀ ਕੁਛ ਦਿੰਦੇ ਹਾਂ ਅਸੀਂ, ਉਹਦੇ ਨਾਲ ਜਹਾਜ਼ ਚੱਲਦੇ ਹਾਂ ਜੀ, ਉਹਦੇ ਨਾਲ ਸਭ ਕੁਛ ਹੁੰਦਾ। ਇਹ ਸੁਣਨ ਨੂੰ ਗੱਲਾਂ ਕੌੜੀਆਂ ਲੱਗਦੀਆਂ ਹੋਣੀਆਂ, ਕਹਿੰਦੇ ਹੋਣੇ ਪਤਾ ਨਹੀਂ ਕੀ ਹੈ, ਮਤਲਬ
ਵੀ ਗੈਰ ਸੰਵਿਧਾਨਿਕ ਗੱਲ ਹੈ ਜਾਂ ਕੋਈ ਲਾਈਕ ਬਾਗੀਪਣੇ ਵਾਲੀ ਗੱਲ ਹੈ। ਤੇ ਲਾਈਕ ਇਸ ਸ਼੍ਰੇਣੀ ਦੇ ਵਿੱਚ ਤਾਂ ਫਿਰ ਸਾਰੇ ਹੀ ਬਾਗੀ ਸੀ। ਗੁਰੂ ਨਾਨਕ ਦੇਵ ਜੀ ਬਾਗੀ, ਗੁਰੂ ਗੋਬਿੰਦ ਸਿੰਘ ਬਾਗੀ ਨਹੀਂ, ਐਸੀ ਗੱਲ ਨਹੀਂ। ਤਾਂ ਮਤਲਬ ਗਲਤ ਕੱਢਿਆ ਜਾ ਸਕਦਾ ਹੈ, ਇਹਦਾ ਮਤਲਬ ਗਲਤ ਨਹੀਂ ਹੈਗਾ। ਮੈਂ ਵੌਇਸਲੈਸ ਨਾਗਰਿਕ ਦੀ ਗੱਲ ਕਰ ਰਿਹਾ ਹੈਗਾ ਵੀ ਉਹਨਾਂ ਨੂੰ ਬਿਨਾਂ ਸ਼ਰਤ ਕੋਠੀ ਦੇ ਵਿੱਚੋਂ ਐਂਬੂਲੈਂਸ ਤਾਂ ਚੱਕ ਲਵੇ। ਨਹੀਂ ਚੱਕ ਰਹੀ ਐਂਬੂਲੈਂਸ, ਜੇ ਕਿਸੇ ਨੂੰ ਸ਼ੱਕ ਹੋਵੇ ਹੱਡ ਬੀਤੀਆਂ ਡੇਟਾ ਵਾਈਜ਼ ਦੱਸ ਸਕਦੇ ਹਾਂ ਕਿ ਐਂਬੂਲੈਂਸ ਨੇ ਨਹੀਂ ਚੱਕਿਆ ਕਿਉਂਕਿ ਰਿਸਪੌਂਸਿਬਿਲਿਟੀ ਲੈਣ ਵਾਲਾ ਨਾਲ ਮੈਂਬਰ ਫੈਮਿਲੀ 'ਚ ਹੋਰ ਕੋਈ ਨਹੀਂ ਸੀ ਜੀ। ਉਹਨਾਂ ਨੂੰ ਸੜਕ ਤੋਂ ਨਹੀਂ ਚੱਕਿਆ ਜਾ ਰਿਹਾ ਕਿਉਂਕਿ ਉਹਨਾਂ ਨੂੰ ਹਸਪੀਟਲ ਰਿਸੀਵ ਨਹੀਂ ਕਰਦਾ। ਕਿਉਂ? ਹਸਪੀਟਲ ਦੀ ਕੀ ਹਿੰਮਤ ਹੈ ਨਾ ਰਿਸੀਵ ਕਰੇ? ਪੈਸੇ ਕਾਹਦੇ ਲੈਂਦੇ ਹੋ? ਸਟੇਟ ਦਾ ਨਾਗਰਿਕ ਸਟੇਟ ਦਾ ਹਸਪੀਟਲ ਕਿਉਂ ਨਹੀਂ ਰਿਸੀਵ ਕਰੂਗਾ? ਯਾਨੀ ਕਿ ਅਗਰ ਤੁਹਾਡੇ ਕਹਿਣ ਦਾ ਮਤਲਬ ਅਗਰ ਕੋਈ ਸੜਕ ਦੇ ਉੱਤੇ ਹੈ ਔਰ ਉਹ ਲਾਚਾਰ ਹਾਲਾਤਾਂ ਦੇ ਵਿੱਚ ਹੈ, ਬੇਬਸ ਹਾਲਾਤਾਂ ਦੇ ਵਿੱਚ ਹੈ, ਤਾਂ ਉਸ ਨੂੰ ਇਹ ਪ੍ਰੂਵ ਕਰਨਾ ਪਏਗਾ ਕਿ ਉਹ ਇਸ ਦੇਸ਼ ਦਾ ਨਾਗਰਿਕ ਹੈ। ਉਸ ਨੂੰ ਪ੍ਰੂਵ ਕਰਨਾ ਪਏਗਾ ਹੀ ਨਹੀਂ, ਇਸ ਦੇਸ਼ ਦਾ ਨਾਗਰਿਕ ਪ੍ਰੂਵ ਹੋ ਰਿਹਾ ਹੈ। ਉਹਦੀ ਜੇਬ 'ਚੋਂ ਨਿਕਲ ਵੀ ਆਇਆ ਕਾਰਡ, ਆਧਾਰ ਕਾਰਡ ਜੀ। ਉਹ ਕਹਿੰਦੇ ਵੀ ਇਹਦੇ ਨਾਲ ਜ਼ਿੰਮੇਵਾਰੀ ਲੈਣ ਵਾਲਾ, ਇਹਦੇ CT ਸਕੈਨ ਕਰਾਉਣ ਵਾਲਾ, ਇਹਦੇ ਟੈਸਟ ਕਰਾਉਣ ਵਾਲਾ, ਇਹਦੀ ਕੇਅਰ ਕਰਨ ਵਾਲਾ, ਇਹਦੀ ਮੈਡੀਸਨ ਲਿਆਉਣ ਵਾਲਾ ਕੋਈ ਨਹੀਂ ਹੈਗਾ। ਅਸੀਂ ਨਹੀਂ ਦਾਖਲ ਕਰ ਸਕਦੇ। ਆਪਣੇ ਦੇਸ਼ ਦੇ ਵਿੱਚ ਆਪਣੇ ਦੇਸ਼ ਦਾ ਨਾਗਰਿਕ ਲਵਾਰਸ ਤੇ ਲੋਕਤੰਤਰ ਦੇ ਉੱਤੇ ਕੁਐਸਚਨ ਮਾਰਕ ਤਾਂ ਨਹੀਂ ਲੱਗ ਰਿਹਾ? ਮੇਰਾ ਕਹਿਣ ਤੋਂ ਭਾਵ ਠੀਕ ਹੈ ਤੁਹਾਡੀਆਂ ਲੋੜਾਂ ਹੈ, ਅਸੀਂ ਮਹਿਸੂਸ ਕਰਦੇ ਹੈਗੇ ਹਾਂ, ਅਸੀਂ ਵੀ ਗੱਡੀਆਂ ਯੂਜ਼ ਕਰਦੇ ਹੈਗੇ ਹਾਂ ਤੇ ਤੁਹਾਡੀਆਂ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਹੈ। ਤੁਸੀਂ ਜਹਾਜ਼ ਯੂਜ਼ ਕਰ ਲਓ, ਪਰ ਕਮ ਸੇ ਕਮ ਨਾਗਰਿਕ ਜਿਹੜਾ ਹੈਲਥ ਤੋਂ ਵੱਡੀ ਵੀ ਕੋਈ ਸਮੱਸਿਆ ਤੜਫ ਰਿਹਾ ਹੋਵੇ ਨਾਗਰਿਕ, ਤੇ ਉਹਨੂੰ ਐਂਬੂਲੈਂਸ ਵੀ ਨਾ ਚੱਕੇ ਤੇ ਹਸਪੀਟਲ ਕਵੇ ਵੀ ਸ਼ਰਤ ਲਾ ਦਿਓ ਉਹਦੇ ਉੱਤੇ। ਸੰਵਿਧਾਨ ਨਹੀਂ ਇਜਾਜ਼ਤ ਦਿੰਦਾ। ਰੱਬ ਦਾ ਵਾਸਤਾ ਹੈ, ਸੰਵਿਧਾਨ ਦੀ ਕਸਮ ਖਾਧੀ ਹੈਗੀ ਹੈ, ਸੰਵਿਧਾਨ ਨੂੰ ਪੜ੍ਹ ਲਓ ਦੁਬਾਰੇ। ਸੰਵਿਧਾਨ ਨਹੀਂ ਇਜਾਜ਼ਤ ਦਿੰਦਾ ਕਿ ਆਪਣੇ ਦੇਸ਼ ਦੇ ਵਿੱਚ ਨਾਗਰਿਕ ਰੁਲ ਰਿਹਾ ਹੋਵੇ ਤੇ ਉਸ ਨਾਗਰਿਕ ਦੇ ਉੱਤੇ ਸ਼ਰਤ ਲਾਓ ਕਿ ਇਸ ਨੂੰ ਹਸਪੀਟਲ ਇਸ ਕਰਕੇ ਨਹੀਂ ਦਾਖਲ ਕਰਨਾ ਕਿਉਂਕਿ ਇਸ ਦੇ ਨਾਲ ਕੋਈ ਨਹੀਂ ਹੈਗਾ, ਤੇ ਐਂਬੂਲੈਂਸ ਇਸ ਕਰਕੇ ਨਾ ਚੱਕੇ ਕਿ ਇਹਦੇ ਨਾਲ ਕੋਈ ਨਹੀਂ ਹੈਗਾ, ਕਿ ਹਸਪੀਟਲ ਰਿਸੀਵ ਨਹੀਂ ਕਰਦਾ। ਇਹਨਾਂ ਦੇ ਉੱਤੇ ਬਣਦੇ ਐਕਸ਼ਨ ਲੈਣੇ ਚਾਹੀਦੇ ਹੈ। ਐਕਸ਼ਨ ਲੈਣ ਤੋਂ ਪਹਿਲਾਂ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਵਾਕਈ ਹੀ ਜਿਹੜਾ ਐਂਬੂਲੈਂਸ ਉਹਦੇ ਕੋਲੋਂ ਰਿਸੀਵ ਨਹੀਂ ਕੀਤੇ ਜਾਂਦੇ। ਰਿਸੀਵ ਕਰਨ ਦੇ ਲਈ ਕੀ ਚਾਹੀਦਾ? ਉੱਥੇ ਡਾਕਟਰ ਚਾਹੀਦਾ, ਉੱਥੇ ਨਰਸ ਚਾਹੀਦੀ ਹੈ, ਉੱਥੇ ਨਰਸ ਵੀ ਹੈਗੀ ਹੈ, ਉੱਥੇ ਡਾਕਟਰ ਵੀ ਹੈਗਾ ਹੈ। ਸੋ ਸ਼ਮਸ਼ੇਰ ਜੀ, ਅਗਰ ਗੱਲ ਕਰੀਏ ਜਦੋਂ ਇੱਕ ਸੇਵਾ ਸ਼ੁਰੂ ਕੀਤੀ ਜਾਂਦੀ ਹੈ ਸੋ ਉਸ ਦੇ ਵਿੱਚ ਉਸ ਨੂੰ ਕੰਟਰੀਬਿਊਸ਼ਨ ਦੇ ਨਾਲ ਹੀ ਸ਼ੁਰੂ ਕੀਤਾ ਜਾਂਦਾ। ਸੋ ਕੰਟਰੀਬਿਊਸ਼ਨ ਨਹੀਂ ਆਉਂਦਾ ਜਦੋਂ ਤੱਕ ਸਮਾਜ ਦੇ ਵਿੱਚੋਂ ਸਾਡੇ ਜਿਹੜੇ ਵੀ ਇੱਦਾਂ ਦੇ ਲੋਕ ਨੇ ਜਿਹੜੇ ਕਿ ਸੇਵਾ ਭਾਵ ਆਪਣੇ ਦਿਲਾਂ ਦੇ ਵਿੱਚ ਰੱਖਦੇ ਨੇ, ਕਿਉਂਕਿ ਜਿੱਥੇ ਅਸੀਂ ਦੇਖਦੇ ਹਾਂ ਕਿ ਜਿੱਥੇ ਤੋਂ ਮਦਦ ਆਉਂਦੀ ਹੈ ਉਸ ਦੇ ਨਾਲ ਹੀ ਅੱਗੇ ਕਿਸੇ ਦੀ ਮਦਦ ਵੀ ਕੀਤੀ ਜਾਂਦੀ। ਕਿਸੇ ਇੱਕ ਇਨਸਾਨ ਦੇ ਲਈ ਸੌਖਾ ਨਹੀਂ ਹੁੰਦਾ। ਸੋ ਤੁਹਾਨੂੰ ਕਿਸ ਤਰੀਕੇ ਦੇ ਨਾਲ ਇਸ ਇਨੀਸ਼ੀਏਟਿਵ ਦੇ ਲਈ ਮਦਦ ਮਿਲ ਰਹੀ ਹੈ? ਸੋ ਉਸ ਮਦਦ ਦੇ ਵਿੱਚ ਕੀ ਕੋਈ ਰੁਕਾਵਟ ਹੈ ਜਾਂ ਨਹੀਂ ਹੈ, ਜਾਂ ਸਹੀ ਚੱਲ ਰਿਹਾ? ਨਹੀਂ, ਬਿਲਕੁਲ ਤੁਹਾਡੀ ਗੱਲ ਬੜਾ ਇੰਪੋਰਟੈਂਟ ਸਵਾਲ ਹੈਗਾ ਕਿ ਲਾਈਕ ਤੁਸੀਂ ਕਰਨਾ ਚਾਹੁੰਦੇ ਹੋ, ਹੈ ਨਾ। ਕਰਨ ਦੇ ਲਈ ਲਾਈਕ ਸਭ ਤੋਂ ਪਹਿਲਾਂ ਜਿਵੇਂ ਸਿਰ 'ਤੇ ਛੱਤ ਚਾਹੀਦੀ ਹੈਗੀ। ਜਿਹਨਾਂ ਦੇ ਸਿਰ 'ਤੇ ਕੋਲ ਛੱਤ ਨਹੀਂ ਰਹੀ, ਜਿਨ੍ਹਾਂ ਕੋਲ ਏਬਲ ਬੋਡੀ ਨਹੀਂ ਰਹੀ, ਜਿਨ੍ਹਾਂ ਕੋਲ ਸਹਾਰਾ ਨਹੀਂ ਰਿਹਾ, ਤੇ ਜਿਨ੍ਹਾਂ ਨੂੰ ਹੁਣ ਠੀਕ ਹੋਣ ਦਾ ਮੌਕਾ ਨਹੀਂ ਮਿਲ ਰਿਹਾ, ਕੋਈ ਸ਼ੱਕ ਨਹੀਂ ਉਹਨਾਂ ਨੂੰ ਸਿਰ 'ਤੇ ਛੱਤ ਚਾਹੀਦੀ ਹੈ, ਪੈਸੇ ਨਾਲ ਪੈਣੀ ਹੈ। ਕੋਈ ਸ਼ੱਕ ਨਹੀਂ ਉਹਨੂੰ ਲੰਗਰ ਚਾਹੀਦਾ ਹੈਗਾ, ਪੈਸੇ ਨਾਲ ਜੁੜਿਆ ਹੋਇਆ ਹੈਗਾ, ਹੈ ਨਾ। ਕਿਉਂਕਿ ਕਿੰਨੇ ਕਿੰਨੇ ਸਿਲੰਡਰ ਮੈਂ ਕੱਲ੍ਹ ਵੀ ਰੋਜ਼ੇ ਦੇਖੀ ਜਾਂਦੇ ਵੀ ਇੰਨੇ ਜ਼ਿਆਦਾ ਹੈ ਨਾ, ਫਿਰ ਇੰਨੀ ਲੱਕੜ ਵੀ ਆ ਰਹੀ ਹੈ, ਬੋਇਲਰ ਹੈ ਨਾ ਚੱਲ ਰਹੇ ਹੈਗੇ। ਅਤੇ ਇਹ ਸਾਰੀਆਂ ਚੀਜ਼ਾਂ ਜਿੱਥੇ ਕਿ 15 ਕੁ ਲੱਖ ਦੇ ਕਰੀਬ ਸੈਲਰੀ ਬਣਦੀ ਹੋਵੇ, ਕਿਉਂਕਿ ਇੰਨੇ ਸੌ ਲੋਕਾਂ ਨੂੰ ਅਲੱਗ-ਅਲੱਗ ਉਹਨਾਂ ਦੀਆਂ ਮਾਨਸਿਕ ਅਤੇ ਸਰੀਰਕ ਹਾਲਤਾਂ ਹੈਗੀਆਂ ਜਿਨ੍ਹਾਂ ਲਈ ਅਲੱਗ-ਅਲੱਗ ਵਿੰਗ ਜਿਹੜੇ ਹੈਗੇ ਕੁਛ ਬਣ ਚੁੱਕੇ ਹਨ ਅਤੇ ਕੁਛ ਬਣਾ ਰਹੇ ਹੈ, ਅਤੇ ਰੈਗੂਲਰ ਉਹਨਾਂ ਦਾ ਮਤਲਬ ਜਿਹੜਾ ਖਰਚਾ ਹੈਗਾ ਲੱਖਾਂ ਰੁਪਏ ਦਾ ਖਰਚਾ ਹੈਗਾ। ਅਤੇ ਉਸ ਵੇਲੇ ਉਹਨਾਂ ਹਾਲਾਤਾਂ ਦੇ ਵਿੱਚ ਇੰਨਾ ਕੁਛ ਹੋਣ ਤੋਂ ਬਾਅਦ ਜਦੋਂ ਕਿ ਕੁਛ ਸਾਡਾ ਜਿਵੇਂ ਸੱਜਣ ਸਾਡੇ ਇਸ ਦੇਸ਼ ਦੇ ਵਿੱਚ ਵਿਚਾਰੇ ਉਹ ਵੀ ਕੋਸ਼ਿਸ਼ ਕਰਦੇ ਆ, ਸਾਰੇ ਜਿੰਨੇ ਜੋਗੇ ਹੈਗੇ ਆ ਕੰਟਰੀਬਿਊਟ ਕਰਦੇ ਆ, ਪਰ ਖਰਚਾ ਹੀ ਇੰਨਾ ਜ਼ਿਆਦਾ ਹੁੰਦਾ ਜਿਹਦੇ ਵਿੱਚ ਵਿਦੇਸ਼ਾਂ ਦੇ ਸਾਡੇ ਵੀਰ ਜਿਨ੍ਹਾਂ ਨੇ ਮਤਲਬ ਕਹਿ ਲਓ ਵੀ ਸਪੋਰਟ ਜਦੋਂ ਕੀਤੀ ਹੈਗੀ ਤਾਂ ਫਿਰ ਇਹਦੇ ਵਿੱਚ ਕਾਫੀ ਨਾਗਰਿਕ ਜਿਹੜੇ ਹੈਗੇ ਜਿਹਨੂੰ ਮੈਂ ਕਹਾਂ ਵੀ ਕਿ ਲਗਭਗ ਹੁਣ 1300 ਦੇ ਕਰੀਬ ਨਾਗਰਿਕ ਹੋਣਗੇ ਜਿਹੜੇ ਇੰਪਰੂਵ ਹੋ ਕੇ ਆਪਣੇ ਵਾਰਸਾਂ ਦੇ ਹਵਾਲੇ ਹੋ ਗਏ, ਇੰਡੀਪੈਂਡੈਂਟ ਲਾਈਫ ਜੀਣ ਦੇ ਕੈਪੇਬਲ ਹੋ ਗਏ। ਵੀ 1950 ਦੇ ਕਰੀਬ ਨਾਗਰਿਕ ਟੋਟਲ ਦਾਖਲ ਹੋਏ ਹਨ, ਅਤੇ ਹੁਣ ਵੀ ਸੈਂਕੜੇ ਨਾਗਰਿਕ ਜਿਹੜੇ ਹੈਗੇ ਉਹਨਾਂ ਦਾ ਇਲਾਜ ਸੰਭਾਲ ਰੀਹੈਬਲੀਟੇਸ਼ਨ ਦਾ ਕੰਮ ਚੱਲ ਰਿਹਾ ਹੈ, ਐਜੂਕੇਸ਼ਨ ਦਾ, ਵੋਕੇਸ਼ਨਲ ਦਾ, ਪੈਰਾਂ 'ਤੇ ਖੜ੍ਹੇ ਕਰਨ ਦਾ, ਹਰ ਇੱਕ ਤਰ੍ਹਾਂ ਦਾ ਇਲਾਜ ਅਤੇ ਐਫਰਟਸ ਚੱਲ ਰਹੀਆਂ ਹੈਗੀਆਂ। ਪੈਸੇ ਦੀ ਇਹਦੇ ਵਿੱਚ ਕੋਈ ਸ਼ੱਕ ਨਹੀਂ, ਲੋੜ ਹੁੰਦੀ ਹੈ, ਪਰ ਜਦੋਂ ਚੱਕ ਕੇ ਪਾਰਲੀਮੈਂਟ ਦੇ ਅੱਗੇ ਅਕਾਊਂਟ ਲੈ ਗਏ ਸਾਡਾ ਜਿਹੜਾ ਕਿ ਸੱਜਣ ਕੋਈ ਵੀ ਬਾਹਰੋਂ ਕੰਟਰੀਬਿਊਟ ਕਰ ਸਕਦਾ ਸੀ, ਉਹ ਕਿੰਨੀ ਦੇਰ ਤੋਂ ਮਾਰਚ ਤੋਂ ਪਹਿਲਾਂ ਦੀਆਂ ਵੀ ਘਟਨਾਵਾਂ ਕੁਛ ਵੀ ਉੱਥੇ ਤੁਸੀਂ ਇਨਕੁਆਇਰੀ ਇੱਕ ਵਾਰ ਕਰ ਲਓ, 2 ਵਾਰ ਕਰ ਲਓ, ਐਡੀ ਵੱਡੀ ਸਰਕਾਰ ਹੁੰਦੀ ਹੈ, ਅਸੀਂ 3 ਚੋਂ ਨਾ 13 ਚੋਂ ਹੈ ਨਾ ਸਰਕਾਰ ਦੇ ਹਿਸਾਬ ਨਾਲ, ਅਤੇ ਲਾਈਕ ਇੰਨੀਆਂ ਕੁਛ ਕਰਨ ਤੋਂ ਬਾਅਦ ਵੀ ਹਾਂ ਠੀਕ ਹੈ ਜੀ, ਸਭ ਕੁਛ ਠੀਕ ਹੈ ਜੀ, ਠੀਕ ਹੈ, ਉਹਨਾਂ ਨੇ ਸਰਟੀਫਿਕੇਟ ਇਸ਼ੂ ਕਰ ਦਿੱਤਾ ਵੀ ਹਾਂ ਠੀਕ ਹੈ ਤੁਸੀਂ
ਇਹ ਫੋਰਨ ਕੰਟਰੀਬਿਊਸ਼ਨ ਦੇ ਵਿੱਚ ਠੀਕ ਹੈ, ਬਿਲਕੁਲ ਐਲੀਜੀਬਲ ਹੈ। ਉਹ ਪਹਿਲਾਂ ਵੀ ਬਥੇਰਾ ਕੁਛ ਹੋ ਗਿਆ, ਹੁਣ ਵੀ ਕਿੰਨੀ ਵਾਰ ਹੋ ਲਿਆ, ਪਰ ਫਿਰ ਵੀ ਡਿਊ ਟੂ ਅਦਰ ਰੀਜ਼ਨ ਕੁਛ ਨਾ ਕੁਛ ਇਹ ਰੁਕਾਵਟਾਂ ਇੱਦਾਂ ਦੀਆਂ ਪੈ ਰਹੀਆਂ ਕਿ ਜਿਹਦੇ ਵਿੱਚ ਸੰਗਤ ਨੂੰ ਸਪੋਰਟ ਕਰਨ ਦੇ ਵਿੱਚ ਮੁਸ਼ਕਲ ਆ ਰਹੀ ਹੈ। ਅਤੇ ਜਿਸ ਦੇ ਵਿੱਚ ਹੁਣ ਸਾਡੇ ਕੋਲ 1,40,00,000 ਦੇ ਲਗਭਗ ਤਾਂ ਇਸ ਵੇਲੇ ਤੁਰੰਤ ਜਿਹੜਾ ਦੇਣ ਵਾਲਾ ਖਰਚਾ ਖੜਾ ਹੈ, ਅਤੇ ਰੋਜ਼ ਦੇ ਖਰਚੇ ਜਿਹੜੇ ਹੈਗੇ ਆ ਉਹ ਰੈਗੂਲਰ ਜਿਹੜੇ ਕਿ ਬੰਦ ਨਹੀਂ ਕੀਤੇ ਜਾ ਸਕਦੇ। ਦੂਜੇ ਪਾਸੇ ਫਲੋ ਇੰਨਾ ਜ਼ਿਆਦਾ ਹੈ, ਜਿਹੜੇ ਲੋੜਵੰਦ ਨਾਗਰਿਕ ਹੈਗੇ ਆ ਜਿਹੜੇ ਕਿ ਆਪਣੇ ਕਹਿ ਲਓ ਵੀ ਇਸ ਤਰ੍ਹਾਂ ਦੇ ਹਾਲਾਤਾਂ 'ਚ ਰੁਲ ਰਹੇ ਆ ਜਿਹਨਾਂ ਨੂੰ ਨਜ਼ਰਅੰਦਾਜ਼ ਕਰਨਾ ਬਹੁਤ ਮੁਸ਼ਕਲ ਹੈ। ਤੀਜੀ ਗੱਲ ਜਿਹੜੀ ਇਹਦੇ 'ਚ ਸਮੱਸਿਆ ਇਹ ਮਹਿਸੂਸ ਅੱਜ ਵੀ ਬੜੀ ਸਵੇਰੇ ਸਰਕਾਰੀ ਡਿਪਾਰਟਮੈਂਟ ਦੇ ਨਾਲ ਇਹ ਗੱਲ ਹੋਈ ਹੈ, ਇੱਕ ਨਾਲ ਨਹੀਂ ਹੋਈ, ਕਈਆਂ ਨਾਲ ਹੋਈ ਹੈ, ਸਿਵਲ ਨਾਲ ਵੀ ਹੋਈ ਹੈ, ਪੁਲਿਸ ਨਾਲ ਵੀ ਹੋਈ ਹੈ ਵੀ ਆਪਾਂ ਸੰਵਿਧਾਨ ਨੂੰ ਥੋੜ੍ਹਾ ਬਹੁਤਾ ਤਾਂ ਤੁਸੀਂ ਵਿਚਾਰੋ ਵੀ ਜਦੋਂ ਤੁਸੀਂ ਕੋਈ ਵੀ ਨਾਗਰਿਕ ਨੂੰ ਸ਼ਿਫਟ ਕਰਨਾ ਹੈ ਉਹਦੇ ਜਿਹੜੇ ਟੈਸਟ ਹੈਗੇ ਆ ਸੰਵਿਧਾਨ 'ਚ ਬੜਾ ਕਲੀਅਰ ਲਿਖਿਆ ਵੀ ਉਹ ਵੀ ਸੇਫ ਹੋਵੇ। ਸਭ ਤੋਂ ਪਹਿਲਾਂ ਉਹਨੂੰ ਹੌਸਪੀਟਲ ਸ਼ਿਫਟ ਕਰਨਾ, ਹੌਸਪੀਟਲ ਦੇ ਵਿੱਚ ਉਹਦੇ ਪ੍ਰੋਪਰ ਟੈਸਟ ਡਾਇਗਨੋਸ ਹੋਏਗੀ, ਫਿਰ ਟ੍ਰੀਟਮੈਂਟ 'ਤੇ ਪਾਉਣਗੇ। ਉਸ ਤੋਂ ਬਾਅਦ ਜੇ ਤਾਂ ਉਹ ਇੰਪਰੂਵ ਹੋ ਗਿਆ, ਵਾਰਸ ਲੱਭ ਕੇ ਉਹਨਾਂ ਦੇ ਹਵਾਲੇ ਹੋ ਜਾਏਗਾ, ਨਹੀਂ ਫਿਰ ਉਹ ਰਿਹੈਬਲੀਟੇਸ਼ਨ ਸੈਂਟਰ ਸ਼ੈਲਟਰ ਹੋਮ ਦੇ ਵਿੱਚ ਬਹੁਤ ਸਾਰੇ ਹੈਗੇ, ਉਹਨਾਂ 'ਚ ਸਾਡਾ ਵੀ ਹੈਗਾ ਵੀ ਤੁਸੀਂ ਫਿਰ ਉਸ ਤੋਂ ਬਾਅਦ ਸ਼ੈਲਟਰ ਹੋਮ ਦੀ ਗੱਲ ਕਰ ਸਕਦੇ ਹੋ। ਸੰਬੰਧਿਤ ਮਹਿਕਮਾ ਜਿਹੜਾ ਜਿਵੇਂ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਹੈ ਉਹਨਾਂ ਦੇ ਕੇਸ ਉਹਨਾਂ ਨੂੰ ਭੇਜ ਦਿਓ, ਜੁਆਇੰਟ ਡਾਇਰੈਕਟਰ ਸੋਸ਼ਲ ਸਿਕਿਉਰਿਟੀ ਨੂੰ ਈਮੇਲ ਕਰ ਦਿਓ। ਕੁਛ ਕੇਸ ਹੁੰਦੇ ਆ ਵੀ ਠੀਕ ਹੈ ਜਿਹੜੇ 18 ਸਾਲ ਤੱਕ ਦੇ ਹੈਗੇ ਆ ਜੁਵੈਨਲ ਜਸਟਿਸ ਐਕਟ ਦੇ ਅੰਦਰ, ਉਹ ਚਾਈਲਡ ਵੈਲਫੇਅਰ ਕਮੇਟੀ ਨੂੰ ਭੇਜਣੇ ਹੁੰਦੇ ਆ। ਕੁਛ ਮੈਂਟਲ ਹਸਪੀਟਲ ਵਾਲੇ ਕੇਸ ਹੁੰਦੇ ਆ, ਪਰਸਨ ਵਿਦ ਡਿਸੇਬਿਲਿਟੀ ਐਕਟ ਵਾਲੇ ਕੇਸ ਹੈਗੇ ਆ, ਕੁਛ ਨਾਰੀ ਨਿਕੇਤਨ ਭੇਜਣ ਵਾਲੇ ਹੁੰਦੇ ਆ ਜਿਨ੍ਹਾਂ ਨੂੰ ਕਿ DSSO ਵੀ ਅਤੇ ਕੋਈ ਵੀ ਜਿਹੜੇ ਨੋਡਲ ਆਫਿਸਰ ਹੈ ਉਹ ਭੇਜ ਸਕਦੇ ਹੈ। ਸੀਨੀਅਰ ਸਿਟੀਜ਼ਨ ਐਕਟ ਜਿਹੜਾ ਹੈਗਾ ਉਹ SDM ਦੇ ਕੋਲ ਪਾਵਰ ਹੁੰਦੀ ਹੈ, SDM ਸਾਹਿਬ ਉਹਨਾਂ ਨੂੰ ਭੇਜ ਸਕਦੇ ਆ। ਹਸਪੀਟਲ ਤਾਂ ਈਮੇਲ ਹੀ ਕਰਨੀ ਹੈ। ਹਸਪੀਟਲ ਨੂੰ ਮੈਂ ਤੁਹਾਡੇ ਥਰੂ ਬੇਨਤੀ ਕਰਦਾ ਹਾਂ, ਮੈਡੀਕਲ ਡਿਪਾਰਟਮੈਂਟ ਨੂੰ, ਪ੍ਰਿੰਸੀਪਲ ਸੈਕਟਰੀ ਹੈਲਥ ਸਾਡੇ ਸਤਿਕਾਰਯੋਗ ਜਿਹੜੇ ਹੈਗੇ ਆ, ਇਹ ਸਾਰੇ ਤੁਸੀਂ ਐਕਟਾਂ ਨੂੰ ਜਾਣਦੇ ਹੋਵੋਗੇ, ਪਰ ਦੁਬਾਰਾ ਫਿਰ ਦੇਖੋ ਖੋਲ ਕੇ ਅਤੇ ਇਹਨਾਂ ਨੂੰ ਸੈਂਸਿਟਾਈਜ਼ ਕਰ ਦਿਓ ਸਾਰੇ ਹਸਪੀਟਲਾਂ ਨੂੰ ਕਿ ਜਦੋਂ ਇਹੋ ਜਿਹਾ ਨਾਗਰਿਕ ਆਉਂਦਾ ਹੈ ਉਸੇ ਵੇਲੇ ਉਹਦੀ ਮਤਲਬ ਅਸੈਸਮੈਂਟ ਕਰਕੇ ਡਾਇਗਨੋਸ ਬਣਾ ਕੇ ਟ੍ਰੀਟਮੈਂਟ 'ਤੇ ਪਾ ਕੇ ਸੰਬੰਧਿਤ ਮਹਿਕਮੇ ਨੂੰ ਈਮੇਲ ਕਰਕੇ ਉਹਨੂੰ ਲੋੜੀਂਦੇ ਜਿੱਥੇ ਵੀ ਬੈੱਡ ਖਾਲੀ ਹੋਵੇ, ਜਿੱਥੇ ਉਹ ਵੀ ਸੇਫ ਹੋਵੇ, ਉਹਦੇ ਲਈ ਲੋੜੀਂਦਾ ਅਰੇਂਜਮੈਂਟ ਵੀ ਹੋਵੇ ਅਤੇ ਉਹਦੀ ਮੈਂਟਲ ਕੰਡੀਸ਼ਨ ਬਿਹੇਵੀਅਰ ਦੇ ਮੁਤਾਬਕ ਦੂਜੇ ਵੀ ਸੇਫ ਹੋਣ। ਇਹਨਾਂ ਚੀਜ਼ਾਂ ਨੂੰ ਯਕੀਨੀ ਬਣਾਉਣ ਦੇ ਵੈਸੇ ਤਾਂ ਐਕਟ 'ਤੇ ਇਹ ਵੀ ਕਹਿੰਦਾ ਹੈਗਾ ਵੀ ਉਹਨਾਂ ਦੀ ਫਾਈਨੈਂਸ਼ੀਅਲ ਹਾਲਤ ਵੀ ਦੇਖਿਓ ਵੀ ਕੀ ਉਹਨਾਂ ਕੋਲ ਹੈਗੇ ਆ। ਸਾਡੇ ਤਾਂ ਹੁਣ ਬਰੈਂਡੇ ਭਰਨ ਤੋਂ ਬਾਅਦ ਸ਼ੈਡਾਂ ਦੇ ਵਿੱਚ ਇੱਕ ਬੈੱਡ 'ਤੇ ਦੋ ਪਾ ਰਹੇ। ਹੁਣ ਮੈਂ ਤੁਹਾਡੇ ਕੋਲ TV ਚੈਨਲ 'ਤੇ ਬੋਲ ਰਿਹਾ, ਦੇਖ ਲਓ ਕਿਉਂ ਮਜਬੂਰੀ ਹੈ, ਸੜਕ 'ਤੇ ਉਹਨਾਂ ਦੇ ਵਿੱਚ ਪਾਉਣ ਤੋਂ ਬਾਅਦ ਵੀ ਥੱਲੇ ਪਏ ਆ। ਪਰ ਸਾਡੇ ਜਿਹੜੇ ਸਤਿਕਾਰਯੋਗ ਨਾਗਰਿਕ ਹੈਗੇ ਉਹਨਾਂ ਦੀਆਂ ਭਾਵਨਾਵਾਂ ਬੜੀਆਂ ਅੱਛੀਆਂ ਹੁੰਦੀਆਂ ਕਿ ਪ੍ਰਭ ਆਸਰਾ ਨੂੰ ਦਾਖਲ ਕਰ ਲੈਣਾ ਚਾਹੀਦਾ, ਦਾਖਲ ਕਰ ਲੈਣਾ ਚਾਹੀਦਾ। ਮੈਂ ਕਿਹਾ ਪਹਿਲਾਂ ਹਸਪੀਟਲ ਨੂੰ ਆਪਣਾ ਕੰਮ ਤਾਂ ਕਰ ਲੈਣ ਦਿਓ, ਡਿਪਾਰਟਮੈਂਟ ਨੂੰ ਆਪਣਾ ਕੰਮ ਤਾਂ ਕਰ ਲੈਣ ਦਿਓ। ਤੁਸੀਂ ਚਾਹੁੰਦੇ ਨੂੰ ਨਹੀਂ ਕਿ ਬੈੱਡ ਮਿਲ ਜੇ, ਅਤੇ ਸ਼ੈਡਾਂ ਦੇ ਵਿੱਚ ਇੰਨੇ ਜ਼ਿਆਦਾ ਨਾਗਰਿਕ ਜਿਹੜੇ ਹੈਗੇ ਆ, ਹੁਣ ਬੱਚਿਆਂ ਵਾਲੇ ਏਰੀਏ ਦੇ ਵਿੱਚ ਸਾਨੂੰ ਪਾਉਣਾ ਪੈ ਰਿਹਾ, ਪਾ ਸਕਦੇ ਹਾਂ ਅਸੀਂ ਕਿਤੇ, ਮੇਲ ਨੂੰ ਉੱਧਰ ਸ਼ਿਫਟ ਕਰਨਾ ਪੈ ਗਿਆ ਅਤੇ ਬੱਚਿਆਂ ਨੂੰ ਕਿਸ ਤਰੀਕੇ ਨਾਲ ਐਡਜਸਟ ਕਰਕੇ ਕਿੱਥੇ ਕਿੱਥੇ ਪਾ ਰਹੇ ਹਾਂ, ਕਦੇ ਦੂਜੇ ਸੈਕਸ਼ਨ 'ਚ ਲਿਆ ਰਹੇ ਹਾਂ, ਕਦੇ ਉਹਨਾਂ ਦੇ ਚਿਲਡਰਨ ਹੋਮ ਦੇ ਵਿੱਚ ਨਹੀਂ ਐਡਜਸਟ ਹੋ ਰਹੇ, ਹਾਈਪਰ ਬੱਚੇ ਹੈਗੇ, ਦੂਜੇ ਬੱਚੇ ਹੈਗੇ ਆ, ਇਨਫੈਂਟਸ ਹੈਗੇ, ਕ੍ਰੈਡਲ ਵਾਲੇ ਹੈਗੇ ਹਨ। ਇਹ ਸਾਰੀ ਸਿਚੁਏਸ਼ਨ ਨੂੰ ਮੈਂ ਬੇਨਤੀ ਕਰਦਾ ਤੁਹਾਡੇ ਥਰੂ ਵੀ ਪ੍ਰਸ਼ਾਸਨ ਜਿਹੜਾ ਹੈਗਾ ਨਾ ਇਹਨੂੰ ਸਟਰੋਂਗਲੀ ਫੀਲ ਕਰੇ ਅਤੇ ਸੰਬੰਧਿਤ ਅਧਿਕਾਰੀਆਂ ਨੂੰ, ਸੰਬੰਧਿਤ ਜਿਹੜੇ ਮਹਿਕਮੇ ਹੈਗੇ ਉਹਨਾਂ ਨੂੰ ਸੈਂਸਿਟਾਈਜ਼ ਕਰੇ, ਸੰਵਿਧਾਨ ਦੇ ਵਿੱਚ ਅਮੈਂਡਮੈਂਟ ਕਰੇ ਲੋੜੀਂਦੀ, ਅਤੇ ਬਜਟ ਬਣਾਵੇ ਉਹਨਾਂ ਜਿਹਦੇ ਨਾਲ ਨਾਗਰਿਕ ਨੂੰ ਤੁਰੰਤ ਹੈਲਪ ਮਿਲ ਸਕੇ। ਆਪਣੇ ਦੇਸ਼ ਵਿੱਚ ਨਾਗਰਿਕ ਲਵਾਰਸ ਨਾ ਹੋਵੇ। ਚੈਰੀਟੇਬਲ ਹਸਪੀਟਲ ਦੀ ਤੁਸੀਂ ਗੱਲ ਕਰ ਰਹੇ ਸੀ, ਪਹਿਲੀ ਗੱਲ ਤੁਸੀਂ ਹੁਣ ਕਰ ਰਹੇ ਸੀ ਜਿਹੜੀ ਗੱਲ ਛੇੜੀ ਸੀ ਵੀ ਹਾਂ ਵਾਕਈ ਬਜਟ ਦੀ, ਮੈਂ ਤੁਹਾਨੂੰ ਦੱਸ ਰਿਹਾ ਵੀ ਅਸੀਂ ਇਸ ਵੇਲੇ ਕਰਜ਼ੇ ਦੇ ਵਿੱਚ ਕਿੰਨੇ 'ਚ, ਔਰ ਫਿਰ ਵੀ ਸਾਡੇ ਉੱਧਰ ਡਾਕਟਰ ਜਿਸ ਤਰੀਕੇ ਨਾਲ ਵੀ ਸਾਡੇ ਸਾਹਮਣੇ ਲੋੜਾਂ ਆ ਰਹੀਆਂ ਨਾ, ਉਹ ਕਹਿੰਦੇ ਕਾਰਡੀਓਲੋਜਿਸਟ ਦੀ ਲੋੜ ਹੈ। ਸਾਡੇ ਬਹੁਤ ਹੀ ਜਿਹੜੇ UK ਤੋਂ ਹੈ ਨਾ ਬੜੇ ਗੋਲਡ ਮੈਡਲਿਸਟ ਕਾਰਡੀਓਲੋਜਿਸਟ ਸਾਡੇ ਕੋਲ ਇੱਥੇ ਸੇਵਾਵਾਂ ਨਿਭਾਉਂਦੇ ਆ। ਉਸ ਤੋਂ ਬਾਅਦ ਜਿਹੜੇ ਨਿਊਰੋ ਸਰਜਨ ਹੈਗੇ ਆ ਉਹ ਸਾਡੇ ਕੋਲ ਵਿਚਾਰੇ ਇੱਥੇ ਸੇਵਾਵਾਂ ਨਿਭਾਉਂਦੇ ਆ, ਜਿਹੜੇ ਕਿ ਸਾਨੂੰ ਤੁਹਾਨੂੰ ਪਤਾ ਵੀ ਨਿਊਰੋ ਸਰਜਨ ਲੱਭਣੇ ਅਦਰਵਾਈਜ਼ ਕਿੰਨੇ ਸਪਾਈਨ ਦੇ ਬ੍ਰੇਨ ਦੇ ਕਿੰਨੇ ਔਖੇ ਆ। ਪਰ ਅਸੀਂ ਚਾਹੁੰਦੇ ਹਾਂ ਵੀ ਜਿੱਥੇ ਇਹਨਾਂ ਨਾਗਰਿਕਾਂ ਦੀ ਵੱਡੇ ਪੱਧਰ 'ਤੇ ਲੋੜ ਹੈਗੀ ਹੈ, ਜਿਹੜੇ ਬੇਵਾਸਤੇ ਲਾਚਾਰ ਜਿਹਨੂੰ ਠੀਕ ਹੋਣ ਦਾ ਮੌਕਾ ਨਹੀਂ ਮਿਲਦਾ, ਉਸ ਤੋਂ ਬਾਅਦ ਐਮਰਜੈਂਸੀ ਹਾਲਾਤਾਂ ਦੇ ਵਿੱਚ ਦੂਜੇ ਨਾਗਰਿਕਾਂ ਦੀਆਂ ਜਾਨਾਂ ਬਚਾਉਣੀਆਂ। ਚੈਰੀਟੇਬਲ ਦਾ ਮਤਲਬ ਪਹਿਲਾਂ ਇਹ ਦੇਖੋ, ਇਹਨੂੰ ਕੰਪੇਅਰ ਕਰੋ ਤੁਸੀਂ ਦੂਜੇ ਚੈਰੀਟੇਬਲ ਨਾਲ ਜਿਹੜੀ ਗੱਲ ਕਰ ਰਹੇ ਸੀ। ਇਹ ਸਾਡਾ ਮਿਸ਼ਨ ਤੀਜਾ ਆ ਗਿਆ ਜਿਨ੍ਹਾਂ ਦੀ ਪਹੁੰਚ ਤੋਂ ਪਰੇ ਚਲਾ ਗਿਆ ਇਲਾਜ, ਹੈ ਨਾ, ਜਿਹਦੇ ਵਿੱਚ ਤੁਹਾਨੂੰ ਲੱਗਦਾ ਵੀ ਡਾਕਟਰ ਠੀਕ ਵੀ ਹੈਗੇ ਆ, ਬੜੇ ਚੰਗੇ ਵੀ ਹੈਗੇ ਆ, ਪਰ ਡਾਕਟਰ ਦੂਜਾ ਲੁੱਟ ਖਸੁੱਟ ਵਾਲਾ ਕੰਮ ਵੀ ਇਹ ਵੀ ਸਾਡੇ ਸਮਾਜ ਦੇ ਵਿੱਚ ਬਹੁਤ ਸਾਰਾ ਸਾਹਮਣੇ ਆ ਚੁੱਕਿਆ ਹੈ ਨਾ। ਮਤਲਬ ਜਿੱਥੇ ਮਰੀਜ਼ਾਂ ਨੂੰ ਲਿਆ ਜਾ ਰਿਹਾ ਪਰ ਉਸਦੇ ਨਾਲ ਹੀ ਨਾਲ ਵੱਡੇ ਵੱਡੇ ਬਿੱਲ ਵੀ ਬਣਾਏ ਜਾ ਰਹੇ ਨੇ। ਵੱਡੇ ਬਿੱਲ ਦਾ ਵੱਡਾ ਸ਼ਬਦ ਛੋਟਾ ਹੋ ਗਿਆ। ਵੱਡੇ ਬਿੱਲ ਦਾ ਮਤਲਬ ਗੌਰਮੈਂਟ ਉਹਨੂੰ ਕਹਿ ਰਹੀ ਹੈ ਵੀ ਨਹੀਂ ਪੈਸੇ ਨਹੀਂ ਲੈ ਸਕਦੇ, ਉਹ ਲੈ ਰਹੇ ਹੈ ਪਰ ਉੱਥੇ ਐਕਸ਼ਨ ਨਹੀਂ ਹੋ ਰਿਹਾ। ਤੁਸੀਂ ਸਾਨੂੰ ਇੰਨਾ ਰੋ ਕੇ ਦੱਸ ਰਹੇ ਹਾਂ ਵੀ ਅਸੀਂ ਮਕਾਨ ਵੀ ਗਿਰਵੀ ਰੱਖ ਦਿੱਤਾ, ਅਸੀਂ ਇਹਦੇ 'ਤੇ ਵੀ ਇੰਨਾ ਕੁਛ ਸਾਡਾ ਵਿਕ ਗਿਆ, ਡੇਲੀ ਦਾ 50,000 ਰੁਪਇਆ ਲੈ ਰਹੇ ਹਾਂ, ਕੋਈ ਦੱਸ ਰਿਹਾ ਸਾਤੋਂ 35,000 ਰੁਪਇਆ ਲੈ ਰਹੇ ਹਾਂ। ਮਤਲਬ ਉਹਨਾਂ ਨੇ ਕਿਸ ਚੀਜ਼ ਦਾ 35,000 ਰੁਪਇਆ ਲੈ ਰਹੇ ਆ, ਐਕਸਪਲੇਨ ਕਰਨਾ ਉਹਨੂੰ, ਗੌਰਮੈਂਟ ਉਹਨੂੰ ਪੁੱਛੇ
ਵੀ ਸਾਡੇ ਦੇਸ਼ ਦਾ ਨਾਗਰਿਕ ਹੈਗਾ, ਅਸੀਂ ਤੁਹਾਨੂੰ ਅਲਾਓ ਕੀਤਾ ਇੱਥੇ, ਤੇ ਗਵਰਨਮੈਂਟ ਦੇ ਕੋਲ ਪਾਵਰ ਹੈ ਆਪਣੇ ਦੇਸ਼ ਦਾ ਨਾਗਰਿਕ, ਉਹਦੇ ਲਈ ਪ੍ਰਾਇੋਰਟੀ ਹੋਣੀ ਚਾਹੀਦੀ ਹੈ। ਤੇ ਇਸ ਕਰਕੇ ਗਵਰਨਮੈਂਟ ਨੂੰ ਇਹ ਜਿਹੜਾ ਤੁਸੀਂ ਗੱਲ ਕਰਦੇ ਸੀ ਵੀ ਕਿਉਂ ਨਹੀਂ ਹੋ ਰਿਹਾ, ਕਿਉਂਕਿ ਉਹਨਾਂ ਦੀ ਪ੍ਰਾਇੋਰਟੀ ਲਿਸਟ 'ਚ ਨਹੀਂ ਆਏ, ਕਿ ਇਹਨਾਂ ਦੀਆਂ ਵੋਟਾਂ ਨਹੀਂ ਹੈਗੀਆਂ। ਵੋਟਾਂ ਲਾਈਕ ਇਹਨਾਂ ਦੀਆਂ ਐਸੀ ਗੱਲ ਨਹੀਂ ਹੈਗੀਆਂ ਜੇ ਡਿਪਰੈਸ਼ਨ ਜਿਹੜਾ ਹੁਣ ਇਸ ਵੇਲੇ ਡਿਪਰੈਸ਼ਨ ਸਭ ਤੋਂ ਵੱਡੀ ਬਿਮਾਰੀ ਬਣੀ ਹੋਈ ਹੈ, ਸਭ ਤੋਂ ਵੱਡੀ ਸਮੱਸਿਆ ਹੈਗੀ ਹੈ। ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਪਰ ਜਿਹੜੇ ਜ਼ਿਆਦਾ ਸੀਰੀਅਸ ਹੋ ਗਏ ਨਾ ਉਹਦੇ ਬਾਰੇ ਵੀ ਹੁਣ ਚਰਚਾ ਜਦੋਂ ਮੈਂ ਗੱਲਬਾਤ ਕਰਦਾ ਹਾਂ ਤਾਂ ਇੱਥੋਂ ਤੱਕ ਹੈ ਵੀ 6% ਲੋਕ ਹੈ ਜਿਹੜੇ ਕਿਸੇ ਵੇਲੇ ਵੀ ਸੁਸਾਈਡ ਕਰ ਸਕਦੇ, ਤੇ ਕਰੋੜਾਂ ਦੀ ਆਬਾਦੀ ਹੈ ਨਾ, 1 ਕਰੋੜ ਮਗਰ 6 ਲੱਖ ਹੋ ਗਏ ਜੀ, ਤੇ ਫਿਰ ਕਿੰਨੇ ਲੱਖ ਲੋਕ ਹੈ ਜਿਹਨਾਂ ਨੂੰ ਤੁਰੰਤ ਹਸਪੀਟਲਾਈਜ਼ ਕਰਨ ਦੀ ਲੋੜ ਹੈ। ਮਤਲਬ 6% ਕਹਿਣ ਦੇ ਵਿੱਚ ਕਈ ਵਾਰ ਛੋਟਾ ਲੱਗਦਾ ਹੈ, ਪਰ ਗਿਣਤੀ ਕਰਕੇ ਦੇਖੀ ਜਾਵੇ ਤਾਂ 6% ਇੰਡੀਆ ਦੇ ਵਿੱਚ ਬਹੁਤ ਵੱਡੀ ਗਿਣਤੀ ਹੈ ਜਿਹੜੇ ਇਨਸਾਨ ਡਿਪਰੈਸ਼ਨ। ਪੰਜਾਬ 'ਚ ਹੀ ਦੇਖ ਲਓ, ਜੇ ਤੁਸੀਂ 3 ਕਰੋੜ ਦੀ ਆਬਾਦੀ ਕਹਿੰਦੇ 2 ਦੀ ਉਹ ਲਾ ਲਓ, 2 ਦੇ ਵਿੱਚੋਂ ਵੀ 6 ਕਰੋੜ ਕਰੋ, ਮਤਲਬ 6% ਕਰੋਗੇ 12 ਲੱਖ ਹੋ ਗਏ। 12 ਲੱਖ ਵੀ ਛੱਡ ਦਿਓ ਤੁਸੀਂ, ਇਹ ਤਾਂ ਫਿਗਰਸ ਹੈ ਨਾ, 12 ਲੱਖ ਵੀ ਛੱਡ ਦਿਓ, 1 ਲੱਖ ਨੂੰ ਲਾ ਲਓ। ਤੁਸੀਂ 1000 ਨੂੰ ਸੰਭਾਲਣ ਦਾ ਅਰੇਂਜਮੈਂਟ ਨਹੀਂ ਕੀਤਾ, ਤੇ ਵਿਕਾਸ ਕਿਹੜੇ ਕਿਸ ਆਧਾਰ ਤੇ ਕਹਿੰਦੇ ਤੁਸੀਂ ਵਿਕਾਸ? ਜਿਹੜੇ ਬੱਚੇ ਵਿਚਾਰੇ ਕਮਜ਼ੋਰ ਹੋ ਗਏ, ਹੁਣ ਸਟ੍ਰੈਸ ਕਰਕੇ ਮਾਂ-ਬਾਪ ਜਿਹੜੇ ਹੈਗੇ ਇਦਾਂ ਦੇ ਹਾਲਾਤ, ਕੱਲ ਨੂੰ ਬੱਚੇ ਨੇ ਜਨਮ ਲਿਆ, ਉਹ ਮੈਂਟਲੀ ਵਿਚਾਰਾ ਥੋੜਾ ਕਮਜ਼ੋਰ ਹੈਗਾ, ਹੁਣ ਮਾਂ-ਬਾਪ ਨੇ ਚਲੇ ਜਾਣਾ, ਉਹਨਾਂ ਬੱਚਿਆਂ ਨੂੰ ਕੌਣ ਸੰਭਾਲੇਗਾ? ਸਰਕਾਰ ਨੇ ਕਿੱਥੇ ਅਰੇਂਜਮੈਂਟ ਕੀਤਾ? ਅੱਜ ਸਵੇਰ ਦਾ ਫਿਰ ਮੈਨੂੰ ਇਨਸਿਸਟ ਕਰੀ ਜਾ ਰਹੇ ਹੈਗੇ ਆ ਕਿ ਇੰਨੇ ਰਸ਼ ਦੇ ਵਿੱਚ ਮੈਂ ਕਿਹਾ ਬੱਚੇ ਟੀਵੀ ਵਾਲੇ ਵੀ ਸਾਡੇ ਕੋਲ ਪਹੁੰਚੇ ਹੋਏ ਆ, ਬੱਚਿਆਂ ਨੂੰ ਲੱਗ ਕਿੱਦਾਂ ਕਰੀਏ? ਤੇ ਉਹਦੇ ਵਿੱਚ ਅਲੱਗ-ਅਲੱਗ ਹਾਲਤਾਂ ਵਾਲੇ ਵਿੱਚ ਤੁਸੀਂ ਕਈ ਵਾਰੀ ਇਸ ਚੀਜ਼ ਦੇ ਉੱਤੇ ਆਵਾਜ਼ ਚੁੱਕੀ ਹੈ, ਸਰਕਾਰ ਦੇ ਨਾਲ, ਪ੍ਰਸ਼ਾਸਨ ਦੇ ਨਾਲ ਤੁਸੀਂ ਗੱਲਬਾਤ ਵੀ ਕੀਤੀ ਹੈ ਕਿ ਤੁਹਾਨੂੰ ਜਿਹੜੀਆਂ ਦਿੱਕਤਾਂ ਆ ਰਹੀਆਂ, ਸੋ ਹੁਣ ਕਿੱਥੇ ਤੱਕ ਪਹੁੰਚਿਆ ਉਹਦਾ ਸੋਲੂਸ਼ਨ, ਕਿੱਥੇ ਤੱਕ ਤੁਹਾਨੂੰ ਮਦਦ ਸਰਕਾਰ ਵੱਲੋਂ ਮਿਲ ਪਾ ਰਹੀ ਹੈ, ਨਹੀਂ ਮਿਲ ਪਾ ਰਹੀ, ਉਹਦੇ ਉੱਤੇ ਕੀ ਕਾਰਵਾਈ ਹੋ ਰਹੀ ਹੈ ਜੋ ਤੁਹਾਡੀਆਂ ਰਿਕੁਐਸਟਾਂ ਨੇ? ਜਿਵੇਂ ਤੁਸੀਂ ਕਿਹਾ ਕਿ ਕਾਫੀ ਕਰਜ਼ਾ ਵੀ ਜਿਹੜਾ ਹੈਗਾ, ਪਰ ਉਸਦੇ ਨਾਲ ਹੀ ਨਾਲ ਸੇਵਾ ਕਰਨਾ ਵੀ ਜ਼ਰੂਰੀ ਹੈ, ਕੇਸਿਸ ਨਵੇਂ ਵੀ ਆ ਰਹੇ ਨੇ, ਨਵੇਂ ਵੀ ਪੇਸ਼ੈਂਟਸ ਆ ਰਹੇ ਨੇ, ਪਰ ਗੱਲ ਉਹੀ ਹੈ ਕਿ ਪਿਛਲੇ ਕਰਜ਼ੇ ਵੀ ਉਤਾਰਨੇ ਨੇ ਤੇ ਅੱਜ ਵਾਲੀਆਂ ਲੋੜਾਂ ਵੀ ਪੂਰੀਆਂ ਕਰਨੀਆਂ ਨੇ। ਤਾਂ ਜਿਹੜਾ ਪੈਸਾ ਆਉਣ ਦਾ ਪ੍ਰੋਸੈਸ ਹੈਗਾ, ਉਹਦੇ ਵਿੱਚ ਹੁਣ ਤੱਕ ਕੋਈ ਕਦਮ ਚੁੱਕਿਆ ਗਿਆ? ਨਹੀਂ ਉੱਠਿਆ। ਕਾਫੀ ਲੱਗ ਰਹੀਆਂ ਹੈਗੀਆਂ, ਹੈ ਨਾ। ਤੁਹਾਡੀ ਗੱਲ ਨੂੰ ਮੈਂ ਹੋਰ ਤਰੀਕੇ ਨਾਲ ਲੈ ਰਿਹਾ, ਮੇਰਾ ਐਂਗਲ ਇਹ ਹੈਗਾ, ਮੇਰੀ ਕੋਈ ਪ੍ਰੋਬਲਮ ਨਹੀਂ ਹੈਗੀ, ਪ੍ਰੋਬਲਮ ਹੈਗੀ ਦੇਸ਼ ਦੇ ਨਾਗਰਿਕ ਦੀ, ਔਰ ਦੇਸ਼ ਦਾ ਨਾਗਰਿਕ ਜਿਹੜਾ ਹੈਗਾ ਉਹ ਸਰਕਾਰ ਦੀ ਰਿਸਪੌਂਸਿਬਿਲਿਟੀ ਹੈ। ਪ੍ਰੋਬਲਮ ਆ ਰਹੀ ਹੈ, ਪ੍ਰੋਬਲਮ ਇਹ ਹੈ ਕਿ ਉਹ ਆਪਣੀ ਰਿਸਪੌਂਸਿਬਿਲਿਟੀ ਨਹੀਂ ਸਮਝ ਰਹੇ। ਪ੍ਰੋਬਲਮ ਹੈਗੀ ਹੈ ਸਰਕਾਰ ਨੂੰ। ਅਸੀਂ ਕਹਿੰਦੇ ਹਾਂ ਵੀ ਸਰਕਾਰ ਨੂੰ ਅਸੀਂ ਕੀ ਹੈਲਪ ਕਰੀਏ, ਤੁਸੀਂ ਕੀ ਹੈਲਪ ਚਾਹੁੰਦੇ ਹੋ ਤਾਂ ਕਿ ਤੁਸੀਂ ਆਪਣੇ ਸੰਵਿਧਾਨਕ ਡਿਊਟੀਆਂ ਨਾਗਰਿਕ ਪ੍ਰਤੀ ਪੂਰੀਆਂ ਕਰ ਸਕੋ, ਅਸੀਂ ਕੀ ਕਰੀਏ? ਸੋ ਤੁਹਾਡੇ ਕਹਿਣ ਦਾ ਮਤਲਬ ਕਿ ਪ੍ਰਭ ਆਸਰਾ ਤੇ ਸਰਕਾਰ ਦੇ ਲਈ ਇੱਕ ਹੈਲਪਿੰਗ ਹੈਂਡ ਹੈ। ਨਹੀਂ ਹੋਰ ਕੀ ਹੈ, ਮੈਨੂੰ ਦੱਸ ਹੀ ਦੇਵੇ, ਕੋਈ ਵੀ ਸੱਜਣ ਮੈਨੂੰ ਦੱਸ ਦੇਵੇ, ਸਰਕਾਰ ਦਾ ਨੁਮਾਇੰਦਾ ਮੇਰੇ ਨਾਲ ਡਿਬੇਟ ਤੇ ਆ ਕੇ ਮੈਨੂੰ ਦੱਸ ਦੇਵੇ ਵੀ ਦੇਸ਼ ਦੇ ਵਿੱਚ ਮੋਹਾਲੀ 7-7 ਕਰੋੜ ਦੀਆਂ 8-8 ਕਰੋੜ ਦੀਆਂ ਕੋਠੀਆਂ 'ਚ ਬੰਦੇ ਪਏ ਆ, ਤੜਫ ਰਹੇ ਆ, ਨਹੀਂ ਚੱਕ ਰਹੇ, ਕਹਿੰਦੇ ਕੌਣ ਜ਼ਿੰਮੇਵਾਰੀ ਲਏਗਾ? ਤੜਫ ਰਹੇ ਆ, ਕਿਸੇ ਨੂੰ ਪੈਰਾਲਾਈਸਿਸ ਹੋਇਆ ਹੈ ਨਾ, ਕੋਈ ਡਿਪਰੈਸ਼ਨ ਤੋਂ ਪੀੜਦਾ, ਕਿਸੇ ਦੇ ਬੱਚੇ ਛੋਟੇ-ਛੋਟੇ। ਇਹਨਾਂ ਹਾਲਾਤਾਂ ਦੇ ਵਿੱਚ ਮਤਲਬ ਜੇਕਰ ਕੋਈ ਰੁਲ ਰਿਹਾ ਨਾਗਰਿਕ, ਇੰਨਾ ਅਮੀਰ ਸ਼ਹਿਰ ਹੈਗਾ, ਤੇ ਜਿਹਦੇ ਵਿੱਚ ਤੁਸੀਂ ਦੇਖਿਓ, ਮੈਂ ਕੱਲ ਵੀ ਪਤਾ ਕਰ ਰਿਹਾ ਸੀ, ਮੈਂ ਕਿਹਾ ਇਹਦੇ ਵਿੱਚ ਬਜ਼ੁਰਗ ਆਪਣੇ ਘਰ ਦਾ ਰਸਤਾ ਭੁੱਲ ਜਾਵੇ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿੱਚ ਕਿੱਥੇ ਰਹੂਗਾ ਰਾਤ ਨੂੰ? ਜੀ ਕੁਛ ਵੀ ਸਾਹਮਣੇ ਨਹੀਂ ਆਇਆ ਮੈਨੂੰ, ਕੁਛ ਵੀ। ਕਹਿੰਦਾ ਜੀ ਲਾਈਕ ਜਿੱਥੇ ਫਾਇਰ ਸਟੇਸ਼ਨ ਹੈਗਾ, ਇੱਕ ਫੇਸ ਹੈਗਾ ਫਲਾਣਾ, ਮੈਂ ਕਿਹਾ ਵੀ ਹਾਂ ਦੇਖਿਓ ਉੱਥੇ ਹੈਗਾ ਕੋਈ ਬੈੱਡ? ਮਤਲਬ ਸਰਕਾਰ ਕਾਨੂੰਨ ਦੇ ਰਖਵਾਲੇ, ਕਾਨੂੰਨ ਨੂੰ ਜੇ ਛਿੱਕੇ ਟੰਗਣ ਲੱਗ ਜਾਣ ਤੇ ਨਾਗਰਿਕ ਦਾ ਬਣੂਗਾ ਕੀ? ਕਿ ਤੁਸੀਂ ਹੋਰ ਵੀ ਗੱਲ ਕਰ ਰਹੇ ਸੀ ਸ਼ਾਇਦ ਕਿ ਇਹਦਾ ਕਾਰਨ ਕੀ ਹੈ ਨਾ, ਕਾਰਨ ਕੀ ਹੈ? ਆਚਾਰ ਦੇ ਵਿੱਚ ਆਚਾਰ ਭ੍ਰਿਸ਼ਟ ਜਾਵੇ, ਜਦੋਂ ਭ੍ਰਿਸ਼ਟਾਚਾਰ ਵੱਧ ਜਾਵੇ ਤੇ ਟੋਟਲ ਬਜਟ ਦੇ ਵਿੱਚ ਕੀ ਸਾਡਾ ਦੇਸ਼ ਦਾ ਨਾਗਰਿਕ ਅੱਜ ਵੀ ਜੇ ਬੇਬਸ ਲਾਚਾਰ ਹੋ ਕੇ ਸੜਕ ਤੇ ਰੁਲਦਾ, ਜੇ ਕਮੀਜ਼ ਕੋਈ ਦਿੰਦਾ ਉਹਨੂੰ, ਉਹਦੇ ਪਰ ਵੀ ਟੈਕਸ ਪੇ ਹੋ ਰਿਹਾ, ਜੇ ਉਹਨੂੰ ਰੋਟੀ ਖਵਾਉਂਦਾ ਉਹਦੇ ਪਰ ਵੀ ਟੈਕਸ ਪੇ ਹੋ ਰਿਹਾ। ਇੱਕ ਤਰ੍ਹਾਂ ਦਾ ਟੈਕਸ ਥੋੜਾ ਹੈਗਾ। ਇੰਨੇ ਤਰ੍ਹਾਂ ਦੇ ਟੈਕਸ ਪੇ ਕਰਨ ਤੋਂ ਬਾਅਦ ਬੰਦਾ ਆਪਣੇ ਦੇਸ਼ ਦੇ ਵਿੱਚ ਲਵਾਰਸ ਹੋ ਕੇ ਰੁਲੇ ਤੇ ਮਤਲਬ ਇਸ ਦੇਸ਼ ਦੇ ਉੱਤੇ ਬਹੁਤ ਵੱਡਾ ਲੋਕਤੰਤਰ ਦੇ ਉੱਤੇ ਕੁਐਸਚਨ ਮਾਰਕ ਨਹੀਂ ਹੈਗਾ। ਕਦੋਂ ਤੱਕ ਰੁਲਦੇ ਰਹਿਣਗੇ ਇਹ ਨਾਗਰਿਕ? ਕਦੋਂ ਤੱਕ ਸਵਾਰਥੀ ਲੋਕਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੁੰਦੇ ਰਹਿਣਗੇ? ਕਦੋਂ ਤੱਕ 10 ਸਾਲ ਦੀ ਨਹੀਂ, 10 ਸਾਲ ਤੇ ਨੀਚੇ ਵਾਲੀਆਂ ਬੱਚੀਆਂ ਵੀ ਸਾਡੇ ਕੋਲ ਰੇਪ ਤੋਂ ਪੀੜਤ ਆ ਗਈਆਂ। 10 ਸਾਲ ਤੋਂ ਨੀਚੇ, 10 ਸਾਲ ਦੀ ਬੱਚੀ ਜਨਮ ਦੇ ਰਹੀ ਹੈ, ਉਹਦੀ ਹਾਲਤ ਨਹੀਂ ਦੇਖੀ ਜਾ ਰਹੀ, ਕੌਣ ਜ਼ਿੰਮੇਵਾਰ ਹੈ? 70 ਸਾਲ ਦੀ ਵੀ 80 ਸਾਲ ਦੀ ਔਰਤ ਵੀ ਰੇਪ ਤੋਂ ਪੀੜਤ ਆ ਰਹੀ ਹੈ, ਕੌਣ ਜ਼ਿੰਮੇਵਾਰ ਹੈ ਉਹਦੇ ਲਈ? ਇੰਨੇ ਸਾਲ ਔਰਤ ਸੜਕ ਤੇ ਰੁਲਦੀ ਹੈ ਕਿ ਉਸ ਜਿਹੜਾ ਜਿਹਦੀ ਜੁਰਿਡਿਕਸ਼ਨ 'ਚ ਪੈਂਦਾ ਹੈ ਉਹਦੇ 'ਚ ਪੁਲਿਸ ਵੀ ਹੈਗੀ ਤੇ ਉਹ 'ਚ ਸਿਵਲ ਵੀ ਹੈਗਾ। ਤੇ ਉਹ ਕਿਉਂ? ਮਤਲਬ ਪਿਛਲੇ ਮੈਂ ਤੁਹਾਨੂੰ ਘਟਨਾਵਾਂ ਦੱਸਾਂ ਤੇ ਮੈਂ ਕਿਹਾ ਆਹ ਬੱਚੀ ਜਿਹੜੀ ਹੈਗੀ ਲਾਈਕ ਇਹਦੀ 22-23 ਸਾਲ ਦੀ ਉਮਰ ਹੈਗੀ ਹੈ ਤੇ ਪ੍ਰੈਗਨੈਂਟ ਹੈਗੀ ਹੈ, ਕਿਸੇ ਵੇਲੇ ਵੀ ਬੱਚੇ ਨੂੰ ਪਹਿਲੇ ਦੀ ਡਿਲੀਵਰੀ ਹੋ ਸਕਦੀ ਹੈਗੀ ਹੈ। ਕੋਈ ਪਹਿਲਾਂ ਤਾਂ ਪ੍ਰਸ਼ਾਸਨ ਨੇ ਫੋਨ ਚੱਕੇ ਤੇ ਉਸ ਤੋਂ ਬਾਅਦ ਉਹਨਾਂ ਨੇ ਫੋਨ ਚੱਕਣੇ ਬੰਦ ਕਰ ਦਿੱਤੇ ਤੇ ਸਾਡੇ ਕੋਲ 6 ਦਿਨ ਉਹ ਕਹਿੰਦੀ ਵੀ ਜੀ ਮੈਂ ਐਸੇ ਮਾਹੌਲ 'ਚ ਨਹੀਂ ਰਹਿ ਸਕਦੀ, ਹਾਲਾਤ ਦੇ ਪਿੱਛੇ ਇੱਦਾਂ ਦੇ ਵੀ ਉਹਦੇ ਕੋਲ ਕੋਈ ਰਹਿਣ ਨੂੰ ਜਗ੍ਹਾ ਨਹੀਂ ਹੈਗੀ ਤੇ ਉਸ ਦੇ ਵਿੱਚ ਮਤਲਬ ਹਾਲਾਤ ਐਸੇ ਹੈਗੇ, ਮੈਂਟਲੀ ਉਹ ਬਿਲਕੁਲ ਠੀਕ ਹੈਗੀ ਹੈ ਜੀ। ਤੇ ਪਰਿਵਾਰ ਜਿਹੜਾ ਸੀ ਉਹਦਾ ਲਾਈਕ ਉਹਨੇ ਜਿਹੜਾ ਉਸ ਦੇ ਵਿੱਚ ਜਿਹੜੇ ਰਿਸ਼ਤੇਦਾਰ ਸੀ
ਲੈਣ ਨੂੰ ਤਿਆਰ ਨਹੀਂ ਸੀ। ਅਗਲੇ ਘਰ ਦੇ ਆਪਣੇ ਆਪਣੇ ਹਾਲਾਤ ਹੁੰਦੇ ਆ ਤੇ ਉਹਦੇ ਵਿੱਚ ਮਤਲਬ ਪ੍ਰਸ਼ਾਸਨ ਨੇ ਬੁਰੀ ਤਰ੍ਹਾਂ ਹੱਥ ਖੜੇ ਕਰ ਦਿੱਤੇ। ਤੇ ਫਿਰ ਜਦੋਂ ਮੈਂ ਜ਼ਿਆਦਾ ਲਾਈਕ ਇਹਦੇ ਮੈਸੇਜ ਛੱਡੇ ਤੇ ਉਹਦੇ ਵਿੱਚ ਫਿਰ ਪੁਲਿਸ ਪ੍ਰਸ਼ਾਸਨ ਆਇਆ। ਮੈਂ ਕਿਹਾ ਜੀ ਲਾਈਕ ਇਹ ਬੱਚੀ ਇਹਨੂੰ ਚਾਹੀਦਾ ਹੈ ਨਾਰੀ ਨਿਕੇਤਨ, ਨਾਰਮਲ ਹੈ ਨਾ, ਮੈਂਟਲੀ ਨਾਰਮਲ ਹੈ ਇਹ, ਵੀ ਇਹਨਾਂ ਨੂੰ ਉੱਥੇ ਭੇਜੋ ਜਿੱਥੇ ਇਹਨਾਂ ਦੇ ਲਈ ਲੋੜੀਂਦਾ ਵਾਤਾਵਰਨ ਹੋਵੇ। ਸਾਡੇ ਕੋਲ ਤਾਂ ਇੱਕ ਬੈੱਡ ਦੇ ਉੱਤੇ ਦੋ ਵਿਚਾਰੇ ਡਿਪਰੈਸ਼ਨ ਵਾਲੇ ਤੇ ਇੰਟੈਲੈਕਚੁਅਲ ਡਿਸੇਬਿਲਿਟੀ ਵਾਲੇ ਹੈ। ਪਹਿਲੀ ਗੱਲ ਤਾਂ ਇੰਟੈਲੈਕਚੁਅਲ ਡਿਸੇਬਿਲਿਟੀ ਤੇ ਮਤਲਬ ਮੈਂਟਲ ਇਲਨੈਸ ਨੂੰ ਇਕੱਠਾ ਕਿਉਂ ਕੀਤਾ? ਇਹ ਸੰਵਿਧਾਨ ਦੀ ਸ਼ਰੇਆਮ ਉਲੰਘਣਾ ਹੈ। ਹੁਣ ਆਪਾਂ ਟੀਵੀ ਤੇ ਗੱਲ ਕਰ ਰਹੇ ਹਾਂ ਜੀ, ਤੇ ਸੰਵਿਧਾਨ ਦੀ ਸ਼ਰੇਆਮ ਉਲੰਘਣਾ ਤੇ ਫਿਰ ਕਿਉਂ ਕਰਨ ਦੀ ਲੋੜ ਪੈ ਰਹੀ ਹੈਗੀ ਹੈ ਨਾ? ਕੀ ਗੱਲ ਹੋ ਗਈ? ਕਿਉਂ ਨਹੀਂ ਲੋੜੀਂਦਾ ਬਜਟ ਮੈਂਟਲ ਹੈਲਥ ਲਈ ਕਿਉਂ ਨਹੀਂ ਲੋੜੀਂਦਾ ਬਜਟ? ਕਿਉਂ ਨਹੀਂ ਇਨਫਰਾਸਟ੍ਰਕਚਰ ਬਣਾਇਆ ਜਾਂਦਾ? ਕਦੋਂ ਬਣੂਗਾ? ਸਭ ਤੋਂ ਵੱਡੀ ਬੇਸਿਕ ਨੀਡ ਹੈ ਜੀ ਹੈਲਥ ਹੋਏਗੀ, ਐਜੂਕੇਸ਼ਨ ਹੋਏਗੀ, ਵਿਕਾਸ ਤਾਂ ਹੀ ਹੋਊਗਾ ਨਾ। ਹੁਣ ਨਾਲੀਆਂ ਬਾਰ-ਬਾਰ ਪੱਕੀਆਂ ਕਰਾ ਦੂੰ, ਕਿੰਨੀ ਵਾਰ ਪੱਕੀਆਂ ਕਰਾਈ ਜਾਊਂਗੇ? ਹੋ ਤਾਂ ਗਈਆਂ ਉਹ ਪੱਕੀਆਂ। ਹੁਣ ਇੱਦਾਂ ਹੀ ਦਰਖਤ ਲਗਾਈ ਜਾਂਦੇ ਹੋ। ਮੈਂ ਕਿਹਾ ਦਰਖਤ ਕਿੰਨੇ ਲੱਖ ਲੱਗ ਜੂਗਾ ਇੱਥੇ? ਮੈਂ ਕਿਹਾ ਇਹ ਪਿਛਲੀ ਵਾਰ ਵੀ ਇੰਨੇ ਲੱਖ ਲੱਗੇ ਸੀ, ਉਹ ਕਿੱਥੇ ਹੈ? ਨਹੀਂ ਕਹਿੰਦੇ ਇੰਨੇ ਲੱਖ ਇਸ ਵਾਰ ਲਾਇਆ। ਮੈਂ ਕਿਹਾ ਉਹ ਪਹਿਲਾਂ ਕਿੱਥੇ ਗਿਆ? ਮਤਲਬ ਇਹ ਹਾਲਾਤ ਬੜੇ ਹੋਏ ਆ ਸਾਡੇ ਦੇਸ਼ ਦੇ। ਤੇ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ, ਤੁਹਾਡੀ ਗੱਲ ਜਿਹੜੀ ਸੀ ਵੀ ਸੱਚੋ ਰ ਸਭ ਕੋ ਉੱਪਰ ਸੱਚ ਆਚਾਰ, ਗੱਲੀਆਂ ਸੀ ਚੰਗੀਆਂ ਚਾਰੀ ਬੁਰੀਆਂ, ਸੱਚੋ ਰ ਸਭ ਕੋ ਉੱਪਰ ਸੱਚ ਆਚਾਰ ਦੇ ਵਿੱਚ ਜਦੋਂ ਮਤਲਬ ਇਹ ਜਿਸ ਵੇਲੇ ਵੀ ਕਰਪਸ਼ਨ ਆ ਜਾਂਦੀ ਹੈ ਨਾ, ਉਸ ਵੇਲੇ ਲੋਕ 2 ਟਾਈਮ ਦੀ ਰੋਟੀ ਨੂੰ ਵੀ ਤਰਸਣ ਲੱਗ ਜਾਂਦੇ ਆ, ਉਸ ਵੇਲੇ ਹੈਲਥ ਸੇਵਾਵਾਂ ਨੂੰ ਵੀ ਤਰਸਣ ਲੱਗ ਜਾਂਦੇ ਆ, ਉਸ ਵੇਲੇ ਫਿਰ ਉਹ ਮਿਆਰੀ ਐਜੂਕੇਸ਼ਨ ਤੇ ਰੁਜ਼ਗਾਰ ਨੂੰ ਵੀ ਤਰਸਣ ਲੱਗ ਜਾਂਦੇ ਆ। ਤੇ ਇਹ ਹਾਲਾਤ ਇਸ ਕਰਕੇ ਬਣ ਗਏ ਕਿਉਂਕਿ ਸਾਡੇ ਦੇਸ਼ ਦੇ ਵਿੱਚ ਭ੍ਰਿਸ਼ਟਾਚਾਰ ਵੱਧ ਚੁੱਕਿਆ ਹੈ। ਤੇ ਮੈਂ ਇਹੀ ਹੱਥ ਬੰਨ੍ਹ ਕੇ ਬੇਨਤੀ ਕਰਦਾ ਹਾਂ ਵੀ ਇਹ ਨਾਗਰਿਕ ਜਿਹੜੇ ਹੈਗੇ ਆ, ਇਹਨਾਂ ਦਾ ਵੱਖ ਨਹੀਂ ਹਿੱਸਾ ਬਜਟ ਦੇ ਵਿੱਚ, ਇਹਨਾਂ ਦਾ ਵੀ ਹਿੱਸਾ ਹੈ। ਇਹ ਸੰਵਿਧਾਨ ਕਹਿੰਦਾ ਸਾਡਾ। ਤੇ ਇਹ ਵੀ ਤਾਂ ਇਸੇ ਭਾਰਤ ਦੇ ਵਿੱਚ, ਭਾਰਤ ਮਾਂ ਦੇ ਜਾਏ ਆ, ਵੀ ਤਾਂ ਇਸੇ ਧਰਤੀ ਤੇ ਜੰਮੇ ਆ। ਤੇ ਤੁਹਾਨੂੰ ਕਿਉਂ ਨਹੀਂ ਚੇਤੇ ਆਏ? ਜੇ ਇਹ ਵੀ ਭਾਰਤ ਮਾਂ ਦੇ ਜਾਏ ਆ, ਤੁਹਾਨੂੰ ਕਿਉਂ ਨਹੀਂ ਚੇਤੇ ਆਏ? ਕਦੋਂ ਚੇਤੇ ਆਉਣਗੇ? ਵੀ ਜਦੋਂ ਟਰਾਲਿਆਂ ਤੇ ਬੈਠ ਕੇ ਫਿਰ ਇਹ ਸੜਕਾਂ ਤੇ ਉੱਥੇ ਜਾ ਕੇ ਇੱਦਾਂ ਇਹ ਮਤਲਬ ਫਿਰ ਸ਼ੋਭਦਾ ਤਾਂ ਨਹੀਂ ਹੈਗਾ ਸਾਨੂੰ। ਮਤਲਬ ਹਰ ਚੀਜ਼ ਦੇ ਲਈ ਹੁਣ ਲੋਕੀ ਧਰਨੇ ਲਗਾਉਣਗੇ, ਪ੍ਰਦਰਸ਼ਨ ਕਰਨਗੇ ਕਿ ਉਸ ਤੋਂ ਬਾਅਦ ਹੀ ਸੁਣੀ ਜਾਏਗੀ ਗੱਲ? ਨਹੀਂ, ਹੁਣ ਪਿਆਰ ਦੀ ਭਾਸ਼ਾ ਜਿਹੜੀ ਹੈਗੀ ਹੈ ਹੋਰ ਕਿੰਨੀ ਕੁ ਵਰਤ ਲਈਏ? 2012 ਤੋਂ ਅਸੀਂ ਲਗਾਤਾਰ ਸੀਨੀਅਰ ਅਥਾਰਟੀ ਮਤਲਬ ਜਿਹੜੀ ਹੈਗੀ ਹੈ CM ਸਾਹਿਬ ਤੋਂ ਲੈ ਕੇ ਹੁਣ ਇਹ ਗੱਲਾਂ ਸਾਰੀਆਂ CM ਸਾਹਿਬ ਕੋਲ ਪਹੁੰਚਦੀਆਂ ਨਹੀਂ ਹੈਗੀਆਂ। ਅਸੀਂ ਮਿਲ ਵੀ ਲਏ, ਮਿਲ ਕੇ ਵੀ ਗੱਲ ਕਰ ਲਈ ਹੈਗੀ ਹੈ ਤੇ ਪ੍ਰਾਇੋਰਟੀ ਲਿਸਟ ਵਿੱਚ ਨਹੀਂ ਆਇਆ ਇਹਨਾਂ ਦੀ। ਤੇ ਅਸੀਂ ਤਾਂ ਇਹੀ ਕਹਿ ਰਹੇ ਸੀ ਵੀ ਇਹਨਾਂ ਨੂੰ ਐਮਰਜੈਂਸੀ ਹਾਲਾਤਾਂ ਦੇ ਵਿੱਚ ਠੀਕ ਹੋਣ ਦਾ ਮੌਕਾ ਮਿਲ ਸਕੇ। ਤੇ ਇੰਨੇ ਤੁਸੀਂ ਐਜੂਕੇਸ਼ਨ ਦੇ ਜਿੰਨੇ ਡਿਪਲੋਮੇ ਡਿਗਰੀਆਂ ਕਰਾਉਂਦੇ ਆ, ਕੁਛ % ਰੁਜ਼ਗਾਰ ਦਾ ਅਰੇਂਜਮੈਂਟ ਤਾਂ ਕਰੋ। ਬੰਦਿਆਂ ਨੇ ਕਿੰਨਾ ਪੀਰੀਅਡ ਬੜਾ ਉਹਨਾਂ ਦਾ ਗੋਲਡਨ ਪੀਰੀਅਡ ਹੁੰਦਾ ਤੇ ਉਸ ਦੇ ਵਿੱਚ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ। ਸਾਰੇ ਦੇਸ਼ ਛੱਡ ਕੇ ਭੱਜਣ ਨੂੰ ਤਿਆਰ ਹੋਏ ਆ ਵੀ ਐਸਾ ਦੇਸ਼ ਕੀ ਮਜਬੂਰੀ ਹੋਗੀ। ਦੂਜੇ ਪਾਸੇ ਜੇ ਆਪਾਂ ਖਰਚੇ ਦੇਖੀਏ, ਉਹ ਖਰਚਣ ਦਾ ਹਿਸਾਬ ਹੈਗਾ? ਇੰਡੀਕੇਸ਼ਨ ਤਾਂ ਮਿਲ ਗਈ ਹੋਣੀ, ਇੰਨਾ ਖਰਚਾ, ਇੰਨੀਆਂ ਗੱਡੀਆਂ ਭਜਾਉਂਦੇ, ਇੰਨਾ ਤੇਲ, ਸੋਲਿਊਸ਼ਨ ਕੀ ਦਿੱਤਾ? ਔਰ ਪਬਲਿਕ ਸਾਡੇ ਸਤਿਕਾਰਯੋਗ MLA ਨੂੰ ਕਿਉਂ ਨਹੀਂ ਪੁੱਛਦੀ ਵੀ ਤੁਹਾਨੂੰ ਸੇਵਾ ਦਾ ਮੌਕਾ ਦਿੱਤਾ ਹੈ ਤੇ ਆਹ ਸੇਵਾ ਤੁਹਾਡੇ ਇਲਾਕੇ ਦੇ ਵਿੱਚ ਬੰਦਾ ਤੜਫ ਰਿਹਾ ਹੈ, ਇਹ ਬਜ਼ੁਰਗ ਰੁਲ ਰਿਹਾ ਹੈ, ਇਹ ਬੱਚੇ ਦੇ ਮਾਂ-ਬਾਪ ਨਹੀਂ ਰਹੇ, ਇਹ ਡਿਪਰੈਸ਼ਨ ਚਲਿਆ ਗਿਆ, ਇਹਦੇ ਲਈ ਕੋਈ ਫੈਸਿਲਿਟੀ ਜੀ? ਮਤਲਬ ਆਪਣੇ MC ਤੋਂ ਲੈ ਕੇ ਆਪਣੇ MLA ਤੋਂ ਲੈ ਕੇ ਸਾਡੇ ਸਤਿਕਾਰਯੋਗ, ਅਸੀਂ ਆਪਣੀਆਂ ਸਮੱਸਿਆਵਾਂ ਦੇ ਲਈ ਉਹਨਾਂ ਨੂੰ ਮੌਕਾ ਦਿੱਤਾ 5 ਸਾਲ ਲਈ, ਜਿੰਨੇ ਸਾਲ ਲਈ ਵੀ ਦਿੱਤਾ। ਤੇ ਉਹ ਫਿਰ ਕਿਉਂ ਨਹੀਂ ਆਪਣੇ ਮਿਨਿਸਟਰ ਨੂੰ ਪੁੱਛਦੇ? ਕਿਉਂ ਨਹੀਂ ਆਪਣੇ ਤਹਿਸੀਲ ਦੇ ਅਧਿਕਾਰੀ ਨੂੰ ਪੁੱਛਦੇ? ਕਿਉਂ ਨਹੀਂ ਆਪਣੇ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਦੇ ਸਟੇਟ ਲੈਵਲ ਦੇ ਕਿਉਂ ਨਹੀਂ ਅਧਿਕਾਰੀਆਂ ਨੂੰ ਪੁੱਛਦੇ? ਡਿਸਟ੍ਰਿਕਟ ਲੈਵਲ ਵਾਲਿਆਂ ਨੂੰ ਵੀ ਨਹੀਂ ਪੁੱਛਦੇ? ਕਿਉਂ ਨਹੀਂ ਲੀਗਲ ਸਰਵਿਸ ਅਥਾਰਟੀ ਨੂੰ ਪੁੱਛਦੇ? ਹੁਣ ਮੈਂ ਸਾਰੇ ਸਵਾਲ ਜਿਹੜੇ ਤੁਹਾਡੇ ਥਰੂ ਮਤਲਬ ਬੇਨਤੀ ਕਰਦਾ ਹਾਂ ਵੀ ਸਾਰਿਆਂ ਵੱਲ ਸਾਡੇ ਸਤਿਕਾਰਯੋਗ CM ਸਾਹਿਬ ਧਿਆਨ ਦੇਣ। ਸਾਡੇ ਡਿਪਾਰਟਮੈਂਟ ਜਿਹੜੇ ਹੈਗੇ ਆ, ਬਣੇ ਹੋਏ ਕਾਨੂੰਨ ਜਿਹੜੇ ਹੈਗੇ ਆ, ਉਹਨਾਂ ਨੂੰ ਇੰਪਲੀਮੈਂਟ ਕਰਨਾ ਸਮੇਂ ਦੀ ਬਹੁਤ ਵੱਡੀ ਲੋੜ ਹੈ। ਬਹੁਤ ਲੋਕ ਆ, ਅੱਜ ਵੀ ਮੇਰੇ ਕੋਲ ਮੈਨੂੰ ਲੱਗਦਾ 20 ਬੰਦਿਆਂ ਦੀ ਤਾਂ ਹੁਣ ਕਾਲਸ ਆ ਚੁੱਕੀਆਂ ਹੋਣੀਆਂ, ਬਜ਼ੁਰਗਾਂ ਦੇ ਸੰਬੰਧ ਵਿੱਚ ਵੀ, ਬੱਚਿਆਂ ਦੇ ਸੰਬੰਧ ਵਿੱਚ ਵੀ। ਉੱਧਰ ਵੀ ਹੁਣ ਜਦੋਂ ਹਸਪੀਟਲ ਵੱਲ ਗਏ ਸੀ, ਇੱਧਰ ਮੈਂ ਛੱਡ ਕੇ ਗਿਆ, ਇੱਧਰ 3 ਕੇਸ ਆਏ ਹੋਏ ਸੀ ਸਾਡੇ ਕੋਲ ਉਸ ਵੇਲੇ, ਠੀਕ ਹੈ, ਅਲੱਗ-ਅਲੱਗ ਜ਼ਿਲ੍ਹਿਆਂ ਵਿੱਚੋਂ ਆਏ ਹੋਏ ਸੀ। ਉੱਧਰ ਮੈਂ ਗਿਆ, ਉੱਧਰ ਵੀ ਕੇਸ ਇੱਦਾਂ ਦੇ ਆਏ ਹੋਏ ਡਿਪਰੈਸ਼ਨ ਕਰਕੇ। ਸਭ ਤੋਂ ਵੱਡੀ ਬਿਮਾਰੀ ਡਿਪਰੈਸ਼ਨ ਸਾਹਮਣੇ ਆ ਰਹੀ ਹੈ ਇਸ ਵੇਲੇ। ਕਿਸੇ ਵੇਲੇ ਵੀ ਬੰਦੇ ਸੁਸਾਈਡ ਕਰ ਸਕਦੇ ਹੈਗੇ ਆ ਤੇ ਇਹਦੇ ਲਈ ਕੋਈ ਅਰੇਂਜਮੈਂਟ, ਕੋਈ ਅਵੇਅਰਨੈਸ, ਕੋਈ ਸੈਂਸਿਟਾਈਜ਼ ਕਰਨਾ ਤੇ ਮਤਲਬ ਇਹਦੇ ਵਿੱਚ ਜਿਹੜੀ ਲੀਗਲ ਸਰਵਿਸ ਅਥਾਰਟੀ ਹਰ ਜ਼ਿਲ੍ਹੇ 'ਚ ਬਣੀ ਹੈ, ਲੀਗਲ ਰਾਈਟਸ ਤੇ ਕੰਮ ਕਰਦੀ ਹੈਗੀ ਹੈ, ਪੈਰਾ ਲੀਗਲ ਵਲੰਟੀਅਰ ਜਾਂ ਐਡਵੋਕੇਟ। ਮੈਂ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਇਸ ਦੇ ਵਿੱਚ ਆਪਣੀ ਬਣਦੀ ਡਿਊਟੀ ਕਰੋ ਤੇ ਨਾਲ ਸਾਰੇ ਜਿਹੜਾ ਸੰਬੰਧਿਤ ਮਹਿਕਮੇ ਹੈਗੇ ਆ, ਹਸਪੀਟਲ ਹੈਗੇ ਆ ਜਾਂ ਕੰਸਰਨਡ ਪੁਲਿਸ, ਇਹਨਾਂ ਨੂੰ ਨਾਲ ਜਿੰਨੀ ਲੋੜ ਹੈਗੀ ਹੈ ਸਪੋਰਟ ਵੀ ਕਰੋ। ਜੇ ਵਾਹੀਕਲ ਚਾਹੀਦੇ ਆ ਵਾਹੀਕਲ ਦਿਓ, ਜੇ ਮੈਨ ਪਾਵਰ ਕਿਤੇ ਐਡ ਕਰਨ ਦੀ ਲੋੜ ਹੈ
ਉਹ ਐਡ ਕਰ ਦਿਓ। ਇਹ ਨਹੀਂ ਵੀ ਜਦੋਂ ਸਾਡੇ ਮੰਤਰੀ ਸਾਹਿਬਾਨਾਂ ਨੇ ਲੰਘਣਾ ਹੈ ਤੇ ਉਸ ਵੇਲੇ ਸੜਕਾਂ 'ਤੇ ਖੜੇ ਰਹਿਣ ਤੇ ਵਿਚਾਰੇ ਇੰਨੇ ਨਾ ਖੜੋ ਜਿੰਨੀ ਕੁ ਲੋੜ ਹੈਗੀ ਹੈ। ਪਰ ਜਿਸ ਵੇਲੇ ਤੁਹਾਡਾ ਮਤਲਬ ਜਿਹਦੇ ਲਈ ਅਸੀਂ ਚੁਣੇ ਗਏ ਹਾਂ, ਜਿਸ ਵੇਲੇ ਉਹ ਤੜਫ ਰਿਹਾ ਉਹਨੂੰ ਚੱਕਣ ਦੇ ਲਈ, ਉਹ ਕਹਿੰਦੇ ਉਸ ਵੇਲੇ ਜਦੋਂ ਲੜਕੀ ਦੀ ਗੱਲ ਕੀਤੀ, ਮੈਂ ਕਿਹਾ ਜੀ ਆਹ ਲੜਕੀ ਸਾਡੇ ਕੋਲ ਕੋਈ ਲਾਈਕ ਸਾਡੇ ਕੋਲ ਪ੍ਰਸ਼ਾਸਨ ਵੱਲੋਂ ਆਈ ਹੈ, ਪਰ ਇਹ ਹੈ ਮੈਂਟਲੀ ਨਾਰਮਲ, ਸਾਡੇ ਕੋਲ ਤਾਂ ਹੈ ਹੀ ਸਾਰਾ ਸਿਸਟਮ ਇੱਦਾਂ ਦਾ ਹੈ। ਉਹ ਇੱਕਦਮ ਪ੍ਰਸ਼ਾਸਨ ਭੱਜ ਗਿਆ, ਕਹਿੰਦਾ ਅਸੀਂ ਜ਼ਿੰਮੇਵਾਰੀ ਨਹੀਂ ਲੈ ਸਕਦੇ। ਮੈਂ ਕਿਹਾ ਵੀ ਜੌਬ ਦਾ ਮਤਲਬ ਜ਼ਿੰਮੇਵਾਰੀ ਨਹੀਂ ਹੁੰਦਾ। ਮਤਲਬ ਅਸੀਂ ਕਿ ਲੇਮੈਨ, ਸਾਨੂੰ ਲੇਮੈਨ ਹਾਈ ਕੋਰਟ 'ਚ ਵੀ ਦੱਸਿਆ ਗਿਆ ਸੀ, ਜਦੋਂ ਹਾਈ ਕੋਰਟ ਦੇ ਵਿੱਚ ਇਹ ਗੱਲ ਚੱਲੀ ਸੀ ਤਾਂ ਫਿਰ ਉਸ ਵੇਲੇ ਮਤਲਬ ਜਿਹੜੀ ਨੁਮਾਇੰਦਾ ਬੁਲਾਇਆ ਗਿਆ ਸੀ ਸਰਕਾਰ ਦਾ, ਉਹ ਕਹਿੰਦੇ ਤਾਂ ਲੇਮੈਨ ਹੈ, ਇਹ ਤਾਂ ਵੈਸੇ ਹੀ ਦਾਖਲ ਕਰ ਲੈਂਦੇ ਹੈਗੇ, ਸਾਡੇ ਡਿਪਾਰਟਮੈਂਟ ਇੰਨੇ ਡਿਪਾਰਟਮੈਂਟ ਹੈ ਸਾਡੇ। ਤੇ ਮੈਂ ਕਿਹਾ ਜੀ ਡਿਪਾਰਟਮੈਂਟ ਤਾਂ ਹੈਗੇ ਪਰ ਉਹਨਾਂ ਨੂੰ ਕੰਮ ਕਰਨ ਲਾ ਦਿਓ, ਵੀ ਕੋਈ ਫੋਨ ਨਹੀਂ ਚੱਕਦਾ, ਕੋਈ ਬਿਜ਼ੀ ਹੁੰਦਾ ਹੈਗਾ ਤੇ ਕੋਈ ਸੋਲਿਊਸ਼ਨ ਨਹੀਂ ਦਿੰਦਾ। ਜੇ ਕੋਈ ਸੋਲਿਊਸ਼ਨ ਨਹੀਂ ਦਿੰਦਾ ਤਾਂ ਉਸ ਤੋਂ ਬਾਅਦ ਕੀ ਹੋਣਾ ਚਾਹੀਦਾ? ਰਾਤ ਨੂੰ ਲੜਕੀ ਨੂੰ ਅਸੀਂ ਨਹੀਂ ਸੜਕ ਤੇ ਛੱਡ ਸਕਦੇ, ਬਜ਼ੁਰਗ ਨੂੰ ਸੜਕ ਤੇ ਪਿਆ ਤੜਫ ਰਿਹਾ ਕਿਵੇਂ ਛੱਡਾਂਗੇ ਉਹਨੂੰ? ਕੋਈ ਵੀ ਘਟਨਾ ਘਟ ਸਕਦੀ ਹੈ। ਇਸ ਕਰਕੇ ਮਤਲਬ ਸਾਡਾ ਦੇਸ਼ ਜਿਹੜਾ ਹੈਗਾ ਇਸ ਵੇਲੇ ਬਹੁਤ ਜ਼ਿਆਦਾ ਮੈਂਟਲ ਹੈਲਥ, ਫਿਜ਼ੀਕਲ ਹੈਲਥ, ਇਹਦੇ ਲਈ ਲੋੜੀਂਦਾ ਬਜਟ ਬਣਨਾ ਚਾਹੀਦਾ ਹੈ। ਬਿਨਾਂ ਸ਼ਰਤ ਨਾਗਰਿਕ ਜਿਹੜਾ ਹੈਗਾ ਉਸ ਨੂੰ ਸੰਭਾਲ ਦਾ, ਇਲਾਜ ਦਾ, ਪੁਨਰਵਾਸ ਦਾ ਮੌਕਾ ਮਿਲਣਾ ਚਾਹੀਦਾ। ਲੋੜੀਂਦਾ ਇਨਫਰਾਸਟ੍ਰਕਚਰ ਕ੍ਰੀਏਟ ਹੋਣਾ ਚਾਹੀਦਾ ਹੈ। ਅਤੇ ਇਹਨਾਂ ਦੀਆਂ ਮਤਲਬ ਸਾਡੇ ਕੋਲ ਇੱਥੇ ਜਿੰਨੇ ਕੇਸ ਆ ਰਹੇ ਆ ਰਾਤ ਨੂੰ ਦਿਨ ਨੂੰ, ਅਤੇ ਉਹਦੇ ਲਈ ਇੱਕ ਟੀਮ ਜਿਹੜੀ ਹੈਗੀ ਹੈ ਲੋੜੀਂਦੀ ਜਿਹੜੀ ਹੈਗੀ ਆ ਉਹ ਵਿਜ਼ਿਟ ਕਰੇ ਇੱਥੇ ਵੀ ਹਾਂ ਇਹ ਕੇਸ ਆਏ ਹੈ। ਜੇ ਇਹਨਾਂ ਦੀ ਕੋਈ ਪੁਲਿਸ ਕਾਰਵਾਈ ਕਰਨ ਵਾਲੀ ਹੈ ਤਾਂ ਪੁਲਿਸ ਦੀ ਕਾਰਵਾਈ ਕਰੇ। ਜੇ ਉਸ ਤੋਂ ਬਾਅਦ ਸੰਬੰਧਿਤ ਕੋਈ ਅਧਿਕਾਰੀ ਜਿਹੜਾ ਹੈਗਾ ਉਹਦੇ ਵੱਲੋਂ ਕੋਈ ਆਰਡਰ ਚਾਹੀਦੀਆਂ ਉਹਦੇ ਆਰਡਰ ਬਣਾਵੇ। ਐਂਬੂਲੈਂਸਾਂ ਸਾਨੂੰ ਸੰਗਤ ਨੇ ਦਿੱਤੀਆਂ, ਸਾਡੀਆਂ ਐਂਬੂਲੈਂਸਾਂ ਯੂਜ਼ ਕਰਨ। ਮਤਲਬ ਹੁਣ ਇੱਕ ਕੇਸ ਨੂੰ ਕਿਤੇ ਹੋਰ ਜਿਹੜਾ ਜਿੱਥੇ ਬੈੱਡ ਖਾਲੀ ਪਏ ਸੀ ਸਰਕਾਰ ਦੇ ਅਦਾਰੇ ਦੇ ਵਿੱਚ, 3 ਦਿਨ ਪਹਿਲਾਂ ਮੈਂ ਕਿਹਾ ਜੀ ਅਸੀਂ ਐਂਬੂਲੈਂਸ ਭੇਜ ਦਿੰਦੇ, ਸੇਵਾਦਾਰ ਭੇਜ ਦਿੰਦੇ, ਤੁਸੀਂ ਉੱਥੇ ਸ਼ਿਫਟ ਕਰ ਦਿਓ, ਬੈੱਡ ਖਾਲੀ ਹੈ। ਵੀ ਸਾਡੇ ਦੇਖੀ ਕਿ ਬੈੱਡ ਤੇ 2-2 ਪਏ ਆ, ਉੱਥੇ ਸ਼ਿਫਟ ਕਰ ਦਿੱਤਾ, ਬੈੱਡ ਖਾਲੀ ਸੀ। ਹੁਣ ਫੇਰ ਫੋਨ ਆਈ ਜਾ ਰਹੇ ਨਹੀਂ ਜੀ ਤੁਹਾਡੇ ਕੋਲ ਸ਼ਿਫਟ ਕਰਨਾ। ਮੈਂ ਕਿਹਾ ਫਿਰ ਬੰਦ ਕਰ ਦਿਓ ਉਸ ਨੂੰ। ਮੈਂ ਫਿਰ ਬੇਨਤੀ ਕਰਦਾ ਤੁਹਾਡੇ ਮਾਧਿਅਮ ਥਰੂ ਫਿਰ ਬੇਨਤੀ ਕਰਦਾ ਵੀ ਜੇ ਸਰਕਾਰ ਦੇ ਜਿਹੜੇ ਚੱਲ ਰਹੇ ਜਿਹੜੇ ਹੋਮ ਹੈਗੇ ਆ, ਜੇ ਉਹ ਮਜਬੂਰੀ ਹੈ ਨਹੀਂ ਰੱਖਣੇ ਉਹਨਾਂ ਨੇ, ਸਿਰਫ ਜਿਹੜਾ ਪਸੰਦ ਆਉਂਦਾ ਹੈ ਗਿਣਤੀ ਦੇ ਜਿਹੜੇ ਉੱਥੇ ਬੰਦੇ ਰੱਖਣੇ ਹੀ ਇੰਨੇ ਕੁ ਗਿਣਤੀ ਦੇ, ਜਿਹਦੇ ਵਿੱਚ ਆਪਾਂ ਕਹੀਏ 15-20 ਬੰਦੇ ਹੀ ਰੱਖਣੇ ਆ, ਅਤੇ ਉਹ ਕਿਉਂ ਖਰਚਾ ਪਾ ਰਹੇ ਹੋ ਤੁਸੀਂ? ਉਹ ਸਾਰਾ ਚੀਜ਼ ਮੈਨੂੰ ਕਦੀ ਵੀ ਤੁਸੀਂ ਮੀਟਿੰਗ ਰੱਖ ਲਓ, ਮੈਂ ਬੇਨਤੀ ਕਰਦਾ ਉਹ ਵੀ ਅਸੀਂ ਪ੍ਰਭ ਆਸਰਾ ਦੇ ਵਿੱਚ ਇੰਤਜ਼ਾਮ ਕਰ ਲਾਂਗੇ, ਪਰ ਕੋਈ ਲਿਮਟ ਤਾਂ ਰੱਖੋ। ਉਸ ਤੋਂ ਬਾਅਦ ਉਹ ਪੈਸਾ ਜਿਹੜਾ ਹੈਗਾ ਨਾ ਉਹ ਹਸਪੀਟਲਾਂ ਦੇ ਵਿੱਚ ਬਿਨਾਂ ਸ਼ਰਤ ਨਾਗਰਿਕ ਦੀ ਜਾਨ ਨੂੰ ਬਚਾਉਣ ਦੇ ਲਈ ਉੱਥੇ ਲਾਇਆ ਜਾਵੇ। ਜਦੋਂ ਵੀ ਨਾਗਰਿਕ ਪਹੁੰਚਦਾ CT ਸਕੈਨ ਕਰਾਉਣ ਦੀ ਲੋੜ ਉਹਦੇ ਨਾਲ ਨਹੀਂ, CT ਸਕੈਨ ਕਰਾਇਆ ਜਾਵੇ, ਡਾਇਗਨੋਸ ਬਣਾ ਕੇ ਉਹਦਾ ਟ੍ਰੀਟਮੈਂਟ ਤੇ ਪਾਇਆ ਜਾਵੇ, ਤਾਂ ਕਿ ਆਪਣੇ ਦੇਸ਼ ਦਾ ਨਾਗਰਿਕ ਆਪਣੇ ਦੇਸ਼ ਵਿੱਚ ਲਵਾਰਸ ਨਾ ਹੋਵੇ, ਉਹਨੂੰ ਸਮੇਂ ਸਿਰ ਸੰਭਾਲਿਆ ਜਾ ਸਕੇ, ਤਾਂ ਕਿ ਉਹ ਵੀ ਠੀਕ ਹੋ ਕੇ ਆਦਰਸ਼ ਘਰ ਵਾਲੀ ਜ਼ਿੰਦਗੀ ਜੀ ਸਕੇ। ਜੀ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਗੱਲਬਾਤ ਕੀਤੀ। ਸੋ ਇੱਥੇ ਜੋ ਤੁਹਾਡੀਆਂ ਗੱਲਾਂ ਤੋਂ ਮੈਂ ਸਮਝ ਪਾਇਆ ਉਹ ਇਹ ਸਮਝ ਪਾਇਆ। ਪਹਿਲੀ ਗੱਲ ਤਾਂ ਮੈਂ ਵੀ ਇਹ ਦਰਸ਼ਕਾਂ ਨੂੰ ਹੁਣ ਕਲੀਅਰ ਕਰਨਾ ਚਾਹੁੰਦਾ ਹਾਂ, ਇੱਥੇ ਸਾਨੂੰ ਇੱਕ ਜਵਾਬ ਮਿਲਿਆ ਔਰ ਉਹ ਇਹ ਜਵਾਬ ਮਿਲਿਆ ਕਿ ਇਹ ਇੱਕ ਚੈਰੀਟੇਬਲ ਹਸਪੀਟਲ ਉਸ ਤਰੀਕੇ ਦੇ ਨਾਲ ਨਾ ਤੁਸੀਂ ਦੇਖੋ, ਇਸ ਨੂੰ ਇਹ ਦੇਖੋ ਕਿ ਇੱਕ ਅਜਿਹੀ ਸੇਵਾ ਹੈ ਜੋ ਕਿ ਲਾਚਾਰ ਅਤੇ ਬੇਬਸ ਲੋਕਾਂ ਦੇ ਲਈ ਸ਼ੁਰੂ ਕੀਤੀ ਗਈ ਸੇਵਾ ਹੈ, ਜਿੱਥੇ ਕਿ ਬਿਨਾਂ ਕਿਸੇ ਕੰਡੀਸ਼ਨ ਦੇ ਜਿਹੜੀ ਹੈ ਉਹ ਸੇਵਾ ਮੁਹੱਈਆ ਕਰਵਾਈ ਜਾਂਦੀ ਹੈ। ਇੱਥੇ ਕੋਈ ਕੰਡੀਸ਼ਨ ਨਹੀਂ ਰੱਖੀ ਜਾਂਦੀ। ਸੋ ਪ੍ਰਭ ਆਸਰਾ ਸ਼ੁਰੂ ਤੋਂ ਹੀ ਆਪਣੇ ਮੁੱਢ ਤੋਂ ਹੀ ਇਸ ਮਿਸ਼ਨ ਦੇ ਨਾਲ ਚੱਲਿਆ ਕਿ ਉਹ ਬੇਬਸ ਅਤੇ ਲਾਚਾਰ ਲੋਕਾਂ ਦੇ ਲਈ ਸਹਾਰਾ ਬਣੇ। ਸੋ ਇਹ ਵੀ ਉਹਦੇ ਵਿੱਚ ਇੱਕ ਕੜੀ ਹੈ ਜਿਸ ਦੇ ਵਿੱਚ ਕੁਝ ਔਂਕੜਾਂ ਵੀ ਆ ਰਹੀਆਂ ਨੇ, ਜਿੱਥੇ ਸਾਡੇ ਪ੍ਰਸ਼ਾਸਨ ਨੂੰ, ਸਾਡੀ ਸਰਕਾਰਾਂ ਨੂੰ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਇਹ ਸਾਡੇ ਦੇਸ਼ ਦੀ ਬੁਨਿਆਦੀ ਜ਼ਰੂਰਤਾਂ ਨੇ ਜਿਨ੍ਹਾਂ ਨੂੰ ਪੂਰਾ ਕਰਨ ਦੀ ਲੋੜ ਹੈ। ਔਰ ਉਹਦੇ ਨਾਲ ਨਾਲ ਪ੍ਰਭ ਆਸਰਾ ਸੰਸਥਾ, ਜਿਵੇਂ ਕਿ ਸ਼ਮਸ਼ੇਰ ਜੀ ਨੇ ਵੀ ਕਿਹਾ ਕਿ ਬਹੁਤ ਅੱਛੀ ਗੱਲ ਹੈ ਕਿ ਇਹ ਇੱਕ ਤੁਸੀਂ ਸਰਕਾਰ ਨੂੰ ਸਾਥ ਦੇ ਰਹੇ ਹੋ, ਉਹਨਾਂ ਦਾ ਇੱਕ ਹੈਲਪਿੰਗ ਹੈਂਡ ਬਣ ਰਹੇ ਹੋ। ਕਿਉਂਕਿ ਅਗਰ ਅਸੀਂ ਵੀ ਇਹੀ ਸੋਚਦੇ ਹਾਂ ਕਿ ਅਗਰ ਸਰਕਾਰਾਂ ਕਹਿੰਦੀਆਂ ਨੇ ਕਿ ਸਾਡੇ ਤੋਂ ਜ਼ਿੰਮੇਵਾਰੀਆਂ ਪੂਰੀਆਂ ਨਹੀਂ ਹੋ ਰਹੀਆਂ, ਤਾਂ ਇਸੇ ਤਰੀਕੇ ਦੇ ਨਾਲ ਲੋਕਾਂ ਨੂੰ ਵੀ ਨਾਲ ਜੁੜ ਕੇ ਆਪਣੇ ਸਮਾਜ ਦੀ ਜ਼ਿੰਮੇਵਾਰੀ ਚੁੱਕਣੀ ਪੈਂਦੀ ਹੈ। ਸੋ ਉਸੇ ਤਰੀਕੇ ਨਾਲ ਤੁਸੀਂ ਇੱਕ ਜ਼ਿੰਮੇਵਾਰੀ ਚੁੱਕੀ ਹੈ। ਸੋ ਉਮੀਦ ਕਰਦੇ ਹਾਂ ਕਿ ਇਸ ਦੇ ਨਾਲ ਕਿਸੇ ਦੀ ਤਾਂ ਜਾਗ ਖੁੱਲੇਗੀ, ਕਿਸੇ ਦੀ ਤਾਕ ਖੁੱਲੇਗੀ। ਨੈਚੁਰਲੀ ਤੁਸੀਂ ਵੌਇਸਲੈਸ ਦੀ ਵੌਇਸ ਜਿਹੜੀ ਬਣ ਕੇ ਕੰਮ ਕਰ ਰਹੇ ਹੋ। ਬਸ ਸਵਾਲ ਤੁਸੀਂ ਬੜਾ ਕਲੀਅਰ ਕਰ ਦਿੱਤਾ। ਇਹ ਪ੍ਰੋਬਲਮ ਦੇਸ਼ ਦੀ ਹੈ, ਪ੍ਰੋਬਲਮ ਸਰਕਾਰ ਦੀ ਹੈ, ਪ੍ਰਭ ਆਸਰਾ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਪ੍ਰਭ ਆਸਰਾ ਦੀ ਕੀ ਪ੍ਰੋਬਲਮ ਹੈ? ਇਸ ਕਰਕੇ ਉਹਨਾਂ ਨੂੰ ਸਮਝਣਾ ਪਊਗਾ ਪ੍ਰੋਬਲਮ ਜਿਹੜੀ ਹੈਗੀ ਨਾਗਰਿਕ ਦੀ ਹੈਗੀ ਹੈ, ਨਾਗਰਿਕ ਜਿਹੜਾ ਹੈਗਾ ਉਹਦੇ ਪ੍ਰਤੀ ਜ਼ਿੰਮੇਵਾਰੀ ਸਰਕਾਰ ਦੀ ਹੈਗੀ ਹੈ। ਇਸ ਕਰਕੇ ਪ੍ਰਭ ਆਸਰਾ ਦੀ ਨਹੀਂ ਪ੍ਰੋਬਲਮ, ਪ੍ਰਭ ਆਸਰਾ ਤਾਂ ਸਰਕਾਰ ਦੀ ਪ੍ਰੋਬਲਮ ਸੋਲਵ ਕਰਨ ਦੇ ਲਈ ਯਤਨਸ਼ੀਲ ਹੈ। ਜੀ ਬਹੁਤ ਬਹੁਤ ਧੰਨਵਾਦ ਹਮਦਰਦ TV ਦੇ ਉੱਤੇ ਸਾਡੇ ਨਾਲ ਗੱਲਬਾਤ। ਬਹੁਤ ਬਹੁਤ ਧੰਨਵਾਦ ਤੁਹਾਡਾ ਸਮੁੱਚੀ ਟੀਮ ਦਾ। ਤੁਸੀਂ ਵੌਇਸਲੈਸ ਦੀ ਵੌਇਸ ਬਣ ਕੇ ਇੰਨਾ ਕੁਛ ਕਰ ਰਹੇ ਹੋ, ਜਿਸ ਸਦਕਾ ਸੈਂਕੜੇ ਲੋਕ ਅੱਜ ਵਿਚਾਰੇ ਠੀਕ ਹੋ ਕੇ ਆਪਣੇ ਪਰਿਵਾਰਾਂ ਤੱਕ ਮਿਲ ਰਹੇ। ਕੋਈ ਸ਼ੱਕ ਨਹੀਂ ਅਸੀਂ ਇੱਥੇ ਨਗਰ ਵਸਾਉਣ ਦੀ ਕੋਸ਼ਿਸ਼ ਕਰਦੇ ਹਾਂ। ਮੈਨੂੰ ਲੱਗਦਾ ਸਾਨੂੰ ਹੋਰ ਤੇ ਤਾਂ ਆਸ ਨਹੀਂ ਹੈਗੀ, ਪਰ ਉਹ ਸੰਗਤ ਜਿਹੜੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਬਹੁਤ ਸਾਡੇ ਸਮਾਜਦਾਰ ਦੀ ਮਾਨਤਾ ਦੇ ਪ੍ਰੇਮੀ ਵੀਰ ਸਾਨੂੰ ਉਹਨਾਂ 'ਤੇ ਆਸ ਹੈ ਵੀ ਅਸੀਂ ਇੱਕ ਦਿਨ ਹੋਰ ਵੱਡੇ ਪੱਧਰ 'ਤੇ ਜਿਹੜਾ ਹੈਗਾ ਐਸੇ ਨਗਰ ਵਸਾ ਪਾਵਾਂਗੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਸਾਡੇ ਦੇਸ਼ ਦੇ ਲੋੜਵੰਦ ਨਾਗਰਿਕ ਨੂੰ ਹੈਲਪ ਹੋਏਗੀ।
ਡਾਕਟਰ ਸਾਹਿਬ, ਹਮਦਰਦ ਟੀਵੀ ਦੇ ਉੱਤੇ ਤੁਹਾਡਾ ਪਹਿਲਾਂ ਬਹੁਤ-ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਅਗਰ ਮੈਂ ਗੱਲ ਕਰਾਂ ਇਸ ਮੈਡੀਕਲ ਸੇਵਾ ਦੀ, ਸੋ ਪ੍ਰਭ ਆਸਰਾ ਨੇ ਇੱਕ ਸੁਪਨਾ ਦੇਖਿਆ ਤੇ ਉਸ ਸੁਪਨੇ ਨੂੰ ਸਾਕਾਰ ਕਰਨ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਯੋਗਦਾਨ ਪਾਇਆ। ਪਹਿਲੀ ਗੱਲ ਤਾਂ ਇਹ ਹੈ ਕਿ ਕਿਸ ਤਰੀਕੇ ਦੇ ਨਾਲ ਇੱਥੇ ਪ੍ਰਬੰਧ ਕੀਤੇ ਗਏ ਨੇ ਔਰ ਇਸ ਸੇਵਾ ਦੀ ਸ਼ੁਰੂਆਤ ਕਰਨ ਦੇ ਲਈ ਕਿਵੇਂ ਜ਼ਰੂਰਤ ਮਹਿਸੂਸ ਹੋਈ? ਦੇਖੋ, ਇਸ ਤਰ੍ਹਾਂ ਹੈਗਾ ਕਿ ਸਭ ਤੋਂ ਪਹਿਲੀ ਗੱਲ ਤਾਂ ਇਹ ਹੈਗਾ ਕਿ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਕਿ ਜਿਹੜਾ ਮੈਡੀਕਲ ਸੈਟਅਪ ਗੌਰਮੈਂਟ ਦਾ ਬਣਿਆ ਹੋਇਆ ਸੈਟਅਪ ਸੀਗਾ, ਉਹ ਕੋਵਿਡ ਦੇ ਵਿੱਚ ਪੂਰੀ ਤਰ੍ਹਾਂ ਐਕਸਪੋਜ਼ ਹੋਇਆ ਵਿੱਚ ਕਿ ਕਿੰਨੀਆਂ ਡੈਫੀਸ਼ੀਐਂਸੀਜ਼ ਜਿਹੜੀਆਂ ਹੈਗੀਆਂ ਨੇ ਉਹ ਹੈਲਥ ਸਿਸਟਮ ਦੇ ਵਿੱਚ ਨੇ। ਉਸ ਤੋਂ ਇਲਾਵਾ ਵੀ ਜਿਸ ਤਰ੍ਹਾਂ ਆਪਾਂ ਨੂੰ ਪਹਿਲਾਂ ਪਤਾ ਹੈ ਕਿ ਪਟਿਆਲੇ ਜਿਹੜਾ ਆਪਣਾ ਸੈਂਟਰ ਜਿਹੜਾ ਹੈਗਾ ਪ੍ਰਭ ਆਸਰਾ ਚੱਲ ਰਿਹਾ ਵਿੱਚ ਜਿਹੜਾ ਹੈ ਹਾਊਸ ਫਾਰ ਦਾ ਡੈਸਟੀਚਿਊਟਸ, ਉਸ ਨੂੰ ਵੀ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਹੈ ਮੈਡੀਕਲ ਹੈਲਪ ਦੀ ਵਿੱਚ ਜੀ। ਔਰ ਉਸ ਤੋਂ ਇਲਾਵਾ ਜਿਹੜਾ ਮੇਨ ਮਕਸਦ ਹੈ ਭਾਈ ਸਾਹਿਬ ਨਾਲ, ਸ਼ਮਸ਼ੇਰ ਸਿੰਘ ਜੀ ਉਹਨਾਂ ਨਾਲ ਮੇਰੀ ਵੀ ਡਿਸਕਸ਼ਨ ਜਿਹੜੀ ਹੈਗੀ ਹੋਈ, ਉਦੋਂ ਇਹ ਸੀਗਾ ਕਿ ਦੋ ਤਰ੍ਹਾਂ ਦੇ ਲੋਕ ਨੇ ਜਿਹੜੇ ਲੁੱਟੇ ਜਾ ਰਹੇ ਹੈ। ਇੱਕ ਤਾਂ ਹੈਗਾ ਜਿਹੜਾ ਬਿਲਕੁਲ ਗਰੀਬ ਹੈ, ਉਹਦੇ ਕੋਲ ਵੈਸੇ ਸਰਵਿਸਿਜ਼ ਨਹੀਂ ਹੈ। ਇੱਕ ਜੇ ਕਿਸੇ ਕੋਲ ਹੈਗਾ ਵੀ ਹੈ ਤਾਂ ਉਹਦੀ ਲੁੱਟ ਖਸੁੱਟ ਬਹੁਤ ਹੁੰਦੀ ਹੈ, ਚਾਹੇ ਉਹ ਪ੍ਰਾਈਵੇਟ ਸੈਟਅਪ ਸੀਗਾ। ਗੌਰਮੈਂਟ ਦਾ ਸੈਟਅਪ ਬਹੁਤਾ ਵਧੀਆ ਹੈ ਨਹੀਂ ਵਿੱਚ, ਜਿਹੜੀ ਹੈਗੀ ਹੈ ਹਰਾਸਮੈਂਟ ਬਹੁਤ ਹੁੰਦੀ ਹੈ ਵਿੱਚ, ਜਾਂ ਗੌਰਮੈਂਟ ਦਾ ਬਹੁਤ ਹੀ ਜ਼ਿਆਦਾ ਲਿਮਟਿਡ ਸੈਟਅਪ ਹੈ। ਪ੍ਰਾਈਵੇਟ 'ਚ ਆਪਾਂ ਮੰਨ ਕੇ ਚੱਲਦੇ ਹਾਂ ਕਿ ਜਦੋਂ ਗੌਰਮੈਂਟ ਦਾ ਸੈਟਅਪ ਨਹੀਂ ਹੈਗਾ ਤਾਂ ਫਿਰ ਪ੍ਰਾਈਵੇਟ ਵਾਲਾ ਸੈਟਅਪ ਜਿਹੜਾ ਹੈਗਾ ਉਹ ਉਸ ਨੂੰ ਸਿਸਟਮ ਨੂੰ ਸਾਰੇ ਨੂੰ ਖਰਾਬ ਕਰਦਾ। ਸੋ ਇਹ ਦੋ ਗੱਲਾਂ ਸੀਗੀਆਂ ਮੇਨ, ਕਿ ਜਿਹੜਾ ਆਮ ਆਦਮੀ ਹੈ ਜਿਹਦੇ ਕੋਲ ਨਹੀਂ ਕੋਈ ਪੈਸਾ ਹੈਗਾ ਜਾਂ ਬਹੁਤ ਹੀ ਗਰੀਬ ਹੈ, ਉਹ ਕਿੱਥੇ ਜਾਵੇ ਜੀ। ਇੱਕ ਪਾਰਟ ਤਾਂ ਉਹ ਇਸ ਵੱਲ। ਨੰਬਰ 2 ਸੀਗਾ ਕਿ ਜਿਹੜਾ ਆਮ ਆਦਮੀ ਜੇ ਕਿਸੇ ਉਹਦੇ ਕੋਲ ਹੈਗਾ ਵੀ ਹੈ ਕੁਛ, ਤਾਂ ਉਹਦੀ ਲੁੱਟ ਖਸੁੱਟ ਬਹੁਤ ਆ। ਉਹਨਾਂ ਦੋਨਾਂ ਚੀਜ਼ਾਂ ਨੂੰ ਬਚਾਉਣ ਵਾਸਤੇ ਇਹ ਜਿਹੜਾ ਪ੍ਰਭ ਆਸਰਾ ਚੈਰੀਟੇਬਲ ਮੈਡੀਕਲ ਸੈਂਟਰ ਜਿਹੜਾ ਹੈਗਾ ਨਾ ਚਨਾਲੋਂ ਵਾਲਾ, ਬੇਸਿਕ ਮੁੱਦਾ ਉਹਦਾ ਇਹ ਸੀ ਵਿੱਚ ਜਿਹੜੀ ਹੈਗੀ ਹੈ, ਜਿਹੜਾ ਕਿ ਇਹ ਹੁਣ ਪਿਛਲੇ ਜਦੋਂ 5-6 ਮਹੀਨੇ ਤੋਂ ਜਦੋਂ ਤੋਂ ਚੱਲਿਆ ਵਿੱਚ ਜਿਹੜਾ ਸਿਸਟਮ ਦੇ ਵਿੱਚ, ਅੱਜ ਮੈਂ ਦੇਖ ਰਿਹਾ ਕਿ ਬਹੁਤ ਸਾਰੇ ਪਿੰਡ ਆਸੇ ਪਾਸੇ ਦੇ, ਈਵਨ ਕਿ ਡਿਪੈਂਡਿੰਗ ਅਪੋਨ ਦਾ ਡਾਕਟਰਸ, ਕਿ ਡਾਕਟਰਸ ਜਿਹੜੇ ਹੈਗੇ ਜਿਹੜਾ ਉਹਨਾਂ ਦੇ ਆਪਣੀ ਰੈਪੂਟੇਸ਼ਨ ਬਣੀ ਹੋਈ, ਜਿਹੜੇ ਡਾਕਟਰਸ ਇੱਥੇ ਵਿਜ਼ਿਟ ਕਰਦੇ ਆ, ਅਤੇ ਦੂਰੋਂ ਪੇਸ਼ੈਂਟਸ ਜਿਹੜੇ ਹੈਗੇ ਨਾ ਇਸ ਇਲਾਕੇ ਤੋਂ ਬਾਹਰੋਂ ਵੀ ਪੇਸ਼ੈਂਟਸ ਜਿਹੜੇ ਹੈਗੇ ਆ ਉਹ ਆ ਜਾਂਦੇ ਆ ਵਿੱਚ ਜਿਹੜੀ ਹੈਗੀ ਹੈ। ਅਤੇ ਮੇਰੇ ਮੁਤਾਬਕ ਇਹ ਹੈਗਾ ਕਿ ਇਸ ਤਰ੍ਹਾਂ ਦਾ ਸੈਟਅਪ ਜਿਹੜਾ ਉਹ ਸੈਟਅਪ ਹੈ ਉਹਦਾ ਤਾਂ ਵੈਸੇ ਪੈਰਲਲ ਹੈ ਨਹੀਂ ਕੋਈ ਵੀ, ਹਾਊਸ ਫਾਰ ਦਾ ਡੈਸਟੀਚਿਊਟਸ, ਪਰ ਇਹ ਮੈਡੀਕਲ ਹੈਲਪ ਜਿਹੜੀ ਹੈਗੀ ਹੈ ਇਹ ਲੋਕਾਂ ਦੀ ਜ਼ਰੂਰਤ ਸੀਗੀ, ਉਸ ਜ਼ਰੂਰਤ ਨੂੰ ਇਹ ਕਾਫੀ ਹੱਦ ਤੱਕ ਪੂਰਾ ਕਰ ਰਿਹਾ ਹੁਣ ਦੀ ਘੜੀ ਵਿੱਚ। ਸੋ ਡਾਕਟਰ ਸਾਹਿਬ, ਅਗਰ ਗੱਲ ਕਰੀਏ ਪ੍ਰਭ ਆਸਰਾ ਨੇ ਜੋ ਮੈਡੀਕਲ ਸੇਵਾ ਪ੍ਰੋਵਾਈਡ ਕੀਤੀ ਹੈ, ਜੋ ਇੱਥੇ ਫੈਸਿਲਿਟੀਜ਼ ਨੇ, ਅਗਰ ਫੈਸਿਲਿਟੀਜ਼ ਦੀ ਗੱਲ ਕਰੀਏ, ਜਿੱਥੇ ਅਸੀਂ ਗੱਲ ਕਰਦੇ ਹਾਂ ਸਰਕਾਰੀ ਹਸਪਤਾਲਾਂ ਦੀ ਵੀ ਫੈਸਿਲਿਟੀਜ਼ ਬਹੁਤ ਨੇ, ਪਰ ਕਈ ਵਾਰ ਉੱਥੇ ਭੀੜ ਵੀ ਹੁੰਦੀ ਹੈ ਲੋਕਾਂ ਦੀ ਬਹੁਤ ਜ਼ਿਆਦਾ, ਕਿਉਂਕਿ ਹਰ ਕੋਈ ਉੱਥੇ ਜਾਂਦਾ ਹੈ ਸੋਚਦਾ ਕਿ ਸਾਡਾ ਫ੍ਰੀ 'ਚ ਇਲਾਜ ਹੋ ਜਾਏਗਾ, ਅਤੇ ਪਰ ਉੱਥੇ ਕਈ ਵਾਰੀ ਮਿਸਬਿਹੇਵ ਦੀਆਂ ਅਸੀਂ ਘਟਨਾਵਾਂ ਜਿਹੜੀਆਂ ਉਹ ਵੀ ਸੁਣਦੇ ਹਾਂ। ਅਗਰ ਅਸੀਂ ਪ੍ਰਾਈਵੇਟ ਦੀ ਗੱਲ ਕਰੀਏ ਤਾਂ ਉੱਥੇ ਫੀਸਾਂ ਬਹੁਤ ਜ਼ਿਆਦਾ ਹੁੰਦੀਆਂ ਨੇ, ਲੋਕ ਉੱਥੇ ਨਹੀਂ ਜਾ ਪਾਉਂਦੇ। ਸੋ ਫੈਸਿਲਿਟੀਜ਼ ਦੇ ਨਾਮ ਦੇ ਉੱਤੇ ਆਪਾਂ ਕੀ ਕੁਛ ਇੱਥੇ ਜਿਹੜਾ ਹੁਣ ਤੱਕ ਪ੍ਰੋਵਾਈਡ ਕਰ ਚੁੱਕੇ ਹਾਂ ਅਤੇ ਕੀ ਕੁਛ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕੀਤਾ ਜਾ ਸਕਦਾ? ਦੇਖੋ, ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਇਹ ਹਸਪੀਟਲ ਬੇਸਿਕਲੀ ਉਹਨਾਂ ਲੋਕਾਂ ਦੀ ਮਦਦ ਵਾਸਤੇ ਹੈ ਜਿਹੜੇ ਬਹੁਤ ਨੀਡੀ ਨੇ। ਨੰਬਰ 2, ਜੇ ਆਪਾਂ ਸਰਕਾਰੀ ਹਸਪੀਟਲ ਦੀ ਗੱਲ ਕਰੀਏ ਵੀ ਉੱਥੇ ਫ੍ਰੀ ਮਿਲਦਾ, ਫ੍ਰੀ ਉੱਥੇ ਵੀ ਕੁਝ ਨਹੀਂ ਮਿਲਦਾ ਜਿਹੜਾ ਹੈਗਾ। ਜਿਹੜੇ ਇਹ ਜਿੱਥੇ ਆਪਾਂ ਇਲਾਜ ਵਾਲਾ ਸੈਂਟਰ ਜਿਹੜੇ ਹੈਗੇ ਨਾ ਫ੍ਰੀ ਵਾਲੇ, ਜਿਵੇਂ ਹੁਣ ਇੱਥੇ 20 ਰੁਪਏ ਸਾਰੀ ਪਰਚੀ ਫੀਸ ਲੱਗਦੀ ਹੈ, 20 ਰੁਪਏ 'ਚ ਤੁਸੀਂ ਸਪੈਸ਼ਲਿਸਟ ਡਾਕਟਰ ਨੂੰ ਵੀ ਚਲਾ ਕੇ ਦਿਖਾ ਲੈਂਦੇ ਹੋ। ਉੱਥੇ ਵੀ 10 ਰੁਪਏ ਫੀਸ ਤਾਂ ਉੱਥੇ ਵੀ ਹੈਗੀ ਹੈ ਵਿੱਚ ਜਿਹੜੀ ਹੈਗੀ ਹੈ। ਨੰਬਰ 2 ਜਿਹੜੀ ਹੈਗੀ ਹੈ ਕਿ ਉੱਥੇ ਜੇ ਕਿਸੇ ਦਾ ਆਪਰੇਸ਼ਨ ਹੋ ਰਿਹਾ ਤਾਂ ਉੱਥੇ ਵੀ ਪੈਸੇ ਲੱਗਦੇ ਆ। ਇੱਥੇ ਤਾਂ ਅਜੇ ਤੱਕ ਅਸੀਂ ਬਹੁਤ ਹੀ ਜ਼ਿਆਦਾ ਜਨਰਲਾਈਜ਼ਡ ਕੀਤਾ ਹੋਇਆ ਇਸ ਸਿਸਟਮ ਨੂੰ, ਕਿਉਂਕਿ ਇਸ ਨੂੰ ਹੁਣ ਦੀ ਘੜੀ ਇਹ ਸੀ ਕਿ ਇਸ ਨੂੰ OPD 'ਚ ਵੀ ਰੱਖਿਆ ਜਾਵੇ, ਅਤੇ ਜਿਹੜਾ ਕੋਈ ਟਰੋਮਾ ਆਉਂਦਾ ਜਿੱਥੇ ਸੱਟ ਸੁੱਟ ਲੱਗ ਜਾਂਦੀ ਹੈ ਜਾਂ ਕੋਈ ਹੋਰ ਐਮਰਜੈਂਸੀ, ਛੋਟੀ ਐਮਰਜੈਂਸੀ ਆਉਂਦੀ ਹੈ, ਉਸ ਨੂੰ ਅਟੈਂਡ ਕੀਤਾ ਜਾ ਰਿਹਾ। OPD ਦੇ ਵਿੱਚ ਆਪਣੇ ਕੋਲ ਹੁਣ ਤਕਰੀਬਨ ਸਾਰੇ ਡਾਕਟਰਸ ਜਿਹੜੇ ਹੈਗੇ ਨਾ ਵੱਖਰੇ ਟਾਈਮ ਦੇ ਉੱਤੇ ਵਿਜ਼ਿਟ ਕਰਦੇ ਆ, ਚਾਹੇ ਮੈਡੀਸਿਨ ਵਾਲਾ ਹੋਵੇ, ਆਰਥੋ ਵਾਲਾ ਹੋਵੇ, ਸਕੈਟਰੀ ਵਾਲੇ ਹੈਗੇ ਆ, ਸਕਿਨ ਵਾਲੇ ਹੈਗੇ ਆ, ਆਈ ਵਾਲੇ ਹਸਪੀਟਲ ਹੈਗੇ ਆ, ਦੰਦਾਂ ਦਾ ਪੂਰਾ ਫੁੱਲ ਫਲੈਸ਼ਡ ਵਿੰਗ ਜਿਹੜਾ ਹੈਗਾ ਉਹ ਚੱਲ ਰਿਹਾ। ਜਨਰਲ ਮੈਡੀਸਿਨ ਜਿਹਨੂੰ ਆਪਾਂ ਕਹਿੰਦੇ ਹਾਂ, ਜਿਹਦੇ 'ਚ ਕੋਈ ਇੱਕ ਡਾਕਟਰ ਜਿਹੜਾ MBBS ਡਾਕਟਰ ਉਹ ਸਾਰੀ ਤਰ੍ਹਾਂ ਦੇ ਮਰੀਜ਼ ਜਿਹੜੇ ਹੈਗੇ ਉਸ ਨੂੰ ਦੇਖੇਗਾ। ਇਹ ਸੈਟਅਪ ਤਾਂ ਆਪਣੇ ਕੋਲ ਹੁਣ ਸਾਰਾ ਬਣ ਗਿਆ ਵਿੱਚ ਜਿਹੜਾ ਹੈਗਾ। ਆਉਣ ਵਾਲੇ ਸਮੇਂ ਦੇ ਵਿੱਚ ਇਹ ਹੈਗਾ ਕਿ ਇਹਦੇ 'ਚ ਵੱਡੇ ਆਪਰੇਸ਼ਨ ਜਿਹੜੇ ਹੈਗੇ ਨੇ ਉਹ ਥੀਏਟਰ ਵੀ ਆਲਮੋਸਟ ਤਿਆਰ ਹੋਣ ਲੱਗਿਆ ਵਿੱਚ ਜਿਹੜੀ ਹੈਗੀ ਹੈ। ਅਲਟਰਾਸਾਊਂਡ ਦੀ ਫੈਸਿਲਿਟੀ ਜਿਹੜੀ ਹੈਗੀ ਆ ਉਹ ਬਣ ਗਈ ਹੈ, ਔਰ ਐਮਰਜੈਂਸੀ ਆਪਣੇ ਕੋਲ ਜਿਹੜੀ ਹੈਗੀ ਹੈ ਚੱਲ ਰਹੀ। ਸੋ ਇਹਨੂੰ ਬੇਸਿਕਲੀ ਆਪਾਂ ਨਾ ਮਲਟੀ ਸਪੈਸ਼ਲਿਟੀ ਹਸਪੀਟਲ ਕਹਿ ਕੇ ਚੱਲਾਂਗੇ, ਲੇਕਿਨ ਅਜੇ ਤੱਕ ਉਸ ਸਕੇਲ 'ਤੇ ਨਹੀਂ ਆ ਜਿਸ 'ਤੇ ਮਲਟੀ ਸਪੈਸ਼ਲਿਟੀ ਹਸਪੀਟਲ ਚੱਲੇਗਾ, ਲੇਕਿਨ ਸਾਰੀਆਂ ਪ੍ਰੋਵੀਜ਼ਨਸ ਮਲਟੀ ਸਪੈਸ਼ਲਿਟੀ ਹਸਪੀਟਲ ਦੀ ਤਰ੍ਹਾਂ ਜਿਹੜੀ ਹੈਗੀ ਹੈ। ਗੌਰਮੈਂਟ ਦੇ ਸੈਟਅਪ ਨਾਲੋਂ ਤਾਂ ਇਹ ਇਸ ਕਰਕੇ ਵੀ ਜ਼ਿਆਦਾ ਵਧੀਆ ਹੈਗਾ ਕਿਉਂਕਿ ਇਹ ਸੈਟਅਪ ਜਿਹੜਾ ਬੇਸਿਕਲੀ ਇਹ ਸੇਵਾ ਵਾਲਾ ਸੈਟਅਪ ਹੈ। ਇਹ ਕਿਉਂਕਿ ਮੈਂ ਆਪ 33 ਸਾਲ ਨੌਕਰੀ ਕੀਤੀ ਹੈ ਗੌਰਮੈਂਟ ਦੀ, ਰਿਟਾਇਰਡ ਐਜ਼ ਅ ਸਿਵਲ ਸਰਜਨ, ਸੋ ਸਾਰੇ ਲੈਵਲ 'ਤੇ ਮੈंने ਨੌਕਰੀ ਕੀਤੀ ਹੈ। ਉਹ ਉਸ ਤਰ੍ਹਾਂ ਦਾ ਇਹ ਸੈਟਅਪ ਨਹੀਂ ਹੈ। ਡਾਕਟਰਸ ਸਾਰਿਆਂ ਨੂੰ ਇਹ ਗੱਲ ਕਹੀ ਹੋਈ ਹੈ ਕਿ ਇਹ ਸੈਟਅਪ ਨੂੰ ਆਪਾਂ ਇਹ ਤਾਂ ਨਹੀਂ ਕਹਿਣਾ ਕਿ ਆਪਾਂ ਗੌਰਮੈਂਟ ਨੂੰ ਰਿਪਲੇਸ ਕਰ ਰਹੇ ਹਾਂ, ਆਪਾਂ ਤਾਂ ਐਡ ਅਪ ਕਰ ਰਹੇ ਹਾਂ ਸਿਸਟਮ ਦੇ ਵਿੱਚ, ਠੀਕ ਹੈ।
ਜੇ ਆਪਾਂ ਐਡ ਅਪ ਕਰ ਰਹੇ ਹਾਂ ਤੇ ਆਪਣਾ ਜਿਹੜਾ ਸੇਵਾ ਹੁੰਦੀ ਹੈ ਮਰੀਜ਼ ਦੇ ਪ੍ਰਤੀ ਉਹਦੇ ਵਾਸਤੇ ਸਾਨੂੰ ਥੋੜ੍ਹਾ ਜ਼ਿਆਦਾ ਮਿਹਨਤ ਕਰਨੀ ਪਏਗੀ, ਉਸ ਪਾਸੇ ਰੱਖਣਾ ਪਏਗਾ ਆਪਾਂ ਨੂੰ। ਆਪਾਂ ਇਹ ਨਹੀਂ ਨੋਰਮਲੀ ਜਿਵੇਂ ਗਵਰਨਮੈਂਟ ਨੌਕਰੀ 'ਚ ਜਿਵੇਂ ਮੈਂ ਵੀ ਕੀਤੀ ਹੈ, ਚੱਲ ਠੀਕ ਹੈ ਮਰੀਜ਼ ਦੇਖ ਲਿਆ ਕਿ ਮੇਰੀ ਕਿਹੜੀ ਤਨਖਾਹ ਘਟਦੀ ਹੈ, ਨਹੀਂ, ਉਹ ਵਾਲਾ ਪਾਰਟ ਨਹੀਂ ਹੈ। ਇਹ ਪਾਰਟ ਇਹ ਹੈਗਾ ਕਿ ਕੋਈ ਵੀ ਆਦਮੀ ਉੱਥੇ ਆਵੇ ਅਤੇ ਉਸ ਨੂੰ ਮੰਨ ਲਓ ਸਪੋਜ਼ ਆਪਾਂ ਇੱਥੇ ਨਹੀਂ ਵੀ ਅਟੈਂਡ ਕਰ ਸਕਦੇ ਜਾਂ ਉਸ ਲੈਵਲ ਦਾ ਆਪਣੇ ਕੋਲ ਉਹਦਾ ਆਪਰੇਸ਼ਨ ਕਰਨ ਦਾ ਨਹੀਂ ਹੈ, ਉਹਨੂੰ ਸਹੀ ਢੰਗ ਨਾਲ ਗਾਈਡ ਤਾਂ ਕੀਤਾ ਜਾ ਸਕਦਾ ਕਿ ਤੂੰ ਫਲਾਣੇ ਹੌਸਪੀਟਲਸ ਦੇ ਵਿੱਚ ਜਿਹੜਾ ਹੈਗਾ ਚਲੇ ਜਾਏਗਾ, ਬਜਾਏ ਕਿ ਉਹਨੂੰ ਪਹਿਲਾਂ ਚੱਕਰਾਂ 'ਚ ਪਾਇਆ ਰੱਖੇ, ਸਾਰੇ ਟੈਸਟ ਉਹਦੇ ਕਰਵਾ ਲਓ, ਫਿਰ ਠੀਕ ਹੈ ਜਿਵੇਂ ਕਹਿੰਦੇ ਉਹਦੀ ਜੇਬ ਖਾਲੀ ਕਰਕੇ ਫਿਰ ਉਸ ਨੂੰ ਤੋਰ ਦਿਓ। ਨਹੀਂ, ਇਸ ਤਰ੍ਹਾਂ ਦਾ ਸੈਟਅਪ ਨਹੀਂ ਹੈ। ਇਹ ਸੈਟਅਪ ਦਾ ਮੇਨ ਮਕਸਦ ਇਹ ਹੈ ਕਿ ਇੱਕ ਤਾਂ ਜਿੰਨੀ ਜੈਨੂਅਨ ਜਿਹੜਾ ਹੈਗਾ ਉਹ ਮੈਡੀਸਿਨ ਜਿਹੜੀ ਹੈਗੀ ਜਿਵੇਂ ਆਪਣੀ ਬਾਹਰ ਜਿਹੜੀ ਹੈਗੀ ਆ ਉਹ ਕਾਫੀ ਚੀਪ ਮੈਡੀਸਿਨ ਜਿਹੜੀ ਹੈਗੀ ਉੱਥੋਂ ਮਿਲ ਜਾਂਦੀ ਹੈ। ਫਿਰ ਡਾਕਟਰ ਦੀ ਜਿਹੜੀ ਕੰਸਲਟੇਸ਼ਨ ਹੈ ਜਾਂ ਤਾਂ ਉਸ ਦਾ ਇਲਾਜ ਕਰੇ ਜਾਂ ਫਿਰ ਉਹਨੂੰ ਪ੍ਰੋਪਰ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਉਹ ਰੈਫਰ ਕਰ ਦੇਵੇ ਵਿੱਚ। ਹਾਂ, ਮਤਲਬ ਉਸ ਨੂੰ ਚੱਕਰਾਂ 'ਚ ਨਾ ਪਾਇਆ ਜਾਵੇ, ਕਿਉਂਕਿ ਅੱਜ ਦੀ ਡੇਟ 'ਚ ਜੋ ਮਿਸਲੀਡ ਨਾ ਕੀਤਾ ਜਾਵੇ, ਕਿਉਂਕਿ ਅੱਜ ਦੀ ਡੇਟ 'ਚ ਡਾਕਟਰਸ 'ਤੇ ਇਹ ਜਿਹੜਾ ਇਲਜ਼ਾਮ ਲੱਗਿਆ ਹੋਇਆ ਸੀ ਨਾ, ਜਿਵੇਂ ਲੋਕ ਪਹਿਲਾਂ ਜਿਹੜਾ ਹੈਗਾ ਉਹ ਡੈਮੀਗੋਡ ਦੀ ਗੱਲ ਕਰਦੇ ਸੀਗੇ, ਉਹ ਨਹੀਂ ਹੈ, ਉਹ ਤਾਂ ਡਾਕੂ ਡੂਕੂ ਕਹਿਣ ਲੱਗ ਗਏ ਲੋਕ ਜਿਹੜੇ ਹੈਗੇ। ਉਹ ਜਿਹੜਾ ਡਾਕੂਪੁਣਾ ਘਟਾਉਣ ਵਾਸਤੇ ਪਲੱਸ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਵੈਸੇ ਆਉਣ ਵਾਲੇ ਸਮੇਂ 'ਚ ਅਸੀਂ ਕੋਸ਼ਿਸ਼ ਕਰਾਂਗੇ, ਕਿਉਂਕਿ ਇਹਦਾ ਪਹਿਲਾਂ ਵੀ ਸਾਡਾ ਮਕਸਦ ਸੀਗਾ ਕਿ ਲੋਕਾਂ ਦਾ ਸਿਰਫ ਟ੍ਰੀਟ ਕਰਨਾ ਹੀ ਜ਼ਰੂਰੀ ਨਹੀਂ ਹੈ, ਉਹਨਾਂ ਨੂੰ ਜਾਗਰੂਕ ਕਰਨਾ ਵੀ ਜ਼ਰੂਰੀ ਹੈ ਬਿਮਾਰੀ ਦੇ ਪ੍ਰਤੀ। ਜਿਵੇਂ ਹੁਣ ਤੁਸੀਂ ਦੇਖੋ ਨਾ ਡੇਂਗੂ ਵਾਲਾ ਬੁਖਾਰ ਚੱਲ ਰਿਹਾ ਵਿੱਚ ਜਿਹੜਾ ਹੈਗਾ, ਸੋ ਇਹਦੇ 'ਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਕੀ ਹੈ? ਜਾਣਕਾਰੀ ਦੇ ਵਿੱਚ ਇਹ ਹੈਗਾ ਕਿ ਤੁਸੀਂ ਘਰਾਂ ਦੇ ਵਿੱਚ ਪਾਣੀ ਨਹੀਂ ਇਕੱਠਾ ਹੁੰਦਾ ਨਾ, ਸਾਫ਼ ਪਾਣੀ 'ਤੇ ਬੈਠਦਾ। ਇਹ ਤਾਂ ਹੁਣ ਲੋਕਾਂ ਨੇ ਜ਼ਿੰਮੇਵਾਰੀ ਨਿਭਾਉਣੀ। ਜੇ ਆਪਾਂ ਬਾਰ-ਬਾਰ ਰਿਪੀਟਡਲੀ ਲੋਕਾਂ ਨੂੰ ਕਹਿੰਦੇ ਰਹਾਂਗੇ ਤਾਂ ਉਹ ਸ਼ਾਇਦ ਉਸ ਗੱਲ ਨੂੰ ਮੰਨ ਜਾਣਗੇ। ਦੂਸਰਾ ਉਹਦੇ 'ਚ ਇਹ ਸੀਗਾ ਕਿ ਫੋਗਿੰਗ ਕਰਾ ਕੇ ਗੌਰਮੈਂਟ ਨੂੰ ਅਵੇਅਰ ਕੀਤਾ। ਮੇਰੇ ਵੱਲੋਂ ਕਈ ਸਾਰੀਆਂ ਨਿਊਜ਼ ਵੀ ਲੱਗੀਆਂ ਵਿੱਚ ਇਸ ਕਰਕੇ ਵੀ ਫੋਗਿੰਗ ਕਰਾਉਣੀ ਹੈ, ਮੱਛਰ ਨੂੰ ਮਾਰਨਾ ਵੀ ਹੈ ਆਪਾਂ, ਠੀਕ ਹੈ, ਮਾਰਨਾ ਵੀ ਹੈ ਅਤੇ ਸਾਫ਼ ਵੀ ਰੱਖਣਾ, ਉਹਨੂੰ ਪੈਦਾ ਵੀ ਨਹੀਂ ਹੋਣ ਦੇਣਾ। ਦੋ ਗੱਲਾਂ ਸੀਗੀਆਂ ਵਿੱਚ, ਹੈ ਨਾ। ਫਿਰ ਤੀਸਰਾ ਇਹ ਸੀਗਾ ਕਿ ਲੁੱਟ ਖਸੁੱਟ ਬਹੁਤ ਹੁੰਦੀ ਹੈ। ਹੁਣ ਸਾਡੇ ਕੋਲ ਕਾਫੀ ਸਾਰੇ ਪੇਸ਼ੈਂਟਸ ਇੱਥੇ ਜਿਹੜੇ ਆ ਰਹੇ ਆ, ਇਹਨਾਂ ਮਰੀਜ਼ਾਂ ਦਾ ਜਿਹੜਾ ਹੈਗਾ 100 200 400 ਨਾਲ ਸਰ ਜਾਂਦਾ। ਜੇ ਆਪਾਂ ਪ੍ਰਾਈਵੇਟ ਹੌਸਪੀਟਲ 'ਚ ਹੋਵੇ ਤਾਂ ਉਹ ਫਿਰ ਜਿੰਨੇ ਇੱਥੇ 100 ਲੱਗਦੇ ਆ ਉੱਥੇ ਉਨੇ 1000 ਲੱਗਦੇ ਆ, ਮੀਨਸ 10 ਗੁਣਾ ਜ਼ਿਆਦਾ ਜਿਹੜੀ ਹੈਗੀ ਆ ਉਹ। ਸੋ 10 ਗੁਣਾ ਤੋਂ ਵੀ ਜ਼ਿਆਦਾ ਮੈਂ ਦੇਖਿਆ ਪ੍ਰੈਕਟੀਕਲੀ ਜ਼ਿਆਦਾ ਲੈ ਜਾਂਦੇ। ਸੋ ਉਹਦੇ 'ਚ ਇਸ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ, ਜਿਵੇਂ ਕੋਵਿਡ ਵਿੱਚ ਬਹੁਤ ਜ਼ਿਆਦਾ ਪ੍ਰਭ ਆਸਰਾ ਨੇ ਲੋਕਾਂ ਦੀ ਮਦਦ ਕੀਤੀ ਹੈ ਹੈਲਥ ਐਜੂਕੇਸ਼ਨ ਪੁਆਇੰਟ ਆਫ ਦੇ ਨਾਲ। ਮੇਰੀ ਵੀ ਡਾਇਰੈਕਟ ਇਨਵੋਲਵਮੈਂਟ ਰਹੀ ਹੈ ਲੋਕਾਂ ਦੇ ਵਿੱਚ, ਕਿਉਂਕਿ ਮੇਰਾ ਜਿਹੜਾ ਇਹ ਫੋਨ ਹੈ ਇਹ 24/7 ਖੁੱਲ੍ਹਾ ਰਹਿੰਦਾ, ਇੱਕ ਨੰਬਰ ਜਿਹੜਾ ਹੈ। ਕਿਤੇ ਇਹ ਲੱਗਦਾ ਹੈ ਕਿ ਸਾਨੂੰ ਮਿਲ ਜੁਲ ਕੇ ਖੁਦ ਕਦਮ ਚੁੱਕਣੇ ਪੈਣਗੇ, ਜਿਵੇਂ ਕਿ ਪ੍ਰਭ ਆਸਰਾ ਨੇ ਇੱਕ ਇਨੀਸ਼ੀਏਟਿਵ ਲਿਆ ਔਰ ਪ੍ਰਭ ਆਸਰਾ ਇਸ ਰਸਤੇ ਤੁਰ ਵੀ ਰਿਹਾ। ਸੋ ਬਹੁਤ ਸਾਰੇ ਲੋਕਾਂ ਦੀ ਜ਼ਰੂਰਤ ਹੈ ਹਜੇ ਵੀ ਕਿ ਜਿਹੜੇ ਮੁਹਿੰਮ ਦੇ ਵਿੱਚ ਸ਼ਾਮਲ ਹੋਣ ਅਤੇ ਇਸ ਮੁਹਿੰਮ ਨੂੰ ਅੱਗੇ ਵਧਾਉਣ। ਸੋ ਲਾਸਟ ਕੁਐਸਚਨ ਮੇਰਾ ਤੁਹਾਡੇ ਤੋਂ ਇਹ ਹੈ ਕਿ ਕੀ ਅੱਗੇ ਹੋਰ ਪਲੈਨਿੰਗਸ ਨੇ ਕਿ ਅਸੀਂ ਇਸ ਮੈਡੀਕਲ ਸੇਵਾ ਨੂੰ ਹੋਰ ਅੱਗੇ ਵਧਾ ਕੇ ਲੈ ਕੇ ਚੱਲੀਏ? ਇਸ ਥਾਂ ਤੋਂ ਸ਼ੁਰੂ ਹੋ ਕੇ ਪਟਿਆਲੇ ਦੀ ਗੱਲ ਕਰਦੇ ਹਾਂ ਅਸੀਂ, ਸੋ ਅੱਗੇ ਹੋਰ ਕਿੱਥੇ ਤੁਹਾਡੇ ਪਲਾਨਸ ਦੇ ਵਿੱਚ ਹੈਗਾ? ਦੇਖੋ ਇਹਦੇ 'ਚ ਨਾ ਇਹ ਸਾਡੀ ਡਿਸਕਸ਼ਨ ਸੀ, ਜਿਵੇਂ ਪ੍ਰਭ ਆਸਰਾ ਦਾ ਇੱਕ ਸੈਂਟਰ ਜਿਹੜਾ ਹੈਗਾ ਨਾ ਉੱਧਰ ਆਪਣਾ ਜਿਹੜਾ ਲੁਧਿਆਣੇ ਡਿਸਟ੍ਰਿਕਟ ਦੇ ਵਿੱਚ ਵੀ ਚੱਲ ਰਿਹਾ ਕੀ ਪਿੰਡ ਦਾ ਨਾਮ ਹੈਗਾ, ਰਾਏਪੁਰ ਸਮਥਿੰਗ ਲਾਈਕ ਦੈਟ ਨਾ, ਮੈਨੂੰ ਐਗਜ਼ੈਕਟ ਪਿੰਡ ਦਾ ਨਾਮ ਨਹੀਂ ਜਾਣਦਾ। ਉੱਥੇ ਵੀ ਸੈਂਟਰ ਇੱਕ ਜਿਹੜਾ ਹੈਗਾ ਬਣਿਆ। ਤੋ ਅਸੀਂ ਪਹਿਲਾਂ ਇਹ ਪਲਾਨ ਕੀਤਾ ਸੀਗਾ ਕਿ ਜੇ ਪੰਜਾਬ ਨੂੰ 3 ਜਾਂ 4 ਹਿੱਸਿਆਂ ਦੇ ਵਿੱਚ ਵੰਡ ਕੇ ਜਿਹੜਾ ਹੈਗਾ, ਜਿੱਥੇ ਇਸ ਤਰ੍ਹਾਂ ਦੇ ਸੈਂਟਰ ਜਿਹੜੇ ਹੈਗੇ ਨੇ ਉਹ ਵਰਕ ਕਰ ਸਕਣ ਵਿੱਚ ਜਿਹੜੇ ਹੈਗੇ, ਕਿਉਂਕਿ ਜ਼ਰੂਰਤ ਤਾਂ ਹਰ ਥਾਂ ਹੀ ਹੈਗੀ ਹੈ ਨਾ ਵਿੱਚ ਜਿਹੜੀ ਹੈਗੀ ਹੈ। ਹਾਂ, ਤੋ ਇਸ ਸੈਂਟਰਸ ਨੂੰ ਮੈਡੀਕਲ ਹੈਲਪ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵਧਾਇਆ ਜਾਏਗਾ ਵਿੱਚ ਜਿਹੜੀ ਹੈਗੀ ਹੈ, ਜਿੱਥੇ ਜ਼ਰੂਰਤ ਹੋਏਗੀ। ਪੰਜਾਬ ਨੂੰ 3 4 5 ਹਿੱਸਿਆਂ ਦੇ ਵਿੱਚ ਵੰਡ ਕੇ ਵਿੱਚ ਜਿਹੜੀ ਹੈਗੀ ਹੈ। ਅਤੇ ਮੈਂ ਤਾਂ ਇਹੀ ਰਿਕੁਐਸਟ ਕਰਾਂਗਾ ਕਿ ਜਿਹੜੇ ਲੋਕ ਇੱਥੇ ਦਾਨ ਦਿੰਦੇ ਹੈ ਉਹਨਾਂ ਨੂੰ ਸਗੋਂ ਹੋਰ ਖੁੱਲ੍ਹ ਕੇ ਦਾਨ ਦੇ ਕੇ ਪਲੱਸ ਇਹਦੀ ਮੋਨੀਟਰਿੰਗ ਵੀ ਕਰਨੀ ਚਾਹੀਦੀ ਹੈ ਕਿ ਵਾਕਿਆ ਹੀ ਇਹ ਸੰਸਥਾ ਜਿਹੜੀ ਹੈਗੀ ਹੈ ਉਹਨਾਂ ਦੇ ਪੈਸੇ ਸਹੀ ਢੰਗ ਦੇ ਨਾਲ, ਜਾਂ ਜੋ ਉਹ ਵੀ ਚਾਹੁੰਦੇ ਆ, ਜਿਵੇਂ ਮੈਂ ਹੁਣ ਰਿਕੁਐਸਟ ਕਰ ਰਿਹਾ ਸਾਰਿਆਂ ਨੂੰ ਕਰੂੰਗਾ, ਬਾਰ-ਬਾਰ ਕਰਦਾ ਮੈਨੇ ਤਾਂ ਵਿੱਚ ਜਿਹੜੀ ਹੈਗੀ ਹੈ ਕਿ ਹੈਲਥ ਐਂਡ ਐਜੂਕੇਸ਼ਨ ਦੇ ਉੱਤੇ ਜਿੰਨੀ ਦੇਰ ਤੱਕ ਆਪਾਂ ਇਹ 2 ਚੀਜ਼ਾਂ ਨੂੰ ਇੰਪਰੂਵ ਨਹੀਂ ਕਰਦੇ ਉਨੀ ਦੇਰ ਤੱਕ ਆਪਾਂ ਕੁਛ ਵੀ ਕਰ ਲਈਏ, ਠੀਕ ਹੈ, ਆਪਾਂ ਨੂੰ ਉਹਦੇ 'ਚੋਂ ਪ੍ਰੋਡਕਟ ਜਿਹੜੀ ਅੱਛੀ ਨਿਕਲਣੀ ਨਹੀਂ ਵਿੱਚ ਜਿਹੜੀ ਹੈਗੀ, ਠੀਕ ਹੈ। ਸੋ ਇਹਦੇ 'ਚ ਜਿੱਥੇ ਤੱਕ ਪਾਣੀ ਦੀ ਗੱਲ ਹੈਗੀ ਹੈ, ਜਿੱਥੇ ਤੱਕ ਕਿਸਾਨੀ ਦੀ ਗੱਲ ਹੈਗੀ ਹੈ, ਜਿੱਥੇ ਤੱਕ ਹੈਲਥ ਦੀ ਗੱਲ ਹੈਗੀ ਹੈ, ਜਿੱਥੇ ਤੱਕ ਐਜੂਕੇਸ਼ਨ, ਇਹ ਸਾਰੇ ਮੁੱਦਿਆਂ ਦੇ ਉੱਤੇ ਜਿਹੜੇ ਦਾਨ ਕਰਨ ਵਾਲੇ ਨੇ ਲੋਕ, ਉਹਨਾਂ ਨੂੰ ਇਹਦੇ 'ਤੇ ਫੋਕਸ ਕਰਨਾ ਚਾਹੀਦਾ, ਨਾ ਕਿ ਸੈਲੀਬ੍ਰੇਸ਼ਨਸ 'ਤੇ। ਤੁਸੀਂ ਦੇਖੋ ਨਾ, ਲੰਗਰ ਜਿਹੜਾ ਹੈਗਾ ਉਹ ਇਸ ਕਰਕੇ ਬਣਾਇਆ ਗਿਆ ਸੀਗਾ ਕਿ ਲੋਕ ਇਕੱਠੇ ਹੋ ਕੇ ਬੈਠਣ ਅਤੇ ਇੱਕ ਇਕੱਠਾ ਮੈਸੇਜ ਜਾਵੇ। ਸੜਕ 'ਤੇ ਤੁਰਿਆ ਜਾਂਦਾ 20 ਲੱਖ ਦੀ ਗੱਡੀ ਹੈਗੀ ਆ, ਉਹਦੇ ਹੱਥ 'ਚ ਲੰਗਰ ਬਣਾਉਂਦੇ, ਉਹਨੂੰ ਲੰਗਰ ਕਹਾਂਗੇ ਆਪਾਂ? ਕਿਵੇਂ ਕਹਾਂਗੇ ਲੰਗਰ ਆਪਾਂ?
ਨਹੀਂ, ਮੈਂ NRIs ਜਿਹੜੇ ਜ਼ਿਆਦਾ ਪੈਸੇ ਦਿੰਦੇ ਨੇ ਮੈਂ ਉਹਨਾਂ ਕੋਲ ਪੁੱਛਣਾ ਚਾਹੁੰਦਾ ਵੀ ਕਿਵੇਂ ਉਸ ਨੂੰ ਕਿਵੇਂ ਲੰਗਰ ਕਹਾਂਗੇ ਆਪਾਂ ਜਿਹੜਾ ਹੈਗਾ। ਆਪਾਂ ਪੰਗਤ 'ਚ ਬੈਠੇ ਹੋਏ ਹਾਂ, ਇੱਕ ਮੈਸੇਜ ਲੈ ਕੇ ਜਾਣਾ, ਉਸ ਨੂੰ ਤਾਂ ਆਪਾਂ ਲੰਗਰ ਕਹਾਂਗੇ ਵਿੱਚ, ਲੇਕਿਨ ਤੁਰੇ ਜਾਂਦੇ ਸੜਕ ਦੇ ਉੱਤੇ ਤੁਸੀਂ ਜਿਹੜੇ ਹੈਗੇ ਲੱਡੂ ਖਵਾਉਂਦੇ ਹੋ, ਜਲੇਬੀਆਂ ਖਵਾਉਂਦੇ ਹੋ, ਇਸ ਨੂੰ ਕਿਵੇਂ ਲੰਗਰ ਕਹਾਂਗੇ। 20 ਲੱਖ ਦੀ ਕਾਰ ਹੁੰਦੀ ਉਹਦੇ ਹੱਥ 'ਚ ਫੜੀ ਹੋਈ ਵਿੱਚ। ਆਪਾਂ ਨੂੰ ਨਾ ਇਸ ਮਾਨਸਿਕਤਾ ਨੂੰ ਚੇਂਜ ਕਰਨਾ ਪਏਗਾ। ਜੇ ਆਪਾਂ ਇਸ ਮਾਨਸਿਕਤਾ ਨੂੰ ਨਾ ਚੇਂਜ ਕੀਤਾ, ਜਿਵੇਂ ਹੁਣ ਮੇਰੀ ਉਮਰ ਜਿਹੜੀ ਹੈਗੀ ਉਹ 60 ਸਾਲ ਦੇ ਕਰੀਬ ਹੋਣ ਵਾਲੀ ਹੈ, 33 ਸਾਲ ਮੈंने ਨੌਕਰੀ ਕੀਤੀ ਹੈ। ਮੈਂ ਅੱਜ ਤੱਕ ਭਾਵੇਂ ਮੈਂ ਆਪਣੀ ਯੂਨੀਅਨ ਦਾ ਚੀਫ ਐਡਵਾਈਜ਼ਰ ਵੀ ਰਿਹਾ, ਲੇਕਿਨ ਮੈਂ ਬਾਰ-ਬਾਰ ਇਹੀ ਗੱਲ ਕਹਿੰਦਾ ਵੀ ਜਿਹੜੀਆਂ ਯੂਨੀਅਨ ਵੀ ਬਣੀਆਂ ਹੋਈਆਂ, ਕਦੀ ਆਪਾਂ ਆਪਣੇ ਡਿਪਾਰਟਮੈਂਟ ਨੂੰ ਇੰਪਰੂਵ ਕਰਨ ਦੀ ਗੱਲ ਹੀ ਨਹੀਂ ਕੀਤੀ। ਆਪਾਂ ਤਾਂ ਮੈਨੂੰ TADA ਮਿਲਣਾ ਚਾਹੀਦਾ ਹੈ, ਮੈਨੂੰ ਤਨਖਾਹ ਇੰਨੀ ਮਿਲਣੀ ਚਾਹੀਦੀ ਸੀ। ਇੱਥੇ ਵੀ ਇਹ ਜਿਹੜੇ ਲੋਕ ਬਹੁਤੇ ਸਾਰੇ ਦਾਨ ਕਰਨ ਵਾਲੇ ਨੇ, ਇਹ ਤਰਸ ਦੇ ਆਧਾਰ 'ਤੇ ਅਸਲ 'ਚ ਦਾਨ ਕਰਦੇ ਆ। ਤਰਸ ਦੇ ਆਧਾਰ 'ਤੇ ਦਾਨ ਕੀਤੇ ਦਾ ਕੋਈ ਮੁੱਲ ਨਹੀਂ ਹੈ ਵਿੱਚ। ਮਦਦ ਦੇ ਆਧਾਰ 'ਤੇ ਦਾਨ ਕਰੋ ਵੀ ਵਾਕਈ ਇਸ ਬੰਦੇ ਦੀ ਮਦਦ ਕੀਤੀ ਹੈ ਮੈंने, ਉਹ ਆਪਣੀ ਲਾਈਫ ਪਹੁੰਚੀ ਹੈ ਕਿਤੇ ਜਾਂ ਨਹੀਂ ਪਹੁੰਚੀ, ਉਹਦੀ ਮੋਨੀਟਰਿੰਗ ਵੀ ਜ਼ਰੂਰੀ ਹੈ। ਪਲੱਸ ਉਹਦਾ ਫਾਇਦਾ ਕੀ ਹੋਇਆ। ਜਿਵੇਂ ਹੁਣ ਆਪਾਂ ਸੈਂਟਰ ਹੈ ਜਿਹੜਾ ਆਪਣਾ ਪਟਿਆਲੇ ਵਾਲਾ, ਉੱਥੇ ਜਿਹੜਾ ਆਪਾਂ ਉੱਥੇ ਹੈਲਥ ਆਫੀਸਰ ਜਿਹੜਾ ਹੈਗਾ ਹੁਣ ਰੱਖਿਆ ਹੋਇਆ, ਉਸ ਨੂੰ ਵੀ ਮੈंने ਕਿਹਾ ਕਿ ਆਪਾਂ ਨੂੰ ਇਹ ਦੇਖਣਾ ਕਿ ਆਪਾਂ ਸਿਰਫ ਇਹਨਾਂ ਨੂੰ ਲੰਗਰ ਹੀ ਖਵਾਉਣਾ ਜਾਂ ਰੋਟੀ ਦਿੱਤੀ ਹੈ ਤੇ ਛੱਤ ਦਿੱਤਾ ਹੈ, ਕਿ ਇਸ ਤੋਂ ਜ਼ਿਆਦਾ ਵੀ ਆਪਾਂ ਕੰਮ ਕਰਨਾ। ਹੁਣ ਅਸੀਂ ਉਸ ਦੀ ਵੱਖਰੀ ਵੱਖਰੀ ਕੈਟੇਗਰਾਈਜੇਸ਼ਨ ਕਰਕੇ ਉਹ ਬੰਦਿਆਂ ਨੂੰ ਜਿਹੜੇ ਠੀਕ ਹੋ ਸਕਦੇ ਨੇ, ਆਪਣੀ ਲਾਈਫ ਵਿੱਚ ਵਧੀਆ ਬਣ ਸਕਦੇ ਨੇ, ਉਹਨਾਂ ਨੂੰ ਬਣਾਉਣ ਦੀ ਕੋਸ਼ਿਸ਼ ਵੀ ਕਰਦੇ ਹਾਂ। ਸਕੂਲ ਵੀ ਜਿਵੇਂ ਵਿੱਚ ਚੱਲ ਰਿਹਾ, ਟੀਚਰਸ ਵੀ ਰੱਖੇ ਹੋਏ ਆ, ਰੀਹੈਬਿਲਿਟੇਸ਼ਨ ਸੈਂਟਰ ਵੀ ਜਿਹੜਾ ਹੈਗਾ ਉਹ ਚੱਲ ਰਿਹਾ। ਕਿਉਂਕਿ ਜੇ ਬੰਦੇ ਨੂੰ ਤੁਸੀਂ ਇੰਪਰੂਵ ਵੀ ਕੁਛ ਨਹੀਂ ਕੀਤਾ, ਜਿਵੇਂ ਦਾ ਜੰਮਿਆ ਉੱਦਾਂ ਦਾ ਮਰ ਗਿਆ, ਤਾਂ ਉਹਦਾ ਫਾਇਦਾ ਕੀ ਹੈ। ਠੀਕ ਹੈ। ਸੋ ਇਹ ਵਾਲੀਆਂ ਸੰਸਥਾਵਾਂ ਵੀ ਜਿਹੜੀਆਂ ਚੈਰੀਟੇਬਲ ਸੰਸਥਾਵਾਂ ਵੀ ਹੈਗੀਆਂ ਨੇ, ਮੈਂ ਉਹਨਾਂ ਨੂੰ ਵੀ ਰਿਕੁਐਸਟ ਕਰੂੰਗਾ ਵਿੱਚ ਜਿਹੜੀ ਹੈਗੀ ਕਿ ਆਪਾਂ ਲੋਕਾਂ ਦੇ ਜੀਵਨ ਪੱਧਰ ਨੂੰ ਉੱਪਰ ਚੱਕਣ ਵਾਸਤੇ ਕੀ ਕੀਤਾ, ਕਿ ਆਪਾਂ ਸਿਰਫ ਆਪਾਂ ਲੰਗਰ ਖਾ ਲਿਆ ਤੇ ਲੰਗਰ ਖਵਾ ਲਿਆ, ਹੈ ਨਾ। ਇਹਨਾਂ ਗੱਲਾਂ ਦਾ ਕੋਈ ਮੀਨਿੰਗ ਨਹੀਂ ਹੈ ਵਿੱਚ। ਉਹਦਾ ਫਿਰ ਬੰਦੇ ਦੀ ਲਾਈਫ ਹੈਗੀ ਆ, ਉਹ ਤਾਂ ਪਾਸ ਹੋ ਹੀ ਜਾਣੀ ਹੈ, ਚਾਹੇ ਉਹ ਛੱਤ ਥੱਲੇ ਲਈ, ਚਾਹੇ ਨੀਲੇ ਛੱਤ ਥੱਲੇ ਹੋ ਗਈ, ਚਾਹੇ ਇੱਟਾਂ ਦੇ ਛੱਤ ਥੱਲੇ ਹੋ ਗਈ। ਸੋ ਇਹ ਜਿਹੜੀਆਂ ਇੱਟਾਂ ਦਾ ਛੱਤ ਜਿਹੜਾ ਹੈਗਾ ਜਾਂ ਨੀਲੇ ਸਮਾਨ ਦਾ ਛੱਤ ਹੈਗਾ, ਉਹਦੇ ਥੱਲੋਂ ਕੱਢ ਕੇ ਉਹਦੀ ਲਾਈਫ ਨੂੰ ਕਿੰਨਾ ਵਧੀਆ ਆਪਾਂ ਬਣਾਇਆ, ਉਹ ਇੰਪੋਰਟੈਂਟ ਹੈ, ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਉਹਦੇ 'ਚ ਫਿਰ ਇਹ ਹੈਲਥ ਐਂਡ ਐਜੂਕੇਸ਼ਨ ਜਿਹੜੀ ਹੈਗੀ ਹੈ, ਇਹ ਦੋਨੇ ਚੀਜ਼ਾਂ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀਆਂ ਨੇ। ਧਰਮ ਨੂੰ ਤੁਸੀਂ ਪ੍ਰਮੋਟ ਕਰੋ, ਕੋਈ ਕਿਸੇ ਨੂੰ ਪ੍ਰੋਬਲਮ ਨਹੀਂ ਆਉਣੀ ਚਾਹੀਦੀ, ਲੇਕਿਨ ਧਰਮ ਦੇ ਬਾਰੇ ਕਿਹਾ ਜਾਂਦਾ ਹੈ ਕਿ ਰਿਲੀਜਨ ਇਜ਼ ਅ ਵੇ ਆਫ ਲਾਈਫ, ਇਟ ਇਜ਼ ਟੂ ਬੀ ਪ੍ਰੈਕਟਿਸਡ, ਨਾਟ ਟੂ ਬੀ ਸੈਲੀਬ੍ਰੇਟਡ। ਆਪਾਂ ਅਸਲ 'ਚ ਸੈਲੀਬ੍ਰੇਟ ਕਰਦੇ ਹਾਂ। ਤੁਸੀਂ ਦੇਖੋ ਕਿੰਨੇ ਜੇ ਆਪਾਂ ਸਿੱਖ ਧਰਮ ਦੀ ਵੀ ਗੱਲ ਕਰੀਏ, ਕੋਈ ਗੁਰਪੁਰਬ ਆਉਂਦਾ, ਕਿੰਨੇ ਪੈਸੇ ਉਹਦੇ 'ਤੇ ਖਰਚ ਕਰ ਦਿੰਦੇ ਆਪਾਂ। ਹੁਣੇ ਦੀਵਾਲੀ ਦੁਸਹਿਰਾ ਆਉਣਾ ਵਿੱਚ ਕਿੰਨੇ ਪੈਸੇ ਇਹਨਾਂ ਨੇ ਲੋਕਾਂ ਨੇ ਜਾੜ ਦੇਣੇ ਵਿੱਚ, ਲੰਗਰ ਸੜਕਾਂ ਦੇ ਉੱਤੇ ਲਾ ਕੇ ਧੱਕੇ ਨਾਲ ਉਹਨਾਂ ਦੇ ਮੂੰਹਾਂ ਦੇ ਵਿੱਚ ਪਾਉਣਾ। ਕਿ ਆਪਾਂ ਕੱਢਦੇ ਕਿਵੇਂ। ਤੁਸੀਂ ਪੰਜਾਬ ਦੇ ਵਿੱਚ ਕਹਿ ਲਓ, ਇੰਡੀਆ ਦੇ ਵਿੱਚ ਕਹਿ ਲਓ, 80% ਲੇਡੀਜ਼ ਜਿਹੜੀਆਂ ਹੈਗੀਆਂ ਨੇ ਉਹ ਅਨੀਮਿਕ ਨੇ, ਖੂਨ ਘੱਟ ਹੈ, ਕਰੋ ਨਾ ਉਹਨਾਂ ਨੂੰ ਦਾਨ, ਕੌਣ ਰੋਕਦਾ ਉਸ ਨੂੰ ਤੁਸੀਂ। ਪਰ ਤੁਸੀਂ ਉੱਥੇ ਤੋਂ ਤੁਸੀਂ ਪਹੁੰਚਦੇ ਨਹੀਂ। ਕਿੰਨੇ NRI ਨੇ ਜਿਹੜੇ ਸਕੂਲਾਂ ਦੇ ਵਿੱਚ ਜਿਹੜੇ ਹੈਗੇ ਆ ਉਹ ਵਿੱਚ ਜਾਂਦੇ ਨੇ, ਜਾਂ ਜਿੰਨੇ ਆਪਾਂ ਇੱਥੇ ਦਾਨ ਕਰਦੇ ਹਾਂ, ਕਿੰਨੇ ਜਾਂਦੇ ਆ ਸਕੂਲ ਦੇ ਵਿੱਚ, ਕਿੰਨੇ ਹਸਪਤਾਲ ਦੇ ਵਿੱਚ ਜਾਂਦੇ ਆ, ਕੁਛ ਨਹੀਂ ਜਾਂਦਾ ਕੋਈ ਵੀ। ਠੀਕ ਹੈ। ਜੇ ਉਹਨਾਂ ਕੋਲ ਸਾਡੀਆਂ ਵੀ ਕਈ NGOs ਹੋਰ ਵੀ ਚੱਲਦੀਆਂ ਨੇ, ਮੇਰੀਆਂ ਜਿਹੜੀਆਂ ਹੈਗੀਆਂ NGOs, ਪਰ ਦਾਨ ਕੌਣ ਦਿੰਦਾ। ਦਾਨ ਤਾਂ ਕੋਈ ਵੀ ਨਹੀਂ ਦੇਣ ਜਾਂਦਾ ਉੱਥੇ ਵਿੱਚ। ਜਿਹੜੀ ਤਰਸ ਦੇ ਦਾਨ 'ਤੇ ਆ ਜੀ ਥੱਲੇ ਜਿਹੜਾ ਹੈਗਾ ਬੰਦੇ ਨੂੰ ਕੱਪੜੇ ਪਵਾ ਦੇਂਗੇ ਜੀ, ਜਿਹੜੇ ਕੱਪੜੇ ਵੀ ਜਿਹੜੇ ਪਟੇ ਪੁਰਾਣੇ ਹੈਗੇ ਆ ਉਹ ਦੇਣੇ ਆ, ਉਹਨੂੰ ਦਾਨ ਕਹਿ ਦਿੰਦੇ ਆ ਵਿੱਚ। ਠੀਕ ਹੈ। ਦਾਨ ਵੀ ਕਰਦੇ ਆ ਕਿ ਇਹ ਸਵਰਗ 'ਚ ਜਾਵਾਂਗੇ ਅਸੀਂ। ਉਹ ਇਹ ਜਨਮ ਜਿਹੜਾ ਹੈਗਾ, ਇਹੀ ਤੁਹਾਡਾ ਨਰਕ ਅਤੇ ਇਹੀ ਤੁਹਾਡਾ ਸਵਰਗ। ਇੱਥੇ ਵਾਲੇ ਬੰਦੇ ਨੂੰ ਤਾਂ ਤੁਸੀਂ ਜਿਹੜਾ ਹੈਗਾ ਕੁਝ ਦਿੱਤਾ ਨਹੀਂ। ਠੀਕ ਹੈ। ਆਈ ਐਮ ਵੈਰੀ ਸੌਰੀ, ਮੈਂ ਤੁਹਾਨੂੰ ਦੂਜੀ ਇੱਕ ਗੱਲ ਕੋਟ ਕਰ ਦਿੰਦਾ। ਪਿੱਛੇ ਜਿਹੜਾ ਇੰਸੀਡੈਂਸ ਵਿੱਚ ਜਿਹੜਾ ਹੈਗਾ ਹੁਣ ਹੋਇਆ, ਉੱਥੇ ਜਿਹੜੀ ਫੈਮਿਲੀ ਤਰਨ ਬੈਠੀ ਹੋਈ ਹੈ, ਉਹ ਕਹੀ ਜਾਂਦੀ ਹੈ ਜੀ ਮੇਰਾ ਮੁੰਡਾ ਉੱਥੇ ਸੇਵਾ ਕਰੀ ਜਾਂਦਾ ਕਿਸਾਨਾਂ ਦੇ ਵਿੱਚ, ਮੈਂ ਉਸ ਦੀ ਸੇਵਾ ਤੋਂ ਕੀ ਲੈਣਾ, ਮੈਨੂੰ ਤਾਂ ਰੋਟੀ ਖਾਣ ਨੂੰ ਨਹੀਂ ਮਿਲ ਰਹੀ। ਸੋ ਇਸ ਦੀ ਸੇਵਾ ਦਾ ਕੀ ਫਾਇਦਾ ਫਿਰ, ਇਸ ਤਰ੍ਹਾਂ ਦੀ ਸੇਵਾ ਦਾ। ਠੀਕ ਹੈ। ਸਭ ਤੋਂ ਵੱਡੀ ਸੇਵਾ ਹੈਗੀ ਹੈ ਮਾਂ ਅਤੇ ਪਿਓ। ਆਪਾਂ ਜਦੋਂ ਬਾਹਰ ਨਿਕਲਦੇ ਫਿਰ ਆਪਾਂ ਸਮਾਜ ਤੋਂ ਇਲਾਵਾ ਫਿਰ ਆਪਣਾ ਦੇਸ਼ ਆਉਂਦਾ ਵਿੱਚ। ਜੇ ਆਪਾਂ ਤਾਂ ਹੀ ਮੈਂ ਬਾਰ-ਬਾਰ ਇਹ ਗੱਲ ਕਹਿਣਾ ਕਿ ਮਾਂ ਪਿਓ ਦੀ ਸੇਵਾ ਤਾਂ ਹਰ ਇੱਕ ਨੂੰ ਕਰਨੀ ਚਾਹੀਦੀ, ਇਸ ਬਾਰੇ ਦੱਸਣ ਦੀ ਜ਼ਰੂਰਤ ਨਹੀਂ। NRI ਜਿਹੜੇ ਹੈਗੇ ਨੇ ਆਪਣੇ ਪਿੰਡ ਨੂੰ ਅਡਾਪਟ ਕਰਕੇ ਕਿਉਂ ਨਹੀਂ ਉਹਦੇ 'ਚ ਸੇਵਾ ਕਰਦੇ, ਇਹ ਸਭ ਤੋਂ ਇੰਪੋਰਟੈਂਟ। ਸਾਨੂੰ ਆਪਣੇ ਗਰਾਊਂਡ ਲੈਵਲ ਦੇ ਉੱਤੇ ਇੰਪਰੂਵਮੈਂਟ ਕਰਨ ਦੀ ਲੋੜ। ਆਪਾਂ ਜਿਸ ਦੇ ਨਾਲ ਸਾਡਾ ਸਮਾਜ ਅੱਗੇ ਵੱਧ ਸਕਦਾ ਵਿੱਚ। ਹਾਂ, ਕਿਉਂਕਿ ਸਮਾਜ ਜਿਹੜਾ ਹੈਗਾ ਉਹ ਗੁਰਦੁਆਰੇ ਮੰਦਰਾਂ ਦੇ ਵਿੱਚ ਕਦੀ ਨਹੀਂ ਵਧਿਆ ਅਤੇ ਕਦੀ ਨਹੀਂ ਵਧਣਾ, ਕਦੀ ਵੀ ਨਹੀਂ ਵਧਿਆ ਅਤੇ ਕਦੀ ਨਹੀਂ ਵਧਣਾ। ਸਮਾਜ ਅੱਗੇ ਚੱਲੇਗਾ ਜਦੋਂ ਆਪਾਂ ਐਜੂਕੇਟ ਹੋ ਜਾਵਾਂਗੇ, ਜਦੋਂ ਆਪਣੀ ਹੈਲਥ ਵਧੀਆ ਹੋਏਗੀ। ਫਿਰ ਜੋ ਸਾਨੂੰ ਗੁਰੂ ਸਾਹਿਬਾਨਾਂ ਨੇ ਆਗਿਆਵਾਂ ਦਿੱਤੀਆਂ ਨੇ, ਉਹਦੇ ਉੱਤੇ ਚੱਲਦੇ ਹੋਏ ਇੱਕ ਦੂਸਰੇ ਦੀ ਸੇਵਾ ਕਰਨਾ, ਇੱਕ ਦੂਸਰੇ ਨਾਲ ਪਿਆਰ ਕਰਨਾ ਅਤੇ ਆਪਣੇ ਸਮਾਜ ਨੂੰ ਅੱਗੇ ਲੈ ਕੇ ਚੱਲਣਾ, ਉਹ ਸਭ ਤੋਂ ਵੱਡਾ ਸਿਧਾਂਤ ਹੈਗਾ ਜਿਹਦੇ ਉੱਤੇ ਚੱਲਣਾ ਚਾਹੀਦਾ। ਪਰ ਉਸ ਸਿਧਾਂਤ ਉੱਤੇ ਤਾਂ ਜਾਰੀ ਨਹੀਂ ਰੱਖਿਆ। ਗੁਰੂਆਂ ਦੇ ਜਿਹੜਾ ਸਿਧਾਂਤ ਸੀਗਾ ਬੜਾ ਸਿੰਪਲ ਜਿਹਾ ਸਿੱਧਾ ਤਾਂ ਹੈਗਾ ਸੀਗਾ। ਕਿਰਤ ਕਰਨੀ, ਅੱਜ ਕਿਰਤ ਕੌਣ ਕਰ ਰਿਹਾ ਪੰਜਾਬ ਦੇ ਵਿੱਚ? ਕਿਹੜਾ ਬੰਦਾ ਜਿਹੜਾ ਹੈਗਾ ਉਹ ਆਪਣੇ ਕਿਸਾਨੀ ਦੀ ਕਿਰਤ ਕਰ ਰਿਹਾ? ਐਕਚੁਅਲੀ ਜਿਹੜਾ ਆਤਮ ਹੱਤਿਆ ਕਰ ਰਿਹਾ ਉਹ ਆਪਣੀ ਨਾਕਾਮੀ ਕਰਕੇ ਕਰ ਰਿਹਾ।
ਮੇਰੇ ਵੱਲੋਂ ਨਾ ਇੱਕ ਜਰਾ ਸੱਚੋ ਨਾਂ ਦਾ ਟਾਈਟਲ ਲਿਖਿਆ ਜਾਂਦਾ ਹਰ ਰੋਜ਼ ਮੈਨੇ ਲਿਖਣਾ ਹੁੰਦਾ, ਉਹਦਾ ਥੱਲੇ ਵਾਲੀ ਲਾਈਨ ਜਿਹੜੀ ਉਹ ਜੈ ਕਿਰਤੀ ਹੁੰਦੀ ਹੈ ਬਸ, ਕਿ ਜਿੰਨੀ ਦੇਰ ਤੱਕ ਆਪਾਂ ਆਪਣਾ ਕੰਮ ਹੀ ਨਹੀਂ ਕਰਦੇ, ਕੀਤੀ ਨਹੀਂ ਕਰਦੇ, ਉੱਪਰੋਂ ਕਿਵੇਂ ਡਿੱਗ ਜਾਏਗਾ ਵਿੱਚ ਜਿਹੜੀ ਹੈਗੀ ਔਰ ਉਹਦੇ 'ਚ ਇੰਪਰੂਵਮੈਂਟ ਕਿਵੇਂ ਆਏਗੀ। ਮੈਂ ਤਾਂ ਇੱਥੇ ਤੱਕ ਵੀ ਕਹਾਂਗਾ, ਮੈਂ ਤਾਂ ਪਿੱਛੇ ਜਿਵੇਂ ਆਪਣੇ ਫਰੈਂਡਸ ਨੇ ਜਿਹੜੀ ਐਜੂਕੇਸ਼ਨ ਦੀ ਤੁਸੀਂ ਸਟਾਰਟਿੰਗ ਤੋਂ ਗੱਲ ਕੀਤੀ ਸੀਗੀ ਕਿ ਸਾਨੂੰ ਸਕੂਲਾਂ ਦੇ ਉੱਤੇ ਕੰਮ ਕਰਨਾ ਚਾਹੀਦਾ, ਹਸਪਤਾਲਾਂ ਦੇ ਕੰਮ ਕਰਨਾ ਚਾਹੀਦਾ। ਹਸਪਤਾਲ ਤੇ ਜ਼ਰੂਰੀ ਨੇ, ਸਕੂਲ ਜਿਹੜੇ ਨੇ ਉਹ ਬੁਨਿਆਦ ਸੈੱਟ ਕਰਦੇ ਆ ਤੁਹਾਡੀ। ਜਿੱਥੇ ਸਾਡੇ ਕੋਲ ਐਜੂਕੇਸ਼ਨ ਨਹੀਂ ਹੈ, ਅਵੇਅਰਨੈਸ ਨਹੀਂ ਹੈਗੀ, ਉੱਥੇ ਹੀ ਸਾਨੂੰ ਦੂਜੇ ਧੋਖਾ ਦੇ ਜਾਂਦੇ ਨੇ, ਉੱਥੇ ਹੀ ਤੁਹਾਡੇ ਨਾਲ ਬੈਂਕਸ ਵੀ ਕਰਪਸ਼ਨ ਕਰ ਜਾਂਦੇ ਨੇ, ਉੱਥੇ ਹੀ ਤੁਸੀਂ ਕਰਜ਼ਿਆਂ ਦੇ ਵਿੱਚ ਵੀ ਆਉਂਦੇ ਹੋ। ਯਾਨੀ ਕਿ ਕਿਤੇ ਨਾ ਕਿਤੇ ਅਗਰ ਅਸੀਂ ਬਿਲਕੁਲ ਪਿੱਛੇ ਜਾ ਕੇ ਜ਼ੀਰੋ ਦੇ ਉੱਤੇ ਦੇਖੀਏ, ਸੋ ਅਵੇਅਰਨੈਸ ਘੱਟ ਹੋਣਾ ਇੱਕ ਬਹੁਤ ਵੱਡਾ ਕਾਰਨ ਹੈ, ਜਿੱਥੇ ਕਿਸਾਨ ਵੀ ਜਿਹੜਾ ਹੈਗਾ ਉਹ ਜ਼ੁਲਮਾਂ ਥੱਲੇ ਆ ਜਾਂਦਾ। ਉਹਦਾ ਕਾਰਨ ਵੀ ਪਿੱਛੇ ਫਿਰ ਐਜੂਕੇਸ਼ਨ ਹੀ ਹੈ ਨਾ ਵਿੱਚ। ਜੇ ਐਜੂਕੇਸ਼ਨ ਕੁਛ ਹੈਗੀ ਹੈ, ਮੈਂ ਤਾਂ ਇੱਥੇ ਤੱਕ ਵੀ ਕਹਾਂਗਾ, ਮੈਂ ਵੀ ਉਹਦੇ ਵਿੱਚ ਹੀ ਇਨਵੋਲਵ ਹਾਂ ਕਿ ਆਪਾਂ ਲੋਕ ਜਿਹੜੇ ਪਿੰਡਾਂ 'ਚੋਂ ਪੜ੍ਹ ਕੇ ਆਏ ਆ, ਆਪਾਂ ਪਿੰਡਾਂ 'ਚ ਦੁਬਾਰਾ ਨਹੀਂ ਗਏ ਵਿੱਚ ਜੀ, ਠੀਕ ਹੈ। ਜੇ ਕੋਈ ਕਹੇ ਚਲੋ ਇੱਕ ਵੱਖਰਾ ਹੁੰਦਾ ਨਾ, ਉਸ ਨੂੰ ਮੈਂ ਆਪਣੇ ਨੂੰ ਵੀ ਇਲੈਬੋਰੇਟ ਕਰਾਂ, ਲੇਕਿਨ ਮੇਰੇ ਪਿੰਡ ਨੂੰ ਮੇਰਾ ਕੀ ਫਾਇਦਾ, ਠੀਕ ਹੈ। ਮੈਂ ਪਿੰਡ 'ਚ ਪੜ੍ਹਿਆ ਔਰ ਉੱਥੋਂ ਜਦੋਂ ਮੇਰੀ ਨੌਕਰੀ ਲੱਗੀ ਚੱਕ ਕੇ ਆਪਣਾ ਚੰਡੀਗੜ੍ਹ ਆ ਗਿਆ, ਮੇਰੇ ਪਿੰਡ ਨੂੰ ਮੇਰਾ ਕੀ ਫਾਇਦਾ ਹੋਇਆ। ਸਿਮਿਲਰਲੀ ਇੱਥੇ ਵੀ ਇਹ ਵੀ ਹੈਗਾ ਕਿ ਜੇ ਆਪਾਂ ਫੋਰਨ ਦੀਆਂ ਗੱਲਾਂ ਆਪਾਂ ਕਰਦੇ ਹਾਂ ਤਾਂ ਆਪਾਂ ਆਪਣੇ ਪਿੰਡ ਨੂੰ ਬੈਕ ਉਸ ਨੂੰ ਇੰਪਰੂਵ ਹੀ ਨਹੀਂ ਕੀਤਾ ਤਾਂ ਫਿਰ ਫਾਇਦਾ ਕੀ ਹੈ ਉਹਦਾ। ਜੇ ਉਹਨੂੰ ਲੈ ਗਿਆ ਤਾਂ ਜਿਵੇਂ ਹੁਣ ਮੈਂ ਐਜੂਕੇਸ਼ਨ ਲੈ ਲਈ ਤਾਂ ਮੈਂ ਆਪਣੇ ਪਿੰਡ ਨੂੰ ਕੁਛ ਨਹੀਂ ਦਿੱਤਾ, ਚਲੋ ਮੈਂ ਦੂਜੇ ਥਾਂ 'ਤੇ ਜਾ ਕੇ ਕੁਛ ਆਪਣਾ ਜੋ ਵੀ ਆਪਣਾ ਸੈਟਅਪ ਜਿਹੜਾ ਹੈਗਾ ਜਿਸ ਤਰ੍ਹਾਂ ਦਾ ਕੀਤਾ, ਕੋਸ਼ਿਸ਼ ਕੀਤੀ ਉਹਦੇ 'ਚ, ਲੇਕਿਨ ਤੁਸੀਂ ਬੇਸ ਨੂੰ ਜ਼ਿਆਦਾ ਡਿਵੈਲਪ ਤਾਂ ਨਹੀਂ ਨਾ ਕੀਤਾ ਵਿੱਚ ਜਿਹੜੀ ਹੈਗੀ। ਅੱਜ ਜ਼ਰੂਰਤ ਹੈਗੀ ਹੈ ਆਪਣੇ ਮੁੱਢ ਨੂੰ, ਮੂਲ ਨੂੰ ਪਛਾਣਨ ਦੀ। ਔਰ ਜਦੋਂ ਅਸੀਂ ਕਿਸਾਨਾਂ ਦੇ ਵਿੱਚ ਜਿਹੜਾ ਤੁਹਾਨੂੰ ਦੱਸਿਆ ਕਿ ਉੱਥੇ ਅਸੀਂ ਪ੍ਰਭ ਆਸਰਾ ਵੱਲੋਂ ਮੈਡੀਕਲ ਸੈਂਟਰ ਸੈਟਅਪ ਕੀਤਾ ਹੋਇਆ, ਉੱਥੇ ਜਾ ਕੇ ਇਸ ਕਰਕੇ ਖੁਸ਼ੀ ਮਿਲਦੀ ਹੈ ਕਿਉਂਕਿ ਕਿਸਾਨਾਂ ਦੇ ਵਿੱਚ ਜਦੋਂ ਬੈਠਦੇ ਆ ਉਦੋਂ ਇੱਦਾਂ ਲੱਗਦਾ ਕਿ ਆਪਾਂ ਆਪਣੇ ਪਿੰਡ ਬੈਠੇ ਹੋਏ ਹਾਂ, ਜਿਵੇਂ ਆਪਣੇ ਭੈਣ ਭਰਾ ਜਾਂ ਮਾਂ ਪਿਓ ਸੀਗੇ ਉਹਨਾਂ ਦੇ ਨਾਲ ਸ਼ਾਇਦ ਉਹਨਾਂ ਦੀ ਹੈਲਪ ਕਰ ਰਹੇ। ਮੇਰੇ ਕੋਲੋਂ ਬਹੁਤ ਵਾਰੀ ਸਵਾਲ ਪੁੱਛਿਆ ਬਾਰ-ਬਾਰ, ਉੱਥੇ ਮੀਡੀਆ ਨੇ ਬਹੁਤ ਵਾਰੀ ਸਵਾਲ ਪੁੱਛਿਆ ਕਿ ਡਾਕਟਰ ਸਾਹਿਬ ਤੁਸੀਂ ਤਾਂ ਡਾਕਟਰ, ਤੁਸੀਂ ਇੱਥੇ ਕੀ ਕਰਦੇ ਹੋ। ਮੈਂ ਉਹਨਾਂ ਨੂੰ ਇੱਕੋ ਗੱਲ ਕਹੀ, ਮੈਂ ਕਿਹਾ ਵੀ ਪਹਿਲੀ ਗੱਲ ਤਾਂ ਹੈਗਾ ਕਿ ਕਿਸਾਨੀ ਦੇ ਦੁੱਖ ਸੁੱਖ ਜਿਹੜੇ ਹੈਗੇ ਆ ਉਹ ਮੈਂ ਦੇਖੇ ਹੋਏ ਆ ਸਾਰੇ, ਕਿਉਂਕਿ ਮੈਂ ਆਪ ਪਿੰਡ ਦਾ ਰਹਿਣ ਵਾਲਾ। ਨੰਬਰ 2 ਹੈਗਾ ਵੀ ਸਾਡਾ ਜਿਹੜਾ ਮੈਡੀਕਲ ਕੰਸਰਨ ਉਹ ਹੈਗਾ ਕਿ ਜਿਹੜਾ ਬੰਦਾ ਦੁਖੀ ਹੈਗਾ ਉਹਦੀ ਆਪਾਂ ਹੈਲਪ ਕਰਨੀ ਹੈ। ਹੁਣ ਤੁਸੀਂ ਦੇਖੋ ਨਾ ਉੱਥੇ ਬਜ਼ੁਰਗ ਵੀ ਬੈਠੇ ਹੋਏ ਆ, ਬੱਚੇ ਵੀ, ਲੇਡੀਜ਼ ਵੀ ਬੈਠੀਆਂ। ਜੇ ਮੰਨ ਲਓ ਉੱਥੇ ਆਪਾਂ ਮੈਡੀਕਲ ਸੈਂਟਰ ਨਹੀਂ ਸੈਟਅਪ ਕਰਦੇ ਵਿੱਚ ਜਿਹੜੀ ਹੈਗੀ ਤਾਂ ਫਿਰ ਉਹ ਜਾਂ ਤਾਂ ਪ੍ਰਾਈਵੇਟ ਬੰਦਿਆਂ ਕੋਲ ਜਾਣ ਕੇ ਲੁੱਟ ਖਸੁੱਟ ਕਰਾਉਣਗੇ ਜਾਂ ਫਿਰ ਉਹ ਵਾਪਸ ਪੰਜਾਬ ਨੂੰ ਆਉਣਗੇ। ਇਹਦਾ ਮਤਲਬ ਜਿਹੜੀ ਢਾਹ ਲੱਗੇਗੀ ਨਾ ਕਿਸਾਨੀ ਨੂੰ। ਸੋ ਸਾਡਾ ਮਕਸਦ ਜਿਹੜਾ ਸੀਗਾ ਉਹ ਹੈ ਕਿ ਉਹ ਅੰਦੋਲਨ ਕਰ ਰਹੇ ਹਨ, ਉਹਨਾਂ ਦਾ ਅੰਦੋਲਨ ਕਿੰਨਾ ਠੀਕ ਕਿੰਨਾ ਗਲਤ ਮੈਂ ਉਹਦੇ ਉਸ ਸਿਸਟਮ ਦੇ ਵਿੱਚ ਨਹੀਂ ਹੈ। ਮੈਂ ਤਾਂ ਉਹਨਾਂ ਨੂੰ ਕਿਹਾ ਵੀ ਮੈਂ ਬਾਰ-ਬਾਰ ਇਸ ਕਰਕੇ ਆਉਣਾ ਕਿ ਜਿਹੜੇ ਇੱਥੇ ਬੰਦੇ ਬੈਠੇ ਹੋਏ ਆ ਉਹ ਆਪਣੇ ਸੱਚ ਹੱਕ ਦੀ ਆਪਣੀ ਗੱਲ ਕਰ ਰਹੇ ਨੇ, ਸੱਚ ਹੱਕ ਦੀ, ਆਪਾਂ ਉਹਨਾਂ ਨੂੰ ਸਪੋਰਟ ਕਰ ਰਹੇ ਹਾਂ ਬਸ। ਇਹ ਸਾਡਾ ਬੇਸਿਕ ਫੰਡਾ ਹੈਗਾ। ਜਿਵੇਂ ਹੁਣ ਆਪਾਂ ਇੱਥੋਂ ਗੱਲ ਕੀਤੀ ਸੀ, ਇਹ ਪ੍ਰਭ ਆਸਰਾ ਸੈਂਟਰ ਜਿਹੜਾ ਹੈਗਾ ਇਹ ਬੇਸਿਕ ਲੋਕ ਜਿਹੜੇ ਲੁੱਟੇ ਜਾ ਰਹੇ ਨੇ ਉਹਨਾਂ ਦੀ ਲੁੱਟ ਖਸੁੱਟ ਨੂੰ ਘਟਾਉਣ ਵਾਸਤੇ ਹੈ, ਅਤੇ ਨੀਡੀ ਬੰਦਾ ਜਿਹੜਾ ਹੈਗਾ ਉਹਦੀ ਹੈਲਪ ਹੋ ਜਾਵੇ, ਬਸ ਆਹੀ 2 ਚੀਜ਼ਾਂ ਨੇ ਬਸ। ਉੱਥੇ ਵੀ ਇਹੀ ਸੀਗਾ, ਇੱਥੇ ਵੀ ਇਹੀ ਹੈ ਵੈਸੇ ਜੀ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਸਰ ਜੀ। ਸਤਿ ਸ਼੍ਰੀ ਅਕਾਲ ਜੀ।